आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम, तुसी सुन रहे हो रंग एफएम। खुशामदीद दोस्तों, मैं ਤੁਹਾਡੀ ਆਪਣੀ ਜੇਪਾਲ ਹਾਜ਼ਰ ਹਾਂ ਅੱਜ ਦਾ ਹਫਤਾਵਾਰੀ ਪ੍ਰੋਗਰਾਮ ਲੈ ਕੇ ਸਿਹਤਨਾਮਾ। ਔਰ ਮੇਰੇ ਨਾਲ ਨੇ ਡਾਕਟਰ ਪੂਜਾ ਦਿੱਲੀ ਤੋਂ, ਜਿਹੜੇ ਕਿ ਹੋਮੋਪੈਥਿਕ ਦੇ ਸਪੈਸ਼ਲਿਸਟ ਨੇ ਔਰ ਬਹੁਤ ਕਾਬਲ ਡਾਕਟਰ ਨੇ। ਮਿਲਾਉਂਦੇ ਆ ਉਹਨਾਂ ਨੂੰ ਤੁਹਾਡੇ ਨਾਲ ਔਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਲ ਚਾਲ ਨੇ? ਠੀਕ ਠਾਕ? ਵਧੀਆ, ਬਿਲਕੁਲ ਵਧੀਆ, ਸਭ ਵਧੀਆ ਜੀ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਅੱਜ ਸਾਡੇ ਰੰਗ ਐਫਐਮ ਦੇ ਉੱਤੇ ਆਉਣ ਦਾ, ਸਾਨੂੰ ਟਾਈਮ ਦੇਣ ਦਾ। ਸੋ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ। ਬਹੁਤ ਬਹੁਤ ਤੁਹਾਡਾ ਸਤਿਕਾਰ ਹੈ ਰੰਗ ਐਫਐਮ ਰੇਡੀਓ ਦੇ ਉੱਤੇ ਔਰ ਇਸ ਪ੍ਰੋਗਰਾਮ ਦੇ ਵਿੱਚ, ਸਿਹਤਨਾਮਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ। ਸਾਰੇ ਰੰਗ ਐਫਐਮ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਵੀ ਨਿੱਘੀ ਨਮਸਕਾਰ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਡਾਕਟਰ ਸਾਹਿਬ, ਆਪਾਂ ਪੰਜਾਬੀ ਚ ਗੱਲ ਕਰੀਏ, ਹਿੰਦੀ ਚ ਕਿਸ ਤਰ੍ਹਾਂ ਈਜ਼ੀ ਫੀਲ ਕਰੋਗੇ? ਦੋਨੋਂ, ਮੈਂ ਦੋਨੋਂ ਚ ਈਜ਼ੀ ਹੈ। ਆਪਾਂ ਫਿਰ ਮਿਕਸ ਕਰ ਆਪਾਂ ਫਿਰ ਡਾਕਟਰ ਸਾਹਿਬ ਮਿਕਸ ਕਰ ਦਿੰਦੇ ਆ। ਬਿਲਕੁਲ ਬਿਲਕੁਲ ਜੀ, ਬਿਲਕੁਲ। ਕਿਉਂਕਿ ਜਿੰਨਾ ਕਿ ਮੈਨੂੰ ਪਤਾ ਹੈ ਨਾ, ਤੁਸੀਂ ਪੰਜਾਬ ਨੂੰ ਵੀ ਬਿਲੋਂਗ ਕਰਦੇ ਹੋ। ਮੇਰਾ ਸੇਮ ਹਿਸਟਰੀ ਜੀ ਆ ਮੇਰੇ ਵਾਲੀ, ਹਨਾ। ਜਿੱਦਾਂ ਮੈਂ ਕੁੜੀ ਪੰਜਾਬ ਦੀ ਆ ਤੇ ਨੂੰਹ ਮੈਂ ਦਿੱਲੀ ਦੀ ਆ, ਏਦਾਂ ਹੀ ਮੈਨੂੰ ਜੋ ਪਤਾ ਚੱਲਿਆ ਤੁਹਾਡੇ ਬਾਰੇ, ਤੁਸੀਂ ਵੀ ਲੜਕੀ ਪੰਜਾਬ ਦੀ ਹੋ ਤੇ ਨੂੰਹ ਦਿੱਲੀ ਦੀ। ਬਿਲਕੁਲ ਸੇਮ ਹਿਸਟਰੀ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਅੱਛਾ ਡਾਕਟਰ ਸਾਹਿਬ, ਪਹਿਲਾਂ ਅਸੀਂ ਜਾਣਨਾ ਚਾਹਾਂਗੇ ਹਨਾ ਤੁਹਾਡੇ ਬਾਰੇ। ਤੁਹਾਡਾ ਜਨਮ ਪੰਜਾਬ 'ਚ ਹੋਇਆ, ਸਟੱਡੀ ਹੋਈ, ਐਜੂਕੇਸ਼ਨ ਤੁਹਾਡੀ ਚੱਲੀ, ਕਿੱਥੋਂ ਚੱਲੀ ਔਰ ਕਿਸ ਤਰ੍ਹਾਂ ਤੁਸੀਂ ਇਸ ਲਾਈਨ ਨੂੰ ਚੂਜ਼ ਕੀਤਾ? ਹਾਂਜੀ, ਮੈਨੂੰ ਬਚਪਨ ਤੋਂ ਹੀ ਮਤਲਬ ਮੇਰਾ ਡ੍ਰੀਮ ਸੀਗਾ ਕਿ ਮੈਂ ਡਾਕਟਰ ਬਣਾ ਤੇ ਲੋਕਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਅਗਰ ਉਹਨਾਂ ਦੀ ਸੇਵਾ ਕਰ ਸਕਾਂ ਤਾਂ ਮੈਨੂੰ ਇਹ ਡ੍ਰੀਮ, ਮੈਂ ਐਕਚੁਅਲੀ ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ ਤੇ ਉੱਥੇ KVM ਤੋਂ ਸਕੂਲਿੰਗ ਕਰਕੇ ਦੈਨ ਫਿਰ ਮੈਂ ਲੁਧਿਆਣੇ ਦੇ ਵਿੱਚ ਹੀ ਇੱਕ ਬੜਾ ਅੱਛਾ ਕਾਲਜ ਹੈ, ਲਾਰਡ ਮਨਵੀਰਾ ਕਾਲਜ, ਹੋਮਿਓਪੈਥਿਕ ਕਾਲਜ, ਉੱਥੋਂ ਮੈਂ ਫਿਰ ਆਪਣੀ ਡਿਗਰੀ ਕੀਤੀ BHMS ਐਂਡ ਉਸ ਤੋਂ ਬਾਅਦ ਫਿਰ ਮੈਂ ਡਾਕਟਰ ਬਤਰਾਜ ਹੈਗਾ ਜਿਹੜਾ ਚੇਨ ਆਫ ਕਲੀਨਿਕ ਹੈ ਉਹਨੂੰ ਜੁਆਇਨ ਕੀਤਾ ਕੁਝ ਟਾਈਮ ਐਂਡ ਫਿਰ ਉਸ ਤੋਂ ਬਾਅਦ ਮੈਂ ਆਪਣੀ ਕਲੀਨਿਕ ਆਪਣੇ ਆਪ ਉਹ ਸੈੱਟ ਕਰ ਲਈ ਤੇ ਹੁਣ ਮੈਂ 18 ਸਾਲ ਤੋਂ ਆਪਣੀ ਖੁਦ ਪ੍ਰੈਕਟਿਸ ਕਰ ਰਹੀ ਹਾਂ ਇੱਥੇ ਦਿੱਲੀ। ਵੈਰੀ ਗੁੱਡ, ਵੈਰੀ ਗੁੱਡ। ਦਿੱਲੀ 'ਚ ਕਿਹੜੀ ਜਗ੍ਹਾ ਹੁੰਦੇ ਹੋ ਡਾਕਟਰ ਸਾਹਿਬ? ਦਿੱਲੀ 'ਚ GK1, ਗ੍ਰੇਟਰ ਕੈਲਾਸ਼ 1। ਗ੍ਰੇਟਰ ਕੈਲਾਸ਼ 1 ਤੁਹਾਡਾ ਆਪਣਾ ਕਲੀਨਿਕ? ਹਾਂਜੀ ਹਾਂਜੀ, ਤੇ ਨਾਲ ਮੈਂ ਉਹ ਇੱਥੇ ਪਹਾੜੀ ਵਾਲਾ ਗੁਰਦੁਆਰਾ ਹੈ ਉੱਥੇ ਮਾਤਾ ਗੁਜਰੀ ਸੈਂਟਰ ਦੇ ਵਿੱਚ, ਉੱਥੇ ਵੀ ਉਹਦੇ ਨਾਲ ਵੀ ਐਸੋਸੀਏਟਡ ਹੈ। ਵਾਹ, ਵੈਰੀ ਗੁੱਡ। ਯਾਨੀ ਕਿ ਤੁਸੀਂ ਨਾਲ ਨਾਲ ਇੱਕ ਚੈਰੀਟੇਬਲ ਟਰਸਟ ਦੇ ਅੰਡਰ ਫ੍ਰੀ ਸੇਵਾ ਵੀ ਕਰਦੇ ਹੋ। ਹਾਂਜੀ, ਬਹੁਤ ਖੁਸ਼ੀ ਹੋਈ ਡਾਕਟਰ ਸਾਹਿਬ ਇਹ ਜਾਣ ਕੇ, ਕਿਉਂਕਿ ਜਿਹੜੀ ਤੁਹਾਡੀ ਏਜ ਦੇ ਵਿੱਚ ਵੀ ਕੈਨ ਸੇ ਕਿ ਤੁਸੀਂ ਯੰਗ ਜਨਰੇਸ਼ਨ 'ਚ ਹੈਗੇ ਹੋ, ਇਹਦੇ ਵਿੱਚ ਇੱਕ ਸੇਵਾ ਭਾਵਨਾ ਮਨ ਦੇ ਵਿੱਚ ਆਉਣੀ ਹੈ, ਇੱਕ ਬਹੁਤ ਵੱਡੀ ਗੱਲ ਹੈ। ਔਰ ਅਦਰਵਾਈਜ਼ ਹਰ ਇਨਸਾਨ ਨੂੰ ਇਹ ਹੁੰਦਾ ਕਿ ਮੈਂ ਆਪਣੇ ਪ੍ਰੋਫੈਸ਼ਨ ਤੋਂ ਮੈਕਸਿਮਮ ਪੈਸਾ ਕਮਾਵਾਂ, ਜਿੰਨਾ ਵੀ ਕਮਾਇਆ ਜਾ ਸਕਦਾ। ਸੋ ਡਾਕਟਰ ਸਾਹਿਬ ਥੈਂਕ ਯੂ, ਇਹ ਬਹੁਤ ਖੁਸ਼ੀ ਹੋਈ ਹੈ ਸਾਨੂੰ ਜਾਣ ਕੇ ਔਰ ਮੈਨੂੰ ਲੱਗਦਾ ਮੇਰੇ ਤੋਂ ਵੀ ਵੱਧ ਖੁਸ਼ੀ ਮੇਰੇ ਸਰੋਤਿਆਂ ਨੂੰ ਹੋਏਗੀ। ਸੋ ਡਾਕਟਰ ਸਾਹਿਬ, ਤੁਸੀਂ ਫਿਰ ਇਹ ਸਾਰੀ ਜਿਹੜੀ ਐਜੂਕੇਸ਼ਨ ਇੱਥੇ ਦੀ ਡਾਕਟਰ ਬਣਨ ਦੀ ਡਿਗਰੀ ਜਿਹੜੀ ਤੁਸੀਂ ਇਹ ਕਿੱਥੋਂ ਲਈ? ਇਹ ਮੈਂ ਲਾਰਡ ਮਨਵੀਰਾ ਕਾਲਜ ਹੈ, ਹੋਮਿਓਪੈਥਿਕ ਕਾਲਜ ਹੈ ਲੁਧਿਆਣੇ ਦੇ ਵਿੱਚ ਹੀ, ਉੱਥੇ ਮੈਂ ਉੱਥੋਂ ਦੀ ਲਿੱਤੀ ਐਂਡ ਮੈਂ ਥਰੂ ਆਊਟ ਆਪਣਾ ਸਾਰੇ ਪ੍ਰੋਫੈਸ਼ਨਲ ਈਅਰ 'ਚ ਟੌਪਰ ਸੀਗੀ। ਵਾਓ, ਵੈਰੀ ਗੁੱਡ, ਵੈਰੀ ਗੁੱਡ। ਮਾਣ ਹੈ ਫਿਰ ਤਾਂ ਸਾਨੂੰ ਤੁਹਾਡੇ ਉੱਤੇ, ਹਨਾ। ਮੇਰਾ ਤਾਂ ਹਿੰਦੀ ਬੋਲਣ ਨੂੰ ਦਿਲ ਹੀ ਨਹੀਂ ਕਰਦਾ, ਕਿਉਂਕਿ ਜੇ ਮੈਂ ਹਿੰਦੀ ਬੋਲੂੰਗੀ ਲੱਗੂਗਾ ਅਸੀਂ ਦਿੱਲੀ ਦੀ ਲੜਕੀ ਦੀ ਉਹ ਕਰ ਰਹੇ ਹਾਂ ਤੇ ਹੈਨਾ। ਤੇ ਜਦੋਂ ਤੁਸੀਂ ਡਿਗਰੀ ਪੰਜਾਬ 'ਚੋਂ ਲਈ ਹੈ ਹੈਨਾ, ਹਾਂਜੀ, ਅਸੀਂ ਚਾਹਾਂਗੇ ਪੰਜਾਬ ਦਾ ਨਾਮ ਹੀ ਉੱਚਾ ਹੋਵੇ, ਪੰਜਾਬੀ ਦਾ ਨਾਮ ਹੀ ਉੱਚਾ ਹੋਵੇ, ਹੈਨਾ। ਅਗਰ ਤੁਹਾਨੂੰ ਕੋਈ ਦਿੱਕਤ ਆਏ ਮੈਨੂੰ ਦੱਸ ਦਿਓ, ਥੋੜੀ ਬਹੁਤ ਆਉਂਦੀ ਹੈ ਮੈਨੂੰ ਵੀ ਹਿੰਦੀ, ਕਿਉਂਕਿ ਮੈਂ ਕੁਝ ਕੁ ਸਾਲ ਗੁਜ਼ਾਰੇ ਨੇ ਹਿੰਦੀ ਦੇ ਇੱਥੇ ਦਿੱਲੀ ਦੇ ਵਿੱਚ। सो हम बात कर सकते हैं, हिंदी में भी बात कर सकते हैं हम। नहीं ठीक है, मैंने पंजाबी भी सही है तो हिंदी तो सब ठीक है, सब अच्छा।
ਥੈਂਕ ਯੂ ਹਾਂਜੀ। ਵੈਰੀ ਮਚ, ਥੈਂਕ ਯੂ। ਡਾਕਟਰ ਸਾਹਿਬ, ਹੋਮੋਪੈਥੀ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਆਉਂਦੇ ਨੇ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ, ਬਹੁਤ ਤਰ੍ਹਾਂ ਦਾ, ਕਿਉਂਕਿ ਸਾਨੂੰ ਲੋਕਾਂ ਨੂੰ ਆਦਤ ਬਣ ਚੁੱਕੀ ਆ ਹਰ ਚੀਜ਼ ਜਲਦੀ ਕਰਨ ਦੀ। ਚਾਹੇ ਕੋਈ ਕੰਮ ਹੈ, ਚਾਹੇ ਅਸੀਂ ਕੋਈ ਵਰਕ ਕਰ ਰਿਹਾ, ਪ੍ਰੋਗਰੈਸ ਕਰ ਰਿਹਾ, ਜਾਂ ਹਰ ਫੀਲਡ ਦੇ ਵਿੱਚ ਇੱਕ ਕਾਹਲ ਬੱਚੀ ਹੋਈ ਆ ਕਿ ਆਹ ਕੰਮ ਜਲਦੀ ਹੋ ਜੇ, ਆਹ ਕੰਮ ਜਲਦੀ ਹੋ ਜੇ। ਇਵਨ ਕਿ ਜਿਹੜੀ ਵੈਰੀ ਯੰਗ ਜਨਰੇਸ਼ਨ ਹੈਗੀ, ਉਹ ਤਾਂ ਕਹਿੰਦੇ ਅਸੀਂ ਅਮੀਰ ਵੀ ਰਾਤੋਂ ਰਾਤ ਬਣ ਜਾਈਏ, ਸਾਨੂੰ ਐਫਰਟਸ ਇੰਨੇ ਨਾ ਕਰਨੇ ਪੈਣ ਕਿ ਅਸੀਂ ਰਾਤੋਂ ਰਾਤ ਅਮੀਰ ਬਣ ਜਾਈਏ। ਸੋ ਇਹ ਜਿਹੜਾ ਕਾਲਾਪਨ ਹੈ ਜਾਂ ਜਿਹੜੀ ਜਲਦਬਾਜ਼ੀ ਸਾਡੇ ਦਿਮਾਗ ਦੇ ਅੰਦਰ ਹੈ, ਇਹ ਸਾਨੂੰ ਹੋਮੋਪੈਥੀ ਵੱਲ ਨੂੰ ਘੱਟ ਲੈ ਕੇ ਜਾਂਦੀ ਆ। ਕਿਉਂਕਿ ਜੀ ਹੋਮੋਪੈਥੀ ਦੇ ਵਿੱਚ ਜਿਹੜੇ ਇਲਾਜ ਹੈਗੇ ਨੇ ਉਹ ਬਹੁਤ ਲੌਂਗ ਟਾਈਮ ਲੈਂਦੇ ਨੇ। ਕੀ ਇਹ ਸੱਚ ਹੈ? ਨਹੀਂ, ਇਹ ਬਿਲਕੁਲ ਵੀ ਸੱਚ ਨਹੀਂ ਹੈ। ਇਹਦੇ ਪਿੱਛੇ ਜਿਹੜਾ ਰੀਜ਼ਨ ਹੈ ਉਹ ਇਹ ਹੈ ਕਿ ਨਾਰਮਲੀ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੇ ਲੋਕ ਨੇ ਉਹ ਪਹਿਲਾਂ ਜ਼ਿਆਦਾ ਐਲੋਪੈਥੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ। ਉਹ ਪਹਿਲਾਂ ਆਪਣਾ ਇਲਾਜ ਐਲੋਪੈਥੀ ਤੇ ਜਾ ਕੇ ਕਰਾਉਂਦੇ ਨੇ। ਉੱਥੇ ਕੀ ਕਰਦੇ ਆ ਐਲੋਪੈਥੀ ਦੇ, ਜਿੱਦਾਂ ਹੁਣ ਤੁਸੀਂ ਐਗਜ਼ਾਮਪਲ ਲਓ ਕਿ ਕਿਸੇ ਨੂੰ ਅਗਰ ਰੂਮੇਟਾਇਡ ਆਰਥਰਾਈਟਿਸ ਹੈਗਾ ਜਾਂ ਗਾਊਟ ਹੈਗਾ ਜਾਂ ਕੋਈ ਵੀ ਪੇਨ ਦੀ ਸ਼ਿਕਾਇਤ ਹੈਗੀ, ਤਾਂ ਉਹ ਐਲੋਪੈਥੀ ਕੋਲੇ ਜਾਣਗੇ। ਉਹਨਾਂ ਦੇ ਕੋਲ ਤਾਂ ਸਿਰਫ ਇੱਕ ਪੇਨ ਕਿਲਰ ਹੀ ਨੇ, ਤੇ ਉਹ ਜਦੋਂ ਤੁਸੀਂ ਪੇਨ ਕਿਲਰ ਖਾਓਗੇ, ਜਿੱਦਾਂ ਆਪਾਂ ਵੀ ਦੇਖਿਆ ਹੋਣਾ ਵੀ ਜਦ ਕਦੇ ਆਪਾਂ ਨੂੰ ਸਿਰ ਦਰਦ ਹੋਵੇ, ਪੇਨ ਕਿਲਰ ਖਾ ਲਓ ਤਾਂ 10-15 ਮਿੰਟਾਂ ਦੇ ਵਿੱਚ ਉਹ ਠੀਕ ਹੋ ਜਾਂਦਾ। ਤਾਂ ਲੋਕਾਂ ਨੂੰ ਕੀ ਹੈ, ਉਹ ਆਦਤ ਪਈ ਹੋਈ ਹੈ। ਬਟ ਅਗਰ ਰਿਐਲਿਟੀ ਦੇ ਵਿੱਚ ਤੁਸੀਂ ਦੇਖੋ ਤਾਂ ਜਿਹੜੇ ਇਹ ਪੇਨ ਕਿਲਰ ਹੈ, ਇਹ ਤੁਹਾਡੇ ਜਿਹੜੇ ਪੇਨ ਨੂੰ ਠੀਕ ਨਹੀਂ ਕਰਦੇ, ਇਹ ਉਹਨੂੰ ਸਿਰਫ ਸਪਰੈਸ ਕਰਦੇ ਆ। ਸਪਰੈਸ ਕਰਕੇ ਤੇ ਉਹਦੇ ਸਾਈਡ ਇਫੈਕਟ ਵੀ ਕਿੰਨੇ ਹੈ, ਲੌਂਗ ਟਰਮ ਦੇ ਵਿੱਚ ਤੁਸੀਂ ਖਾਈ ਜਾਂਦੇ ਹੋ, ਪਰ ਉਹ ਬੋਡੀ ਦੇ ਉੱਪਰ ਬੜੇ ਜ਼ਿਆਦਾ ਉਹਦੇ ਖਤਰਨਾਕ ਉਹਦੇ ਐਡਵਰਸ ਰਿਐਕਸ਼ਨ ਹੁੰਦੇ। ਫਿਰ ਲੋਕਾਂ ਨੂੰ ਕੀ ਆਦਤ ਹੈ, ਉਹੀ ਉਹ ਚੀਜ਼ ਜਿਹੜੀ ਹੋਮਿਓਪੈਥੀ ਚ ਭਾਲਦੇ ਨੇ। ਉਹ ਕਹਿੰਦੇ ਵੀ ਜਿੱਦਾਂ ਤੁਸੀਂ ਦਵਾਈ ਲਓ ਔਰ ਇੱਕਦਮ ਹੀ ਤੁਹਾਨੂੰ ਰਾਤੋਂ ਰਾਤ ਹੀ ਬਿਲਕੁਲ ਠੀਕ ਹੋ ਜਾਓ। ਬਟ ਇਹਦੇ ਵਿੱਚ ਜਿਹੜੀ ਹੋਮਿਓਪੈਥੀ ਹੈ, ਉਹਦਾ ਜਿਹੜਾ ਤੁਸੀਂ ਅਗਰ ਮੰਨੋ ਕਿ ਮੇਨ ਜਿਹੜਾ ਥੀਮ ਹੈ ਉਹ ਕੀ ਹੈ ਕਿ ਹੋਮਿਓਪੈਥੀ ਜਿਹੜਾ ਆਪਣੀ ਬੋਡੀ ਦੇ ਅੰਦਰ ਜਿਹੜਾ ਇਮਿਊਨ ਸਿਸਟਮ ਹੈ, ਜਾਂ ਜਿਹਨੂੰ ਕਹਿ ਲਓ ਕਿ ਵਾਈਟਲ ਫੋਰਸ, ਜਿਹੜੀ ਆਪਣੀ ਅੰਦਰੂਨੀ ਜਿਹੜੀ ਸ਼ਕਤੀ ਹੈ, ਉਹਨੂੰ ਉਹ ਪਾਵਰ ਦਿੰਦਾ ਹੈ ਜਿਹੜੀ ਹੋਮਿਓਪੈਥੀ ਦੀ ਦਵਾਈਆਂ ਹੈ। ਤੇ ਜਦੋਂ ਤੁਸੀਂ ਉਹ ਤੁਹਾਡੀ ਆਪਣੇ ਆਪ 'ਚ ਹੀ ਪਾਵਰ ਹੋਗੀ ਤਾਂ ਤੁਹਾਡੀ ਉਹ ਪਾਵਰ ਜਿਹੜੀ ਬਿਮਾਰੀਆਂ ਨਾਲ ਲੜੇਗੀ ਖੁਦ, ਤੇ ਉਹ ਪਰਮਾਨੈਂਟ ਤਰੀਕਾ ਹੋਏਗਾ ਉਹ ਚੀਜ਼ ਦਾ। ਪਰ ਲੋਕ ਇਹ ਚੀਜ਼ ਨਹੀਂ ਦੇਖਦੇ। ਉਹ ਅੱਜ ਕੱਲ ਦੇ ਜਿੱਦਾਂ ਹੁੰਦਾ ਵੀ 2 ਮਿੰਟਸ ਨੂਡਲਸ, ਉਹਦੇ ਵਿੱਚ ਕਿ ਮੈਗੀ ਚਲੋ 2 ਮਿੰਟ 'ਚ ਹੋ ਗਿਆ ਸਭ ਚੀਜ਼, ਜਿੱਦਾਂ ਤੁਸੀਂ ਕਿਹਾ ਕਿ ਇਮੀਡੀਏਟ ਉਹਨਾਂ ਨੂੰ ਜਲਦੀ ਰਿਜ਼ਲਟ ਚਾਹੀਦਾ ਹੈ। ਬਟ ਉਹ ਜਲਦੀ ਰਿਜ਼ਲਟ ਦੇ ਵਿੱਚ ਆਹ ਚੀਜ਼ ਨਹੀਂ ਦੇਖਦੇ ਵੀ ਉਹਦਾ ਨੁਕਸਾਨ ਕਿੰਨਾ ਹੈ। ਹੁਣ ਮੈਂ ਤੁਹਾਨੂੰ ਇਹ ਦੱਸੂਗੀ, ਮੈਨੂੰ ਅਗਰ ਜਿੱਦਾਂ ਮੈਂ ਇਹ ਚੀਜ਼ ਬੜੀ ਸੁਣੀ ਵੀ ਹਾਂ ਹੋਮਿਓਪੈਥੀ ਬੜਾ ਮਤਲਬ ਦੇਰ ਲਾਉਂਦੀ ਹੈ, ਬਹੁਤ ਜ਼ਿਆਦਾ ਉਹਦਾ ਅਸਰ ਬੜੀ ਦੇਰ ਨਾਲ ਹੁੰਦਾ ਹੈ। ਪਰ ਮੈਂ ਤੁਹਾਨੂੰ ਦੱਸੋ, ਜਦੋਂ ਮੈਂ ਫਸਟ ਈਅਰ 'ਚ ਸੀਗੀ ਕਾਲਜ 'ਚ, ਤੇ ਮੈਨੂੰ ਧਿਆਨ ਹੈ ਮੇਰੇ ਨਾਲ ਪੜੋਸ ਦੇ ਵਿੱਚ ਇੱਕ ਆਂਟੀ ਰਹਿੰਦੇ ਸੀਗੇ, ਤੇ ਉਹ ਰਾਤੀ ਮੇਰੇ ਕੋਲ ਜਿੱਦਾਂ ਆਏ, ਮੈਨੂੰ ਬੋਲੇ ਕਿ ਮੈਨੂੰ ਨਾ ਗਲੇ ਦੇ ਵਿੱਚ ਜਿੱਦਾਂ ਇੱਥੇ ਨਾ ਛਾਲੇ ਜਿਹੇ ਹੋ ਗਏ, ਗਲੇ ਦੇ ਵਿੱਚ ਵੀ ਹੈ ਤੇ ਟੰਗ ਤੇ ਵੀ ਹੈ। ਮੈਨੂੰ ਉਦੋਂ 2-3 ਦਵਾਈਆਂ ਮੈਂ ਪੜ੍ਹੀਆਂ ਹੋਈਆਂ ਸੀ ਫਸਟ ਈਅਰ 'ਚ ਹਜੇ, ਤੇ ਉਹਦੇ 'ਚ ਇੱਕ ਦਵਾਈ ਮੈਨੂੰ ਲੱਗਿਆ ਵੀ ਹਾਂ ਇਹ ਇਹਨਾਂ ਦੇ ਬਿਲਕੁਲ ਮਤਲਬ ਇਹਨਾਂ ਤੇ ਪਰਫੈਕਟ ਹੈ, ਬਿਲਕੁਲ ਸੂਟ ਕਰੇਗੀ। ਉਹਨਾਂ ਨੂੰ ਮੈਂ ਦਿੱਤੀ ਤੇ ਤੁਸੀਂ ਯਕੀਨ ਨਹੀਂ ਮੰਨੋਗੇ, ਸਵੇਰੇ ਜਦੋਂ ਉਹ ਮੇਰੇ ਕੋਲ ਆਏ ਤੇ ਉਹਨਾਂ ਦਾ ਕੋਈ ਛਾਲਾ ਕੋਈ ਵੀ ਨਹੀਂ, ਸਾਰੇ ਠੀਕ ਹੋ ਗਏ। ਮਤਲਬ ਇੰਨਾ ਫਾਸਟ ਐਕਸ਼ਨ ਹੈ। ਤੇ ਉਹਦੇ ਪਿੱਛੇ ਇਹੀ ਹੈ ਕਿ ਜੇ ਤੁਹਾਡੀ ਮੈਡੀਸਨ ਸਹੀ ਹੈ ਤਾਂ ਉਹ ਬਹੁਤ ਜਲਦੀ ਅਸਰ ਕਰੇਗੀ। ਉਹ ਜਿਹੜੇ ਕਹਿੰਦੇ ਹੁੰਦੇ ਆ ਵੀ ਕਈ ਡਾਕਟਰ ਹੁੰਦੇ ਆ ਵੀ ਕਹਿੰਦੇ ਹੁੰਦੇ ਆ ਵੀ ਚਲੋ ਹਾਂ ਇਹ ਤੁਹਾਨੂੰ ਬਹੁਤ ਸਾਲ ਖਾਣੀ ਪਏਗੀ, ਬਹੁਤ ਖਾਣੀ ਪਏਗੀ। ਉਹ ਹੈ ਕਿ ਉਹ ਡਾਕਟਰ ਉਹ ਆਪਣੀ ਮੈਡੀਸਨ ਦੇ ਵਿੱਚ ਉਹ ਕੌਨਫੀਡੈਂਟ ਨਹੀਂ ਹੁੰਦਾ। ਤੇ ਅਗਰ ਮੈਡੀਸਨ ਜਦੋਂ ਸਹੀ ਨਹੀਂ ਹੋਏਗੀ ਤਾਂ ਫਿਰ ਉਹ ਤਾਂ ਲੰਬਾ ਟਾਈਮ ਜਿੰਨੇ ਦੇਰ ਮਰਜ਼ੀ ਖਿੱਚੀ ਜਾਓ, ਤੇ ਉਹ ਵਾਲਾ ਹਿਸਾਬ ਹੈ। ਅਦਰਵਾਈਜ਼ ਅਗਰ ਤੁਸੀਂ ਸਹੀ ਮੈਡੀਸਨ ਦੋਗੇ ਤਾਂ ਉਹ ਹੋਮਿਓਪੈਥੀ ਬੜੀ ਜਲਦੀ ਅਸਰ ਕਰਦੀ ਹੈ, ਬਹੁਤ ਜਲਦੀ। ਜਿੱਦਾਂ ਕ੍ਰੀਏਟਿਨਿਨ ਲੈਵਲਸ, ਜਿੱਦਾਂ ਕਿਡਨੀ ਦੀ ਬਿਮਾਰੀ, ਮੈਂ ਕਈ ਪੇਸ਼ੈਂਟ ਨੂੰ ਦੇਖਿਆ ਉਹਨਾਂ ਦੇ 2-3 ਮਹੀਨਿਆਂ ਦੇ ਵਿੱਚ ਕ੍ਰੀਏਟਿਨਿਨ ਲੈਵਲਸ ਨਾਰਮਲ ਆ ਜਾਂਦੇ ਆ। ਤੇ ਇਹ ਗਲਤ ਹੈ ਕਿ ਹੋਮਿਓਪੈਥੀ ਲੇਟ ਅਸਰ ਮਤਲਬ ਬਹੁਤ ਦੇਰ ਲੱਗਦੀ ਹੈ, ਉਦਾਂ ਨਹੀਂ ਹੈਗਾ, ਸਲੋ ਅਸਰ ਕਰਦੀ ਆ ਜਾਂ ਕਿਤਾ। ਹਾਂਜੀ, ਨਾ 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 ਬਿਲਕੁਲ ਨਹੀਂ। ਡਾਕਟਰ ਸਾਹਿਬ, ਇੱਕ ਸਾਡੇ ਲੋਕਾਂ ਦੇ ਨਾ ਦਿਮਾਗ 'ਚ ਬੈਠੀ ਹੋਈ ਹੈ, ਬੇਸ਼ੱਕ ਅਵੇਅਰਨੈਸ ਆ ਰਹੀ ਆ ਹੁਣ ਥੋੜੀ ਲੋਕਾਂ ਦੇ ਅੰਦਰ, ਬਟ ਫਿਰ ਵੀ ਸਾਡੇ ਦਿਮਾਗ 'ਚ ਨਾ ਇੱਕ ਗੱਲ ਬੈਠੀ ਹੋਈ ਆ ਕਿ ਮਿੱਠੀਆਂ ਗੋਲੀਆਂ ਨੇ, ਇਹਨਾਂ ਨੇ ਕੀ ਅਸਰ ਕਰਨਾ, ਹਨਾ। ਇਹ ਤਾਂ 4 ਖਾ ਲਓ, 5 ਖਾ ਲਓ, ਫਿਰ 3-3 ਸ਼ੀਸ਼ੀਆਂ ਹੁੰਦੀਆਂ ਨੇ, ਉਹ 2-2 ਸ਼ੀਸ਼ੀਆਂ, 3-3 ਸ਼ੀਸ਼ੀਆਂ ਦਿਨ 'ਚ 3-3 ਵਾਰੀ, 2-2 ਘੰਟੇ, 4-4 ਘੰਟੇ ਬਾਅਦ, ਤੇ ਉਹ ਬਈ ਸਾਰਾ ਦਿਨ ਫਿਰ ਇਸੇ ਕੰਮ ਤੇ ਹੀ ਲੱਗੇ ਰਹੋ ਜਾਂ ਕਿੱਦਾਂ, ਹਨਾ। ਕੀ ਇਹ ਸਾਰੀਆਂ ਮੈਡੀਸਨ ਇਸ ਟਾਈਪ ਦੀਆਂ ਹੁੰਦੀਆਂ ਜਾਂ
ਤੁਸੀਂ ਆਪਣੇ ਹਿਸਾਬ ਦੇ ਨਾਲ ਜ਼ਰੂਰੀ ਸਮਝਦੇ ਹੋ, ਜਾਂ ਥੋੜੀ ਦਵਾਈ ਦੇ ਵਿੱਚ ਵੀ ਉਹ ਚੀਜ਼ ਦਾ ਜਿਹੜਾ ਇਲਾਜ ਆ ਹੋ ਸਕਦਾ? ਇਹਦੇ ਬਾਰੇ ਕੁਝ ਡਿਟੇਲ ਚ ਦੱਸਿਓ। ਜੀ, ਹੋਮਿਓਪੈਥੀ ਦੇ ਜਿੱਦਾਂ ਅੱਜ ਕੱਲ ਨਾ ਦੋ ਲਾਈਨ ਆਫ ਟ੍ਰੀਟਮੈਂਟ ਚੱਲ ਪਏ ਹੈ। ਇੱਕ ਦੇ ਵਿੱਚ ਤੁਸੀਂ ਇੱਕ ਹੁੰਦਾ ਵੀ ਜਿਹੜੇ ਮਿਕਸ ਕਰਕੇ ਮਤਲਬ 5-6 ਦਵਾਈਆਂ ਮਿਕਸ ਕਰਕੇ ਦੇ ਦਿੰਦੇ ਆ, ਤੇ ਉਹ ਥੋੜੀ ਥੋੜੀ ਦੇਰ ਬਾਅਦ ਕਹਿੰਦੇ ਵੀ ਆ ਲਈ ਜਾਓ ਲਈ ਜਾਓ ਲਈ ਜਾਓ। ਉਹਦੇ ਨਾਲ ਉਹਦਾ ਮਤਲਬ ਉਹਨਾਂ ਨੂੰ ਕੀ ਹੈ ਕਿ ਉਹ ਉਹੀ ਐਲੋਪੈਥਿਕ ਸਿਸਟਮ ਹੋ ਗਿਆ ਕਿ ਤੁਹਾਨੂੰ 5-6 ਦਵਾਈਆਂ ਤੁਹਾਨੂੰ ਮਿਕਸ ਕਰਕੇ ਦੇਤੀਆਂ, ਬੋਲੀ ਅੱਧੇ ਮਤਲਬ 1 ਘੰਟੇ ਬਾਅਦ ਖਾਈ ਜਾਓ। ਉਹ ਇੰਨੀ ਜ਼ਿਆਦਾ ਲੌਂਗ ਟਰਮ ਮਤਲਬ ਉਹ ਸਾਡੇ ਹੋਮਿਓਪੈਥੀ ਦੇ ਪ੍ਰਿੰਸੀਪਲ ਦੇ ਉੱਪਰ ਨਹੀਂ ਹੈਗੀ। ਮਤਲਬ ਜ਼ਿਆਦਾ ਦਵਾਈਆਂ ਦਾ ਮਿਕਸਚਰ ਦੋ ਤੇ ਥੋੜੀ ਥੋੜੀ ਦੇਰ ਬਾਅਦ ਦੋ, ਉਹ ਹੋਮਿਓਪੈਥੀ ਦਾ ਪ੍ਰਿੰਸੀਪਲ ਨਹੀਂ ਹੈ। ਹੋਮਿਓਪੈਥੀ ਜਿਹੜੇ ਸਾਡੇ ਮਾਸਟਰ ਨੇ ਸਾਨੂੰ ਦੱਸੀ ਸੀ ਉਹ ਹੈ ਵੀ ਤੁਸੀਂ ਪੇਸ਼ੈਂਟ ਨੂੰ ਘੱਟੋ ਘੱਟ ਦਵਾਈ ਦੇਣੀ, ਮਤਲਬ ਜਿਹੜੀ ਉਹਦੀ ਇੰਡੀਕੇਟਡ ਦਵਾਈ ਹੈ। ਕਈ ਵਾਰ ਤਾਂ ਹੁੰਦਾ ਕਈ ਪੇਸ਼ੈਂਟ ਨੂੰ ਸਿਰਫ ਮਤਲਬ 1-2 ਡੋਜ਼ ਦੇ ਨਾਲ ਹੀ ਉਹਦੇ ਕਿੰਨੀ ਦੇਰ ਤੱਕ ਉਹਦਾ ਅਸਰ ਰਹਿੰਦਾ ਹੈ। ਤੇ ਇਸ ਲਈ ਇਹ ਗਲਤ ਹੈ ਵੀ ਮਤਲਬ ਉਹੀ ਹੈ ਕਈ ਜਿਹੜੇ ਜਿੱਦਾਂ मतलब लैक ऑफ प्रॉपर नॉलेज, वो सारे बहुत सारे कॉम्बिनेशन दे के कि बार-बार रिपीट करते रहो, वो एक मतलब गलत तरीका है होम्योपैथी ਦਾ ਜਿਹੜਾ ਪ੍ਰੈਕਟਿਸ ਕਰਨ ਦਾ। ਜੀ ਡਾਕਟਰ ਸਾਹਿਬ, ਇੱਕ ਲਿਕੁਇਡ ਵੀ ਆਂਦਾ ਤੁਹਾਡੇ ਹੋਮੋਪੈਥੀ ਦੇ ਵਿੱਚ, ਹੈ ਨਾ? ਹਾਂਜੀ, ਕਈ ਡਾਕਟਰਸ ਲਿਕੁਇਡ ਵੀ ਦਿੰਦੇ ਨੇ ਕਿ ਇੰਨੇ ਡ੍ਰੌਪ ਤੁਸੀਂ ਲੈਣੇ ਨੇ, ਕਿਉਂਕਿ ਮੇਰਾ ਵਿਸ਼ਵਾਸ ਬਹੁਤ ਹੈ ਹੋਮੋਪੈਥੀ ਦੇ ਵਿੱਚ। ਮੈਂ ਪਰਸਨਲ ਓਪੀਨੀਅਨ ਆਪਣੀ ਜੇ ਦੇਣੀ ਚਾਹਾਂ ਤੇ ਮੈਂ ਐਲੋਪੈਥੀ ਤੋਂ ਕੋਸਾਂ ਦੂਰ ਰਹਿਣਾ ਚਾਹੁੰਦੀ ਹਾਂ। ਮੈਂ ਅਰਦਾਸ ਕਰਦੀ ਹਾਂ ਪਰਮਾਤਮਾ ਕਿਸੇ ਨੂੰ ਵੀ ਇਹਨਾਂ ਦੇ ਪੱਲੇ ਨਾ ਪਾਵੇ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਸਵੇਰੇ ਉੱਠ ਕੇ ਕਿਹਾ ਕਰੋ ਕਾਲੇ ਕੋਟ ਤੋਂ ਤੇ ਚਿੱਟੇ ਕੋਟ ਤੋਂ ਪਰਮਾਤਮਾ ਬਚਾ ਕੇ ਰੱਖੀ। ਤੋ ਮੈਨੂੰ ਤੇ ਬਹੁਤ ਵਿਸ਼ਵਾਸ ਆ ਜਿਹੜਾ ਲਿਕੁਇਡ ਕੱਲਾ ਦੇਣਾ ਤੁਸੀਂ, ਹਨਾ, ਜਾਂ ਉਹਦੇ ਵਿੱਚ ਗੋਲੀਆਂ ਪਾਉਣ ਦਾ ਕੀ ਮਤਲਬ ਹੈਗਾ ਉਹਦਾ? ਜਾਂ ਤੁਸੀਂ ਉਹ ਸਿਰਫ ਕੌੜੀ ਦਵਾਈ ਹੁੰਦੀ ਆ ਮਿੱਠੇ ਕਰਕੇ ਪਾਉਂਦੇ ਹੋ, ਜਾਂ ਲਿਕੁਇਡ ਦਾ ਜ਼ਿਆਦਾ ਇਫੈਕਟ ਹੁੰਦਾ ਹੈ? ਇਹਦੇ ਬਾਰੇ ਥੋੜਾ ਜਿਹਾ ਸਾਨੂੰ ਖੁੱਲ ਕੇ। ਨਹੀਂ, ਇਹਦੇ ਵਿੱਚ ਕਿਦਾਂ ਹੁੰਦਾ, ਜਿਹੜੇ ਜਿੱਦਾਂ ਤੁਸੀਂ ਜੋ ਸਫੇਦ ਗੋਲੀਆਂ ਜਿਹੜੀਆਂ ਦਿਖੀਆਂ ਉਹ ਤਾਂ ਇੱਕ ਸਿੰਪਲ ਮੈਡੀਸਨ ਨੂੰ ਡਿਸਪੈਂਸ ਕਰਨ ਦਾ ਤਰੀਕਾ ਹੈ। ਉਹਦੇ ਵਿੱਚ ਮੈਡੀਸਿਨਲ ਕੁਆਲਿਟੀ ਕੁਝ ਵੀ ਨਹੀਂ ਹੈਗੀ, ਉਹ ਤਾਂ ਸਿੰਪਲ ਸੈਕ ਲੈਕ ਦੇ ਨਾਲ ਬਣਦੀ ਹੈ। ਜਿਹੜਾ ਲਿਕੁਇਡ ਹੈ ਐਕਚੁਅਲੀ ਦਵਾਈ ਉਹੀ ਹੁੰਦੀ ਹੈ। ਉਹ ਆਪਾਂ ਜਿੱਦਾਂ ਉਹਨੂੰ ਅਲੱਗ-ਅਲੱਗ ਹੈ ਵੀ ਕੋਈ ਕਹਿ ਦਿੰਦਾ ਕਿ ਚਲੋ ਪਾਣੀ 'ਚ ਪਾ ਕੇ ਲੈ ਲਓ, ਜੇ ਮਿੱਠੀ ਗੋਲੀਆਂ 'ਚ ਲੈ ਲਈਏ ਤਾਂ ਥੋੜੀ ਖਾਣ ਨੂੰ ਆਪਾਂ ਨੂੰ ਈਜ਼ੀ ਹੋ ਜਾਂਦੀ ਹੈ। ਕਿ ਜਿੱਦਾਂ ਅਗਰ ਲਿਕੁਇਡ 'ਚ ਲੈਣਾ ਕੈਰੀ ਕਰਨਾ ਉਹ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਤੇ ਉਹ ਗਲੋਬਿਊਲਸ ਦੇ ਵਿੱਚ ਤੁਸੀਂ ਕੈਰੀ ਕਰਕੇ ਤੇ ਬੱਚੇ ਵੀ ਖਾ ਸਕਦੇ ਆ, ਇਨਫੈਕਟ ਸ਼ੌਕ ਨਾਲ ਖਾਂਦੇ ਆ। ਹੋਮਿਓਪੈਥੀ ਦੀ ਦਵਾਈ ਤਾਂ ਬੱਚਿਆਂ ਨੂੰ ਬੜੀ ਚੰਗੀ ਲੱਗਦੀ ਹੈ, ਮਿੱਠੀ ਗੋਲੀਆਂ ਬਹੁਤ ਚੰਗੀ ਲੱਗਦੀ ਹੈ। ਨਹੀਂ, ਮੈਨੂੰ ਵੀ ਬਹੁਤ ਚੰਗੀ ਲੱਗਦੀ ਜੀ, ਕਿਉਂਕਿ ਮੈਨੂੰ ਬਹੁਤ ਵਿਸ਼ਵਾਸ ਹੈ ਹੋਮੋਪੈਥੀ ਦੇ ਉੱਪਰ ਔਰ ਆਯੁਰਵੈਦਿਕ ਦੇ ਉੱਪਰ ਬਹੁਤ ਵਿਸ਼ਵਾਸ ਹੈ। ਉਹ ਗੱਲ ਅਲੱਗ ਹੈ, ਅਸੀਂ ਨਵੇਂ ਜ਼ਮਾਨੇ ਦੇ ਦੌਰ ਵਿੱਚ ਜਾ ਕੇ ਅਸੀਂ ਇੱਕ ਬਿਮਾਰੀ ਨੂੰ ਠੀਕ ਕਰਨ ਲੱਗੇ ਹਜ਼ਾਰਾਂ ਬਿਮਾਰੀਆਂ ਨਾਲ ਲਾ ਲੈਂਦੇ ਹਾਂ। ਜਿੱਦਾਂ ਕਿ ਡਾਕਟਰ ਸਾਹਿਬ, ਜੇ ਐਮਰਜੈਂਸੀ ਏਦਾਂ ਦੀ ਪ੍ਰੋਬਲਮ ਆ ਜਾਵੇ, ਜਿੱਦਾਂ ਖੁਦਾ ਨਾ ਖਾਸਤਾ ਪਰਮਾਤਮਾ ਨਾ ਕਰੇ ਕਿ ਹਾਰਟ ਅਟੈਕ ਆ ਜਾਂਦਾ ਇੱਕਦਮ, ਕੋਲੇ ਕੋਈ ਡਾਕਟਰ ਐਲੋਪੈਥੀ ਜਾਂ ਕੋਈ ਏਦਾਂ ਦਾ ਕੁਝ ਨਹੀਂ ਹੈ, ਸਪੋਜ਼ ਕਰੋ ਤੁਸੀਂ ਨਜ਼ਦੀਕ, ਉਹਦੇ ਵਿੱਚ ਕੀ ਕਰੋਗੇ ਤੁਸੀਂ? ਉਹਦੇ ਵਿੱਚ ਅਸੀਂ ਜਿੱਦਾਂ ਹੋਮਿਓਪੈਥੀ ਦੇ ਵਿੱਚ ਦੋ ਜਿਹੜੇ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੁੰਦੀ ਹੈ, ਉਹਦੇ ਵਿੱਚ ਅਸੀਂ ਕਹਿੰਦੇ ਕਿ ਨਾਰਮਲੀ ਤੁਹਾਨੂੰ ਕਿ ਐਲੋਪੈਥਿਕ ਸਿਸਟਮ ਦੇ ਵਿੱਚ ਹੀ ਜਿਹੜੇ ਇਮੀਡੀਏਟ ਟ੍ਰੀਟਮੈਂਟ ਹੁੰਦਾ ਹੈ ਤੇ ਉੱਥੇ ਤਾਂ ਤੁਹਾਨੂੰ ਜਾਣਾ ਚਾਹੀਦਾ ਹੈ। ਪਰ ਉਸ ਦੌਰਾਨ ਜਿੱਦਾਂ ਰਸਤੇ ਦੇ ਵਿੱਚ ਜਦੋਂ ਤੁਸੀਂ ਡਾਕਟਰ ਕੋਲ ਅਜੇ ਨਹੀਂ ਪਹੁੰਚੇ, ਹਸਪੀਟਲ ਨਹੀਂ ਗਏ, ਤਾਂ ਉਹਦੇ ਵਿੱਚ ਵੀ ਹੋਮਿਓਪੈਥੀ ਦੇ ਵਿੱਚ ਕਈ ਇਹੋ ਜਿਹੀਆਂ ਹੈਗੀਆਂ ਦਵਾਈਆਂ, ਜਿੱਦਾਂ ਸਟ੍ਰੋਕ ਦੇ ਵਿੱਚ ਆਰਨਿਕਾ ਇੱਕ ਮੈਡੀਸਨ ਹੈ, ਉਹ ਕਈ ਵਾਰ ਮਤਲਬ ਬੜਾ ਅੱਛਾ ਉਹ ਰਿਜ਼ਲਟ ਦਿੰਦੀ ਹੈ। ਏਦਾਂ ਹੀ ਹਾਰਟ ਅਟੈਕ ਦੇ ਵਿੱਚ ਵੀ ਕ੍ਰੈਟੇਗਸ ਵਗੈਰਾ, ਕੈਕਟਸ ਵਗੈਰਾ ਬਹੁਤ ਸਾਰੀਆਂ ਦਵਾਈਆਂ ਹੈ ਜਿਹੜੀ ਤੁਸੀਂ ਦੋ ਤਾਂ ਪੇਸ਼ੈਂਟ ਦੀ ਜਾਨ ਬਚ ਸਕਦੀ ਹੈ। ਪਰ ਇਹ ਕਿ ਇਹ ਨਹੀਂ ਕਹਾਂਗੇ ਵੀ ਹਾਂ ਤੁਸੀਂ ਬਸ ਹੋਮਿਓਪੈਥੀ ਦੀ ਦਵਾਈ ਲੈ ਲਈ ਤਾਂ ਤੁਹਾਨੂੰ ਹੁਣ ਹਸਪੀਟਲ ਜਾਣ ਦੀ ਲੋੜ ਨਹੀਂ ਹੈ। ਉਹ ਚੀਜ਼ ਆਪਾਂ ਨਹੀਂ ਕਰ ਸਕਦੇ ਕਿਉਂਕਿ ਉਹ ਇੱਕ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੈ। ਪਰ ਵੈਸੇ ਹੋਮਿਓਪੈਥੀ ਦਾ ਮਤਲਬ ਤਾਂ ਕਾਫੀ ਅੱਛੇ, ਜਿੱਦਾਂ ਸਿੰਪਲ ਐਮਰਜੈਂਸੀ ਵੀ, ਜਿੱਦਾਂ ਤੁਸੀਂ ਕਿਤੋਂ ਬਾਹਰੋਂ ਕਿਤੋਂ ਖਾ ਪੀ ਕੇ ਆ ਗਏ ਤੇ ਤੁਹਾਡਾ ਪੇਟ ਖਰਾਬ ਹੋ ਗਿਆ ਤੇ ਗੈਸਟ੍ਰੋਐਂਟਰਾਈਟਿਸ ਹੋ ਗਿਆ, ਫੂਡ ਪੋਇਜ਼ਨਿੰਗ ਜਿੱਦਾਂ ਹੁੰਦੇ ਉਹਦੇ ਕੇਸਿਸ, ਉਹਦੇ ਵਿੱਚ ਤੁਸੀਂ ਹੋਮਿਓਪੈਥੀ ਦੇ ਵਿੱਚ ਕਾਫੀ ਅੱਛੀ ਦਵਾਈਆਂ ਨੇ ਵੀ ਜਦੋਂ ਤੁਸੀਂ ਉਹ ਜਿੱਦਾਂ ਲੈ ਲਓ ਤਾਂ ਤੁਹਾਨੂੰ ਹਸਪੀਟਲ ਜਾਣ ਦਾ ਵੀ ਉਹ ਡੀਹਾਈਡਰੇਸ਼ਨ ਵਗੈਰਾ ਦੇ ਚਾਂਸਸ ਨਹੀਂ ਹੁੰਦੇ। ਤੇ ਇਸ ਲਈ ਇਹ ਹੈ ਕਿ ਜੇ ਜ਼ਿਆਦਾ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੈ ਤੇ ਆਪਾਂ ਦਵਾਈ ਲੈ ਕੇ ਐ ਨਹੀਂ ਵੀ ਘਰੇ ਬੈਠੇ ਹੋ, ਦਵਾਈ ਲੈ ਲਓ ਤਾਂ ਤੁਹਾਡੀ ਜਾਨ ਉਹ ਹੈ ਕਿ ਬਚ ਸਕਦੀ ਹੈ ਜਿੱਦਾਂ ਹੋਮਿਓਪੈਥੀ ਦੀ ਦਵਾਈ ਲੈ ਕੇ। ਪਰ ਤੁਹਾਨੂੰ ਹੈ ਕਿ ਹਸਪੀਟਲ ਇੱਕ ਵਾਰ ਜ਼ਰੂਰ ਉਹਦੇ 'ਚ ਜਾਣਾ ਚਾਹੀਦਾ। ਜੀ ਡਾਕਟਰ ਸਾਹਿਬ।
ਥੈਂਕ ਯੂ ਡਾਕਟਰ ਸਾਹਿਬ, ਕਈ ਵਾਰੀ ਕਿੱਦਾਂ ਦੀ ਪ੍ਰੋਬਲਮ ਆ ਜਾਂਦੀ ਆ ਕਿ ਸਾਡਾ ਐਲੋਪੈਥੀ ਟ੍ਰੀਟਮੈਂਟ ਚੱਲਦਾ ਨਾਲ ਨਾਲ, ਹਨਾ, ਜਿੱਦਾਂ ਬਲੱਡ ਪ੍ਰੈਸ਼ਰ ਦੀ ਮੈਡੀਸਨ ਲਗਾ ਲਓ ਲੈਂਦੇ ਆ, ਤੇ ਜਾਂ ਫਿਰ ਹਾਰਟ ਦੀ ਕੋਈ ਅਸੀਂ ਲੈਂਦੇ ਆ, ਤੇ ਉਸ ਦੇ ਨਾਲ ਨਾਲ ਕੀ ਅਸੀਂ ਹੋਮੋਪੈਥੀ ਲੈ ਸਕਦੇ ਆ? ਇਹ ਦੋਨੋਂ ਪੈਰਲਲ ਚੱਲ ਸਕਦੀਆਂ ਨੇ ਜਾਂ ਕੋਈ ਸਾਨੂੰ ਮੈਡੀਸਨ ਰੱਖਣੀ ਚਾਹੀਦੀ ਹੈ? ਨਹੀਂ, ਦੋਨੋਂ ਨਾਲ ਨਾਲ ਇਹ ਮੈਡੀਸਨ ਚੱਲ ਸਕਦੀ ਹੈ, ਪਰ ਇਹਦੇ ਵਿੱਚ ਹੁੰਦਾ ਕਿ ਦੋਨੋਂ ਪੈਥੀ ਦੀ ਜਿਹੜੀ ਮੈਡੀਸਨ ਹੈ ਉਹਨਾਂ ਦੇ ਵਿੱਚ ਆਪਾਂ ਨੂੰ 1-1 ਘੰਟੇ ਦਾ ਥੋੜਾ ਗੈਪ ਰੱਖਣਾ ਹੈ। ਤੇ ਨਾਰਮਲੀ ਜਿੱਦਾਂ ਮੇਰੇ ਕੋਲ ਵੀ ਪੇਸ਼ੈਂਟ ਆਉਂਦੇ ਆ, ਕੋਈ ਜਿੱਦਾਂ ਐਲੋਪੈਥੀ ਦੀ ਦਵਾਈਆਂ ਕਈ ਸਾਲਾਂ ਤੋਂ ਲੈ ਕੇ ਆਉਂਦੇ ਆ, ਚਾਹੇ ਉਹ ਹਾਈ ਬਲੱਡ ਪ੍ਰੈਸ਼ਰ ਹੋਵੇ, ਡਾਇਬੀਟੀਜ਼ ਹੋਵੇ ਜਾਂ ਥਾਇਰਾਇਡ ਦੀ ਦਿੱਕਤ ਹੋਵੇ, ਤਾਂ ਉਹ ਹੈ ਕਿ ਪੇਸ਼ੈਂਟ ਕਈ 10 ਸਾਲਾਂ ਦੀ ਦਵਾਈ ਖਾ ਕੇ ਫਿਰ ਆਉਂਦੇ ਹੁੰਦੇ ਆ ਹੋਮਿਓਪੈਥੀ ਦੇ, ਤੇ ਉਹ ਦਵਾਈ ਆਪਾਂ ਇੱਕਦਮ ਬੰਦ ਨਹੀਂ ਕਰ ਸਕਦੇ ਜਿੱਦਾਂ, ਕਿਉਂਕਿ ਸਰੀਰ ਨੂੰ 10 ਸਾਲ ਦੇ ਵਿੱਚ ਉਹ ਮੈਡੀਸਨ ਦੀ ਆਦਤ ਹੋਈ ਹੁੰਦੀ ਹੈ। ਤੇ ਜੇ ਆਪਾਂ ਜਦੋਂ ਹੋਮਿਓਪੈਥੀ ਦਿੱਤੀ ਤੇ ਆਪਾਂ ਐਲੋਪੈਥੀ ਨੂੰ ਬੰਦ ਕਰਤਾ, ਤਾਂ ਇੱਕਦਮ ਉਹ ਵਾਇਲੈਂਟ ਜਿਹੜਾ ਰਿਐਕਸ਼ਨ ਹੁੰਦਾ ਬੋਡੀ ਦਾ, ਕਿ ਉਹਨੂੰ ਇੱਕ ਜਿੱਦਾਂ ਕਹਿੰਦੇ ਹੁੰਦੇ ਨਾ ਐਡਿਕਸ਼ਨ ਹੋ ਗਈ, ਉਹ ਐਲੋਪੈਥੀ ਦਵਾਈ ਦੀ ਵੀ ਐਡਿਕਸ਼ਨ ਹੋ ਗਈ। ਤੇ ਮੈਂ ਜਿੱਦਾਂ ਜਿਹੜੇ ਮੇਰੇ ਕੋਲ ਪੇਸ਼ੈਂਟ ਆਉਂਦੇ ਆ, ਉਹਨਾਂ ਨੂੰ ਮੈਂ ਹੌਲੀ ਹੌਲੀ ਉਹਨਾਂ ਦੀ ਜਿਹੜੀ ਐਲੋਪੈਥੀ ਦੀ ਡੋਜ਼ ਹੈ ਉਹ ਘਟ ਜਾਂਦੀ ਹੈ। ਜਿੱਦਾਂ ਬੀਪੀ ਦੀ ਹੈ, ਬੀਪੀ ਮੇਰੇ ਕੋਲ ਪੇਸ਼ੈਂਟ ਆਇਆ, ਉਹਨਾਂ ਨੂੰ ਮੈਂ ਆਪਣੀ ਦਵਾਈ ਸਟਾਰਟ ਕਰਤੀ, ਤੇ ਜਿਹੜੀ ਬੀਪੀ ਦੀ ਹੈ ਹਜੇ ਜਿੱਦਾਂ 1-1.5 ਮਹੀਨਾ ਉਦਾਂ ਹੀ ਖਾਣਗੇ, ਫਿਰ ਹੌਲੀ ਹੌਲੀ ਉਹਨੂੰ ਟੇਪਰ ਕਰ ਦਿੰਦੇ ਆ ਵੀ ਡੋਜ਼ ਘਟਾ ਦੋ, ਜਿੱਦਾਂ 5 ਤੋਂ 2.5 ਹੋ ਗਈ, 2.5 ਤੋਂ ਫਿਰ ਹੋਰ ਘਟਾ ਕੇ ਜਿੱਦਾਂ 1-1 ਦਿਨ ਕਰਕੇ ਜਾਂ ਦਿਨ 'ਚ 1 ਵਾਰ ਲੈ ਲਓ। ਤੇ ਫਿਰ ਹੌਲੀ ਹੌਲੀ ਕੀ ਹੁੰਦਾ ਕਿ ਤੁਹਾਡੀ ਜਿਹੜੀ ਐਲੋਪੈਥੀ ਦਵਾਈ ਹੈ ਉਹ ਬੰਦ ਹੋ ਜਾਂਦੀ ਹੈ। ਤੇ ਕੁਝ ਟਾਈਮ ਬਾਅਦ ਜਦੋਂ ਹੋਮਿਓਪੈਥੀ ਦੀ ਜਿਹੜੀ ਦਵਾਈ ਹੈ ਉਹਨੇ ਜਦੋਂ ਆਪਣਾ ਅਸਰ ਦਿਖਾਤਾ, ਜਦੋਂ ਤੁਹਾਡੇ ਅੰਦਰ ਵਾਈਟਲ ਫੋਰਸ ਦੇ ਵਿੱਚ ਪਾਵਰ ਆ ਗਈ, ਫਿਰ ਤੁਹਾਡੀ ਹੋਮਿਓਪੈਥੀ ਦਵਾਈ ਵੀ ਬੰਦ ਹੋ ਜਾਂਦੀ ਹੈ। ਤੇ ਤੁਸੀਂ ਮਤਲਬ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੋਨੋਂ ਲੈਣੀਆਂ ਪੈਣਗੀਆਂ, ਤੇ ਹੌਲੀ ਹੌਲੀ ਤੁਹਾਡੀ ਐਲੋਪੈਥी बंद हो जाएगी। जी डॉक्टर साहब, बहुत से लोगों का ये मानना है कि जो होम्योपैथी है इसमें स्टीरॉयड ज्यादा डाले जाते हैं। थोड़ा जा हिंदी टच ले आइए ना, आप याद कर ये बात तो सर झूठ है। ये एक्चुअली वो है कि जो दूसरी पैथी के जो डॉक्टर्स हैं, अब क्योंकि होम्योपैथी का ज्यादा थोड़ा वो होने लग गया, लोग इसकी तरफ बेंट होने लगे, उनका माइंड कि हाँ होम्योपैथी एक सेफ इफेक्टिव मेडिसिन है जिसका परमानेंट क्योर है। तो जो एलोपैथिक के सिस्टम के जो फिजिशियंस हैं, ये उनका ये है कि उन्होंने ये भ्रम डाल दिया कि हाँ उसमें तो स्टीरॉयड होते हैं तभी तो आप ठीक होते हो, या फिर वो कह लो कि जैसे कई ऐसे पेशेंट की लैक ऑफ नॉलेज है, जैसे उसे एग्जैक्टली पता नहीं तो किसी को असर हो गया तो उसने फैला दिया कि हाँ स्टीरॉयड है। बट अदरवाइज जो होम्योपैथी है ये एक बहुत ही ज्यादा सेफ है, बहुत मतलब इसका आप छोटे बच्चों को भी दे सकते हो, न्यूबॉर्न बेबीज को भी दे सकते हो, और बड़े बूढ़ों को भी, मतलब उतनों उन लोगों को भी दे सकते हो। इसका कोई भी ऐसा साइड इफेक्ट नहीं है बॉडी में। जैसे ये स्टीरॉयड की बात तो बिल्कुल गलत है, स्टीरॉयड तो होम्योपैथी में कभी यूज नहीं। ओके अच्छा डॉक्टर साहब, एक बात आ गई मेरे दिमाग में और कि हमारी बॉडी को स्टीरॉयड चाहिए तो कितना चाहिए, कुछ इसके बारे में बताएंगे? कई लोग एक्सेस स्टीरॉयड ले लेते हैं, एलोपैथी में भी स्टीरॉयड आता है। देखो कुछ ना कुछ स्टीरॉयड तो मेरा ख्याल है हर मेडिसिन में होता है, एलोपैथी में भी होता है स्टीरॉयड, है ना, और आयुर्वेदिक में भी स्टीरॉयड होता है, बहुत से लोग डालते हैं। कुछ ऐसे सामने भी आए केसेस ऐसे कि जिनको पकड़ा गया बाद में ज्यादा स्टीरॉयड देते थे। तो कुछ स्टीरॉयड तो चाहिए बॉडी को, बट कितना चाहिए, और अगर एक्सेस हो जाता है तो उसके क्या क्या साइड इफेक्ट्स हैं? जो स्टीरॉयड है बेसिकली वो क्या करता है, जो हमारा अंदर इम्यून सिस्टम है, यानी कि जो हमारे अंदर जो बीमारियों से लड़ने की जो रोग क्षमता है, उसको जो स्टीरॉयड है वो उसको दबा देता है। मतलब जैसे आप देखो कि सोरियासिस हुआ, एक ऑटो इम्यून प्रॉब्लम हुई, जितनी भी ऑटो इम्यून प्रॉब्लम है उसमें क्या है स्टीरॉयड दे देते हैं। या जैसे किसी को ब्रोंकाइटिस, सीवियर ब्रोंकाइटिस हुआ, उसमें भी वो क्या करते हैं कि उसको दबाने के लिए स्टीरॉयड दे देते हैं। स्टीरॉयड क्या करता है, आपको एकदम से इमीडिएट लगेगा कि हाँ मैं ठीक हो गया, बट उसने क्या किया, आपके इम्यून सिस्टम को दबा दिया, तो जो आपका जैसे प्रॉब्लम है वो एकदम से ठीक होगी। तो ये बॉडी के नीड के ऊपर है। तो इसमें पर एक बात ध्यान रखनी होती है कि जैसे अगर आप स्टीरॉयड कभी ले रहे हो तो उसको एकदम से बंद नहीं करते, जैसे थोड़ा उसको टेपर ऑफ करके, ताकि बॉडी से उसका इफेक्ट धीरे धीरे कम हो जाए। तो ये बॉडी के ऊपर है कि उसकी कैसी क्या प्रॉब्लम है, उसके ऊपर ये स्टीरॉयड मतलब वो प्रिस्क्राइब करते हैं। बट इसका ऐसे इनडिस्क्रिमिनेट यूज नहीं करना चाहिए कि हाँ आप अपने आप आपको पता चल गया,
जैसे ये चीज अभी कोरोना टाइम में बहुत हुई थी कि एक पेशेंट, जैसे उस टाइम पे लंग इन्फेक्शन हुआ तो ये मेड्रोल बहुत चला था, लोगों ने ले लेके अपने पास रख लिया था कि मेड्रोल ले लो, एकदम से कहीं निमोनिया हो गया तो फिर मिलेगा नहीं। एंड अपने आप थोड़ा सा लगा कि जैसे एंजाइटी से हुआ कि मुझे सांस नहीं आ रहा, सांस नहीं आ रहा, तो मेड्रोल खा लिया। तो ये बाद में जो ब्लैक फंगस वगैरह चला, ये तभी चला क्योंकि इनडिस्क्रिमिनेट यूज करके आपने स्टीरॉयड खाया और आपकी इम्यूनिटी जो है वो डाउन होगी, और आपने ऐसे ये जो दूसरे जो अपॉर्चुनिस्टिक इन्फेक्शन होती है वो आपको फिर इन्वेट करती है। तो इसलिए स्टीरॉयड नहीं, वैसे मतलब ऐसे इनडिस्क्रिमिनेट यूज उसका नहीं होना चाहिए बिल्कुल भी। डॉक्टर साहब, जैसे आपने अभी किडनी का बोला है ना, तो थायराइड है, लीवर प्रॉब्लम्स है, और भी हमारी बॉडी के अंदर बहुत सारी प्रॉब्लम्स हैं, तो क्या ये जितनी भी बीमारियां हैं जिनका इलाज हम कहते हैं कि एलोपैथी में है, ये सब बीमारियों का इलाज आपकी होम्योपैथी में है? लेकिन अगर मान लो कोई क्रिटिकल केस है, या थायराइड का है या लीवर का है, जैसे कि आजकल आपको पता ही है ये जिसको क्या बोलते हैं वो हाइपेटाइटिस बी, सी, काला पीलिया, ऐसी चीजें, ये सब चीजों का जो इलाज है क्या वो भी होम्योपैथी में है? अगर है तो वो कितना टाइम लेता है, उसके बारे में कुछ बता। इनका ये सब जो आपने अभी कंडीशंस बताए, ये जो क्रॉनिक कंडीशंस है, इसका होम्योपैथी में काफी अच्छा इलाज है। जैसे मेरे पास भी कई पेशेंट्स हैं, कई कैंसर के पेशेंट्स हैं, हाइपरथायरॉयडिज्म, हाइपोथायरॉयडिज्म के हैं, या किडनी फेलियर के पेशेंट भी हैं, तो उनका काफी अच्छा वो होम्योपैथी में है इफेक्ट, बहुत अच्छा मैंने देखा है। एक पेशेंट था मेरे पास, उसकी एक किडनी, जैसे मतलब उसको कैंसर वो था, कैंसर यूरेटर था, तो कैंसर यूरेटर उसका तो सारा एक साइड की किडनी यूरेटर रिमूव हो गई, दूसरी किडनी का उनका, क्योंकि एक ही किडनी पे चल रहे थे एंड पे साथ में कीमो की साथ में उसके भी इफेक्ट्स थे, तो उनका क्रिएटिनिन लेवल काफी ज्यादा बढ़ गया था, अराउंड 4 चला गया था। बट होम्योपैथी से वो अराउंड 3-4 महीने में ही वो 1 की रेंज में आ गया। तो ऐसे कंडीशंस में होम्योपैथी का काफी अच्छा वो है रिजल्ट। बट अगर जैसे आपने पूछा सवाल कि अब कितना टाइम लगता है, वो तो अब सब में एक इंडिविजुअलिटी है कि हमारे अंदर में जो हमारी इम्यून स्ट्रेंथ है वो कैसी है। हर दो जो इंसान है, हर दो इंसान है, उनकी अलग अलग अपनी फीचर्स हैं। तो जैसे कहते हैं ना फिंगरप्रिंट, तो मतलब किसी दो इंसान के सेम नहीं है, तो ऐसी जो इम्यूनिटी है वो भी हर एक की अलग अलग है। तो अगर इम्यून स्ट्रेंथ अलग अलग है तो फिर उसकी मतलब अब वो उसको मतलब लड़ने की क्षमता भी अलग अलग हुई। तो वही है कि किसी इंसान को मतलब 1 महीने में ही ठीक हो गया, किसी की पावर कम है तो उसको थोड़ा टाइम ज्यादा लगा, 6 महीने लग गए ऐसे। तो ये इंसान के ऊपर है इंडिविजुअलिटी, क्योंकि होम्योपैथी में हम जैसे ये इंडिविजुअलिटी के ऊपर ही लेते हैं। जैसे आप देखेंगे कि एक मेडिसिन है उसमें कितने कंडीशंस आते हैं, जैसे बेलाडोना ले लो, उसमें सारे आएंगे, सिर दर्द भी आएगा, गला खराब भी आएगा, बट डिपेंडिंग जो पेशेंट की इंडिविजुअलिटी है उसके ऊपर हम मेडिसिन देते हैं। तो इसलिए हम इंडिविजुअलाइजेशन पे ज्यादा वो स्ट्रेस देते हैं। जी डॉक्टर साहब, जिस तरह आजकल यूट्रिस ਦੀਆਂ ਜਿਹੜੀਆਂ ਬਿਮਾਰੀਆਂ ਨੇ ਬਹੁਤ ਵੱਧ ਰਹੀਆਂ ਨੇ, ਮੈਂ ਫਿਰ ਵਾਪਸ ਪੰਜਾਬੀ ਚ ਆ ਗਈ ਕਿਉਂਕਿ ਹੁਣ ਆਪਾਂ ਲੁਧਿਆਣੇ ਆ ਜਾਂਦੇ ਆ ਕਿ ਅੱਜਕੱਲ ਬਹੁਤ ਜ਼ਿਆਦਾ ਬਿਮਾਰੀਆਂ ਵੱਧ ਰਹੀਆਂ ਹੈਗੀਆਂ ਨੇ ਔਰ ਬੜੀ ਤਰ੍ਹਾਂ ਦੀਆਂ ਅਲੱਗ-ਅਲੱਗ ਫਾਈਬਰ ਹੋ ਰਿਹਾ ਜੀ, ਇਹ ਓਵਰੀ ਚ ਪ੍ਰੋਬਲਮ ਆ ਗਈ, ਰਾਈਟ ਓਵਰੀ, ਲੈਫਟ ਓਵਰੀ, ਜਾਂ ਜਿੱਦਾਂ ਵੀ, ਇਹਦਾ ਕੀ ਰੀਜ਼ਨ ਨੇ ਡਾਕਟਰ ਸਾਹਿਬ, ਔਰ ਇਹਦਾ ਇਲਾਜ ਜਿਹੜਾ ਹੈਗਾ ਤੁਹਾਡੇ ਹੋਮੋਪੈਥੀ ਦੇ ਕਿਸ हद तक इसका 100% हैगा या रिजल्ट कितना दे हैगा? आजकल ਜਿਹੜੀ ਤੁਸੀਂ ਕੋਈ ਵੀ ਬਿਮਾਰੀ ਲੈ ਲਓ, ਮਤਲਬ ਕਿਸੇ ਵੀ ਸਿਸਟਮ ਦੀ ਬਿਮਾਰੀ ਲੈ ਲਓ, ਉਹਦੇ ਪਿੱਛੇ ਜਿਹੜਾ ਮੇਨ ਜਿਹੜਾ ਕਾਰਨ ਹੈ ਉਹ ਇੱਕ ਤਾਂ ਹੈਗਾ ਸਟ੍ਰੈਸ। ਕਿਉਂਕਿ ਜਿੱਦਾਂ ਆਪਣੇ ਪੁਰਾਣੇ ਜ਼ਮਾਨੇ 'ਚ ਆਪਾਂ ਦੇਖਦੇ ਸੀਗੇ ਲੋਕ ਕੋਈ ਇੰਨਾ ਜ਼ਿਆਦਾ ਸਟ੍ਰੈਸ ਲੈਂਦੇ ਨਹੀਂ ਸੀਗੇ, ਜਿਹੜੇ ਆਪਣੇ ਵੱਡੇ ਵੱਡੇ ਸੀ ਉਹ ਮਤਲਬ ਆਪਣਾ ਲਾਈਫ ਆਰਾਮ ਨਾਲ मतलब एक टाइम का खादा ठीक है, मतलब लंबे लंबे सपने नहीं देखते सी हुण अजकल लाइफ च इन्ना ज्यादा स्ट्रेस हो गया, इन्ना ज्यादा कंपटीशन हो गया, मतलब एंड इमोशनलेस जितना लोग है, एंड प्लस तुसी देखोगे कि खाना पीना भी अपना मतलब ऐदा ही है जिन्हों आप कहने हैं कि हाँ आप अगर घर का भी खाइए ਉਹਦੇ ਚ ਵੀ ਪੈਸਟੀਸਾਈਡਸ हो गए, ये सारी चीज़ां ਜਿਹੜੀਆਂ ਸਾਰੀਆਂ लगा के ਇਹਦੇ ਨਾਲ ਜਿਹੜੀ ਆਪਣੀ ਇਮਿਊਨਿਟੀ ਹੈ ਉਹ ਕਾਫੀ ਡਾਊਨ ਹੋ ਜਾਂਦੀ ਹੈ। ਤੇ ਜਿਹੜਾ ਸਿਸਟਮ ਆਪਣਾ ਜਿਹੜਾ ਜਿੱਦਾਂ ਕਮਜ਼ੋਰ ਹੁੰਦਾ ਹੈ ਉਹਦੇ ਤੇ ਫਿਰ ਇਫੈਕਟ ਜ਼ਿਆਦਾ ਹੁੰਦਾ ਹੈ।
ਤਾਂ ਲੇਡੀਜ਼ ਦੇ ਜੀ ਹਾਰਮੋਨ ਇਸ਼ੂਜ਼ ਹੋ ਕਰਕੇ ਸਟ੍ਰੈਸ ਦੇ ਨਾਲ ਇਹ ਹਾਰਮੋਨਲ ਉਹਨਾਂ ਦਾ ਇੰਬੈਲੈਂਸ ਹੋ ਜਾਂਦਾ, ਜਿਹਦੇ ਕਾਰਨ ਫਿਰ ਇਹ ਮਤਲਬ ਉਹਨਾਂ ਨੂੰ ਦਿੱਕਤ ਆਉਂਦੀ ਹੈ, ਜਿੱਦਾਂ ਪੀਸੀਓਡੀ ਹੋ ਗਿਆ ਜਾਂ ਹੋਰ ਜਿੱਦਾਂ ਟਿਊਮਰ ਹੋ ਗਏ, ਇਹ ਸਾਰੇ ਦਿੱਕਤ ਤਾਂ ਉਹ ਆਉਂਦੀ ਹੈ ਵੀ ਸਟ੍ਰੈਸ ਤੇ ਪਲੱਸ ਜਿਹੜਾ ਆਪਣਾ ਖਾਣ ਪੀਣ, ਉਹ ਜਿਹੜਾ ਪੈਸਟੀਸਾਈਡ ਯੂਜ਼ ਇਹ ਸਭ, ਉਹਨਾਂ ਦੇ ਕਾਰਨ ਇਹ ਦਿੱਕਤ ਜ਼ਿਆਦਾ ਆਉਂਦੀ ਹੈ। ਤੇ ਹੋਮਿਓਪੈਥੀ ਚ ਵੀ ਇਹਦਾ ਕਾਫੀ ਅੱਛਾ ਇਲਾਜ ਹੈ, ਕਿਉਂਕਿ ਜਿੱਦਾਂ ਪੇਸ਼ੈਂਟ ਦੀ ਅਸੀਂ ਐਜ਼ ਅ ਹੋਲ ਪੂਰੀ ਹਿਸਟਰੀ ਲੈਂਦੇ ਹਾਂ। ਮਤਲਬ ਅਸੀਂ ਇਹ ਨਹੀਂ ਦੇਖਦੇ ਕਿ ਇੱਕ ਪੇਸ਼ੈਂਟ ਆਇਆ ਕਿ ਅੱਛਾ ਚਲੋ ਇਹਨੂੰ ਯੂਟਰਸ ਦੀ ਪ੍ਰੋਬਲਮ ਹੈ, ਸਪੈਸੀਫਿਕ ਜਦੋਂ ਵੀ ਹਾਂ ਚੱਲੀ ਕਦੋਂ ਆਈ, ਅਸੀਂ ਐਜ਼ ਅ ਹੋਲ ਪੇਸ਼ੈਂਟ, ਜਿੱਦਾਂ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਤਾਂ ਉਹਨਾਂ ਦੀ ਪ੍ਰੋਪਰ ਹਿਸਟਰੀ ਲੈਂਦੇ ਆ। ਹਿਸਟਰੀ ਦੇ ਵਿੱਚ ਉਹਦੀ ਪਾਸਟ ਹਿਸਟਰੀ ਵੀ ਦੇਖੀ ਜਾਂਦੀ ਹੈ, ਉਹਦੀ ਹੁਣ ਉਹਨੂੰ ਕਿਹੜੀ ਦਿੱਕਤ ਹੋਈ, ਮਤਲਬ ਉਹਦੀ ਪੂਰੀ ਡਿਟੇਲ ਜਿੱਦਾਂ ਕੀ ਕਿਹਦੇ ਨਾਲ ਵੱਧਦੀ ਹੈ, ਕਿਹਦੇ ਨਾਲ ਘਟਦੀ ਹੁੰਦੀ ਹੈ। ਤੇ ਨੇਚਰ ਨੂੰ ਵੀ ਅਸੀਂ ਪੂਰਾ ਧਿਆਨ ਦਿੰਦੇ ਹਾਂ, ਕਿੱਦਾਂ ਦੀ ਨੇਚਰ ਹੈ, ਖਾਣ ਪੀਣ ਨੂੰ ਕੀ ਅੱਛਾ ਲੱਗਦਾ ਹੈ, ਨੀਂਦ ਕਿੱਦਾਂ ਦੀ ਹੈ, ਉਹ ਸਾਰੀ ਚੀਜ਼ਾਂ ਜਦੋਂ ਆਪਾਂ ਜਾਣਦੇ ਹਾਂ, ਉਹਦੇ ਨਾਲ ਇੱਕ ਪੂਰੀ ਕੰਪਲੀਟ ਡਰਗ ਪਿਕਚਰ ਆਪਣੇ ਕੋਲ ਆਉਂਦੀ ਹੈ। ਤੇ ਉਹਦੇ ਨਾਲ ਜਿਹੜੀ ਦਵਾਈ ਦਿੰਦੇ ਆ, ਉਹਦੇ ਨਾਲ ਫਿਰ ਲੰਬਾ ਮਤਲਬ ਇਹ ਹੈ ਕਿ ਪਰਮਾਨੈਂਟ ਇਲਾਜ ਹੁੰਦਾ ਹੈ। ਐਦਾਂ ਨਹੀਂ ਵੀ ਹਾਂ ਤੁਸੀਂ ਖਾਓ ਤਾਂ ਤੁਸੀਂ ਠੀਕ ਹੋ, ਜਦੋਂ ਤੁਸੀਂ ਛੱਡਤੀ ਤਾਂ ਫਿਰ ਤੁਸੀਂ ਉਦਾਂ ਹੀ ਹੋ। ਤੇ ਇਸ ਕਾਰਨ ਇਹ ਹੈ ਕਿ ਬਹੁਤ ਅੱਛੇ ਰਿਜ਼ਲਟ ਹੈ। ਮਤਲਬ ਕਈ ਮੈਂ ਇਨਫਰਟੀਲਿਟੀ ਦੇ ਕੇਸਿਸ ਵੀ ਉਹ ਦੇਖਿਆ, ਪੀਸੀਓਡੀ ਦੇ ਕਾਰਨ ਇਨਫਰਟੀਲਿਟੀ ਦੀ ਬੜੀ ਦਿੱਕਤ ਆਉਂਦੀ ਹੈ, ਤੇ ਉਹ ਵੀ ਕਈ ਹੋਮਿਓਪੈਥੀ ਦੀ ਦਵਾਈ ਨਾਲ ਬੜੇ ਅੱਛੇ ਰਿਜ਼ਲਟ ਉਹਦੇ ਵਿੱਚ ਆਏ ਨੇ। ਡਾਕਟਰ ਸਾਹਿਬ ਪਰਮਾਨੈਂਟ ਇਲਾਜ ਹੈ, ਮਤਲਬ ਕਿ ਇਹ ਤੁਸੀਂ ਜੜ ਤੋਂ ਚੱਕ ਦਿੰਦੇ ਹੋ ਇਹਨਾਂ ਬਿਮਾਰੀਆਂ ਨੂੰ? ਜੀ 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 ਬਿਲਕੁਲ। ਡਾਕਟਰ ਸਾਹਿਬ ਅੱਜ ਦੀ ਜਿਹੜੀ ਯੰਗ ਜਨਰੇਸ਼ਨ ਹੈਗੀ ਆ, ਉਹਨਾਂ ਨੂੰ ਇੱਕ ਹੋਰ ਬੜੀ ਪ੍ਰੋਬਲਮ ਆ ਰਹੀ ਆ, ਮੈਰਿਜ ਹੁੰਦੀ ਹੈ ਤੇ ਉਸ ਤੋਂ ਬਾਅਦ 6-6 7-7 ਸਾਲ 8-8 ਸਾਲ ਕਨਸੀਵ ਨਹੀਂ ਕਰ ਪਾਉਂਦੇ ਬੱਚੇ। ਲੜਕੀਆਂ ਨੂੰ ਪ੍ਰੋਬਲਮ ਆਉਂਦੀ ਹੈ, ਦੋਨੋਂ ਤਰਫ ਆਉਂਦੀ ਹੈ, ਤਾਂ ਉਹ ਟੈਸਟ ਵੀ ਕਰਵਾਉਂਦੇ ਨੇ, ਉਹ ਆਪਣੇ ਟ੍ਰੀਟਮੈਂਟ ਵੀ ਕਰਾਉਂਦੇ ਨੇ, ਉਹਨਾਂ ਦੀਆਂ ਰਿਪੋਰਟਸ ਵੀ ਠੀਕ ਆਉਂਦੀਆਂ ਨੇ, ਸਾਰਾ ਕੁਝ ਉਹਨਾਂ ਦਾ ਠੀਕ ਆਉਂਦਾ, ਬਟ ਕੀ ਵਜ੍ਹਾ ਹੈਗੀ ਹੈ ਕਿ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਉਹ ਜਿੱਦਾਂ ਕਨਸੀਵ ਕਰਨ ਦੇ ਵਿੱਚ ਕਈ ਜਿੱਦਾਂ ਮਤਲਬ ਉਹਦੇ ਪਿੱਛੇ ਜਿਹੜੇ ਕਹਿੰਦੇ ਉਹਨੇ ਕਈ ਮਲਟੀਫੈਕਟੋਰੀਅਲ ਉਹ ਹੁੰਦਾ ਹੈ। ਜਿੱਦਾਂ ਕਈ ਵਾਰ ਤਾਂ ਉਹ ਵੀ ਹੁੰਦਾ ਵੀ ਜਿੱਦਾਂ ਪਹਿਲਾਂ ਕਈ ਅੱਜ ਕੱਲ ਲੋਕਾਂ ਨੂੰ ਤੁਸੀਂ ਦੇਖਿਆ ਹੋਣਾ ਕਪਲ ਦੇ ਵਿੱਚ ਇਹ ਹੋ ਜਾਂਦਾ ਹੈ ਵੀ ਉਹ ਪਹਿਲਾਂ ਹੀ ਉਹ ਫੈਮਿਲੀ ਪਲੈਨਿੰਗ ਸ਼ੁਰੂ ਹੋ ਜਾਂਦੇ ਹੈ ਕਿ ਹਾਂ ਹੁਣ ਆਪਾਂ ਇੰਨੇ ਮਤਲਬ 7-8 ਸਾਲ ਆਪਾਂ ਕਰਨਾ ਹੀ ਨਹੀਂ, ਆਪਾਂ ਕਰੀਅਰ ਤੇ ਧਿਆਨ ਦੇਣਾ। ਉਹਦੇ ਨਾਲ ਵੀ ਕਈ ਵਾਰ ਇਹ ਹੁੰਦਾ ਵੀ ਬਿਨਾਂ ਤੁਹਾਡੇ ਕੋਈ ਪੈਥੋਲੋਜੀਕਲ ਦੈਟ ਇਜ਼ ਇੱਕ ਡਿਫਰੈਂਟ ਸੋਚ ਹੁੰਦੀ ਆ ਕਿ ਅਸੀਂ 2 ਸਾਲ 4 ਸਾਲ 5 ਸਾਲ ਬੇਬੀ ਨਹੀਂ ਚਾਹੀਦਾ ਸਾਨੂੰ, ਬਟ ਕੁਝ ਇਹੋ ਜਿਹੇ ਕੇਸਿਸ ਵੀ ਹੈ ਡਾਕਟਰ ਸਾਹਿਬ ਜਿਹੜੇ ਉਸ ਟਾਈਮ ਤੋਂ ਬਾਅਦ ਵੀ ਮਤਲਬ ਚਾਹੁੰਦੇ ਨੇ ਫਿਰ ਉਹ, ਤੇ ਲੇਕਿਨ ਉਸ ਟਾਈਮ ਉਹ ਨਹੀਂ ਸਫਲ ਹੋ ਪਾਉਂਦੇ, ਉਹਦਾ ਕੀ ਰੀਜ਼ਨ ਹੈ ਡਾਕਟਰ ਸਾਹਿਬ? ਉਹਦੇ ਪਿੱਛੇ ਉਹਨਾਂ ਦੀ ਏਜ, ਜਿੱਦਾਂ ਏਜ ਜਿਹੜੀ ਹੈ ਮਦਰ ਦੀ, ਉਹ ਬੜੀ ਇਹਦੇ ਵਿੱਚ ਉਹ ਕਰਦੀ ਹੈ। ਜਿੱਦਾਂ ਜਦੋਂ ਤੁਸੀਂ ਅਬਵ 30 ਹੋ ਜਾਂਦੇ ਹੋ ਤਾਂ ਫਿਰ ਥੋੜੀ ਤੁਹਾਨੂੰ ਪ੍ਰੈਗਨੈਂਸੀ ਦੇ ਵਿੱਚ ਦਿੱਕਤ ਆਣੀ ਸਟਾਰਟ ਹੋ ਜਾਂਦੀ ਹੈ। ਮਤਲਬ ਤੁਹਾਡੇ ਇਦਾਂ ਦੇ, ਚਾਹੇ ਤੁਸੀਂ ਉਹਨੂੰ ਹਾਰਮੋਨਲ ਇਸ਼ੂਜ਼ ਲੈ ਲਓ ਕਿ ਵਿਦ ਏਜ ਜਿੱਦਾਂ ਆਪਣੇ ਹਾਰਮੋਨਸ ਜਿਹੜੇ ਆ ਉਹ ਘਟਦੇ ਰਹਿੰਦੇ ਆ, ਤੇ ਕੁਝ ਹੋਰ ਹਾਰਮੋਨਲ ਇਸ਼ੂਜ਼ ਹੋ ਜਾਂਦੇ ਆ, ਉਹਦੇ ਕਾਰਨ ਫਿਰ ਦਿੱਕਤ ਆਣੀ ਸਟਾਰਟ ਹੋ ਜਾਂਦੀ। ਮਤਲਬ ਨਾਰਮਲੀ ਜੇ ਤੁਹਾਨੂੰ ਕੋਈ ਪੈਥੋਲੋਜੀਕਲ ਇਸ਼ੂਜ਼ ਨਹੀਂ ਹੈਗੇ ਤਾਂ ਕਈ ਵਾਰ ਇਹ ਹੁੰਦਾ ਵੀ ਤੁਹਾਨੂੰ ਇਹ ਹਾਰਮੋਨਲ ਇਸ਼ੂਜ਼ ਦੇ ਕਾਰਨ ਪ੍ਰੋਬਲਮ ਆ, ਜਿਹੜੇ ਦੇ ਵਿੱਚ ਤੁਸੀਂ ਕਨਸੀਵ ਨਹੀਂ ਕਰ ਪਾਉਂਦੇ। ਜੀ, ਤੇ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਸਾਡੇ ਖਾਣ ਪੀਣ ਤੇ ਔਰ ਸਾਡੀ ਰੋਜ਼ਮਰਾ ਲਾਈਫ ਦੇ ਉੱਤੇ। ਜੀ ਜੇ ਅਸੀਂ ਕਿਸ ਤਰ੍ਹਾਂ ਦੀ ਆਪਣੀ ਲਾਈਫ ਰੂਟੀਨ ਰੱਖੀ ਹੋਈ ਹੈ, ਕਿਸ ਤਰ੍ਹਾਂ ਦਾ ਖਾਣਾ ਪੀਣਾ ਰੱਖਿਆ ਹੋਇਆ ਹੈ, ਕਿਉਂਕਿ ਅਸੀਂ ਜੇ ਪਹਿਲੇ ਜ਼ਮਾਨੇ ਦੀ ਗੱਲ ਕਰੀਏ ਤੇ ਦੇਖਿਆ ਕਿ ਉਧਰੋਂ ਧੀ ਵਿਆਹੀ ਹੁੰਦੀ ਸੀਗੀ, ਨੂੰਹ ਆਈ ਹੁੰਦੀ ਸੀ, ਤੇ ਫੇਰ ਵੀ ਕਹਿ ਲਓ ਇੱਕ ਪੁਰਾਣੀਆਂ ਬੋਲੀਆਂ ਵੀ ਹੈਗੀਆਂ, ਸੱਸ ਘਰ ਪੁੱਤ ਜੰਮਿਆ, ਹੈਨਾ। ਤੇ ਇਹ ਕੇਸਿਸ ਆਪਾਂ ਦੇਖੇ ਵੀ ਆ ਪੁਰਾਣੇ ਜ਼ਮਾਨੇ ਦੇ ਵਿੱਚ, ਤੇ ਨੂੰਹ ਵੀ ਆਈ ਹੈ, ਜਵਾਈ ਵੀ ਆਇਆ, ਫੇਰ ਵੀ ਬੱਚੇ ਮਤਲਬ ਮਦਰ ਦੇ ਬੱਚਾ ਹੋ ਰਿਹਾ। ਇਹ ਪੁਰਾਣੇ ਜ਼ਮਾਨੇ ਦੀ ਸੀ, ਤੇ ਅੱਜ 30 ਸਾਲ ਤੋਂ ਬਾਅਦ ਇਹ ਜਿਹੜੀ ਪ੍ਰੋਬਲਮ ਆਉਣ ਲੱਗੀ ਹੈ, ਇਹ ਸਾਡੇ ਆਪਣੇ ਜਿਹੜਾ ਸਾਡਾ ਲਾਈਫ ਸਟਾਈਲ ਹੈ, ਤੁਹਾਡੇ ਕਹਿਣ ਤੋਂ ਭਾਵ ਹੈ ਵੀ ਉਹ ਕਾਰਨ ਹੈਗਾ। ਹਾਂਜੀ ਹਾਂਜੀ, ਬੇਸਿਕਲੀ ਉਹੀ ਇਹ ਲਾਈਫ ਸਟਾਈਲ, ਉਹੀ ਪ੍ਰੋਬਲਮਸ ਹੁੰਦੀਆਂ ਸਾਰੀਆਂ। ਮਤਲਬ ਕਈ ਵਾਰ ਇਹ ਹੁੰਦਾ ਵੀ ਤੁਹਾਨੂੰ ਪੈਥੋਲੋਜੀ 'ਚ ਕੁਝ ਵੀ ਨਹੀਂ ਦਿਖਦਾ, ਬਟ ਇਹ ਹੈ ਕਿ ਇਹ ਲਾਈਫ ਸਟਾਈਲ, ਆਪਣਾ ਜੀਣ ਦਾ ਤਰੀਕਾ, ਉਹਦੇ ਕਾਰਨ ਇਹ ਚੀਜ਼, ਜਾਂ ਸਟ੍ਰੈਸ ਮੰਨ ਲਓ, ਸਟ੍ਰੈਸ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਤੁਸੀਂ ਕੁਝ ਵੀ ਤੁਹਾਡੇ ਮਤਲਬ ਚਾਹੇ ਤੁਹਾਨੂੰ ਪ੍ਰੋਫੈਸ਼ਨ ਦਾ ਸਟ੍ਰੈਸ ਹੈ, ਚਾਹੇ ਤੁਹਾਨੂੰ ਘਰ ਦੇ ਵਿੱਚ ਕੋਈ ਇਸ਼ੂਜ਼ ਹੈਗੇ ਨੇ, ਉਹਦੇ ਕਾਰਨ, ਕਿਉਂਕਿ ਅੱਗੇ ਇਹ ਚੀਜ਼ਾਂ ਇੰਨੀਆਂ ਹੁੰਦੀਆਂ ਨਹੀਂ ਸੀਗੀਆਂ। ਹੁਣ ਅੱਜ ਕੱਲ ਕੰਪੀਟੀਸ਼ਨ ਹੈ ਬਹੁਤ ਜ਼ਿਆਦਾ, ਜਾਂ ਇਮੋਸ਼ਨਸ ਵੀ ਅੱਜ ਕੱਲ ਲੋਕਾਂ ਦੇ ਵਿੱਚ ਬੜੇ ਘੱਟ ਨੇ। ਪਹਿਲਾਂ ਤਾਂ ਬੜਾ ਪਿਆਰ ਹੁੰਦਾ ਸੀਗਾ, ਹੁਣ ਤਾਂ ਚਲਦੀਆਂ ਫਿਰਦੀਆਂ ਅਸੀਂ ਪੱਥਰ ਦੇ ਬੁੱਤ ਬਣ ਕੇ ਰਹਿ ਚੁੱਕੇ ਹਾਂ, ਔਰ ਸਾਡੇ ਅੰਦਰੋਂ ਇਮੋਸ਼ਨਸ ਖਤਮ ਹੋ ਚੁੱਕੇ ਨੇ। ਬਿਲਕੁਲ 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 ਜੀ। ਡਾਕਟਰ ਸਾਹਿਬ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਸਟ੍ਰੈਸ ਦੀ, ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗੀ ਦੋਸਤੋ, ਡਾਕਟਰ ਸਾਹਿਬ ਉਹਨਾਂ ਦੇ ਸਟ੍ਰੈਸ ਕਹਿਣ ਤੋਂ ਯਾਦ ਆ ਗਿਆ
ਤੇ ਡਿਪਰੈਸ਼ਨ ਦੇ ਵੀ ਬੜੇ ਰਿਮੂਵ ਕਰਨ ਦੇ ਮਾਹਰ ਨੇ, ਬੜੇ ਡਿਪਰੈਸ਼ਨ ਨੂੰ ਲੈ ਕੇ ਵੀ ਇਹ ਬੜੀ ਕਾਉਂਸਲਿੰਗ ਤੇ ਬੜੇ ਟ੍ਰੀਟਮੈਂਟ ਦਿੰਦੇ ਨੇ। ਉਹਦੇ ਤੇ ਆਪਾਂ ਗੱਲ ਫੇਰ ਕਿਸੇ ਦਿਨ ਰੱਖਾਂਗੇ। ਅੱਜ ਉਸ ਦਿਨ ਮੈਡਮ ਤੁਹਾਡਾ ਡਾਕਟਰ ਸਾਹਿਬ ਅਸੀਂ ਤੁਹਾਡਾ ਸਪੈਸ਼ਲੀ ਉਹੀ ਇੱਕ ਟੌਪਿਕ ਰੱਖਾਂਗੇ। ਤੇ ਲੇਕਿਨ ਜਿਹੜੀ ਗੱਲ ਤੁਸੀਂ ਸਟ੍ਰੈਸ ਦੀ ਕਹਿ ਰਹੇ ਹੋ ਇਹ ਬਿਲਕੁਲ ਤੁਹਾਡੀ ਵਾਜਬ ਹੈਗੀ ਆ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਸਾਦਾ ਖਾਣਾ, ਸਾਦਾ ਰਹਿਣਾ, ਬਿਲਕੁਲ ਦੱਸਿਆ ਕੋਈ ਕੰਪੀਟੀਸ਼ਨ ਨਹੀਂ ਸੀਗਾ। ਤੇ ਅੱਜ ਅਸੀਂ ਫੀਲਿੰਗਲੈਸ ਵੀ ਹੋ ਚੁੱਕੇ ਹਾਂ, ਔਰ ਅਸੀਂ ਇਹ ਵੀ ਸੋਚਦੇ ਹਾਂ ਕਿ ਵੀ ਬਾਹਰ ਦਾ ਜ਼ਿਆਦਾ ਖਾਈਏ। ਤੇ ਉਹਦੇ ਘਰੇ ਆ ਹੋਇਆ, ਮੇਰੇ ਘਰੇ ਕਿਉਂ ਨਹੀਂ, ਉਹਦੇ ਕੋਲੇ ਵੱਡੀ ਗੱਡੀ ਆ, ਮੇਰੇ ਕੋਲੇ ਕਿਉਂ ਨਹੀਂ। ਇਹ ਚੀਜ਼ਾਂ ਸਾਨੂੰ ਨਹੀਂ ਢੰਗ ਨਾਲ ਜੀਣ ਦੇ ਰਹੀ। ਅੱਛਾ ਡਾਕਟਰ ਨੇ ਸੁਣਿਆ ਕਿ ਹੋਮੋਪੈਥੀ ਦੇ ਵਿੱਚ ਪਰਹੇਜ਼ ਬੜੇ ਨੇ, ਕੌਫੀ ਨਹੀਂ ਪੀਣੀ, ਲਸਣ ਨਹੀਂ ਖਾਣਾ, ਪਿਆਜ਼ ਨਹੀਂ ਖਾਣਾ ਵਗੈਰਾ ਵਗੈਰਾ। ਇਹ ਕਿਸ ਤਰ੍ਹਾਂ, ਮਤਲਬ ਕੀ ਵਾਕਿਆ ਹੀ ਇਹ ਪਰਹੇਜ਼ ਸਾਰੇ ਜ਼ਰੂਰੀ ਹੈਗੇ ਨੇ ਜਾਂ ਕਿੱਦਾਂ? ਇਹਦੇ ਬਾਰੇ ਕੁਝ ਦੱਸੋ। ਹੋਮਿਓਪੈਥੀ ਦੇ ਵਿੱਚ ਜਿਹੜੀ ਮੈਡੀਸਨ ਜਿਹੜੀ ਹੈਗੀ ਹੈ ਉਹ ਆਪਣੇ ਜਿੱਦਾਂ ਟੰਗ ਦੇ ਉੱਪਰ ਜਿਹੜੇ ਨਰਵਸ ਹੁੰਦੇ ਆ ਉਹਦੇ ਥਰੂ ਐਕਟ ਕਰਦੀ ਹੈ, ਨਰਵਸ ਸਿਸਟਮ ਦੇ। ਤੇ ਇਹਦੇ ਵਿੱਚ ਕੀ ਹੁੰਦਾ ਵੀ ਜਿੱਦਾਂ ਆਪਾਂ ਕੋਈ ਸਟਰੋਂਗ ਸਮੈਲਿੰਗ ਸਬਸਟੈਂਸ ਹੋਇਆ, ਜਿੱਦਾਂ ਪਿਆਜ਼ ਖਾ ਲਿਆ, ਲਸਣ ਖਾ ਲਿਆ, ਤਾਂ ਉਹਦੇ ਨਾਲ ਥੋੜਾ ਉਹ ਜਿੱਦਾਂ ਇਫੈਕਟ ਥੋੜਾ ਘਟ ਜਾਂਦਾ ਹੈ। ਤੇ ਆਪਾਂ ਨੂੰ ਇਹ ਕੀ ਹੈ ਉਹਦੇ ਤੇ ਥੋੜਾ ਜਿਹਾ ਬਸ ਗੈਪ ਰੱਖਣ ਦੀ ਲੋੜ ਹੈ ਕਿ ਜਿੱਦਾਂ ਤੁਸੀਂ ਕੁਝ ਦਵਾਈ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਚੋਂ ਕੁਝ ਉਦੋਂ ਇਹੋ ਜਿਹਾ ਕੋਈ ਸਟਰੋਂਗ ਸਮੈਲਿੰਗ ਸਬਸਟੈਂਸ ਨਹੀਂ ਖਾਣਾ। ਅਦਰਵਾਈਜ਼ ਮਤਲਬ ਜਿੱਦਾਂ ਕਈ ਵਾਰ ਤੁਸੀਂ ਆਹੀ ਜਿੱਦਾਂ ਤੁਸੀਂ ਹੁਣ ਕਿਹਾ ਕਿ ਕਾਫੀ ਦੇ ਵਿੱਚ ਮਤਲਬ ਜਿਹੜੇ ਸਟਿਮੂਲੇਟਿੰਗ ਸਬਸਟੈਂਸਸ ਹੁੰਦੇ ਆ, ਕਾਫੀ, ਟੀ ਵਗੈਰਾ, ਇਹ ਜਿਹੜਾ ਮਤਲਬ ਇਹ ਕਹਿੰਦੇ ਕਿ ਹੋਮਿਓਪੈਥੀ ਅਸਰ ਨਹੀਂ ਕਰਦੀ, ਪਰ ਇਹ ਸਹੀ ਹੈ ਨਹੀਂ ਹੈ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਸਾਊਥ ਇੰਡੀਆ ਦੇ ਵਿੱਚ 70 ਤੋਂ 80% ਲੋਕ ਕਾਫੀ ਉਹ ਤਾਂ ਦਿਨ ਵਿੱਚ 3-3 4-4 ਵਾਰ ਪੀਂਦੇ ਆ ਫਿਲਟਰ ਕਾਫੀ। ਪਰ ਇਹ ਹੈ ਕਿ ਅਸਰ ਉੱਥੇ ਵੀ ਪੂਰੀ ਕਰਦੀ ਹੈ। ਹੋਮਿਓਪੈਥੀ ਦਾ ਉਹਦਾ ਏਦਾਂ ਕੋਈ ਲਿੰਕ ਨਹੀਂ ਹੈਗਾ ਵੀ ਹਾਂ ਤੁਸੀਂ ਇਹ ਬਿਲਕੁਲ ਹੀ ਛੱਡ ਦੇਣਾ, ਵੀ ਬਿਲਕੁਲ ਹੀ ਪਰਹੇਜ਼ ਹੈ, ਏਦਾਂ ਨਹੀਂ ਹੈਗਾ। ਤੇ ਤੁਸੀਂ ਇਹ ਜਾਣ ਕੇ ਹੈਰਾਨ ਘੱਟ ਕਰ ਸਕਦੇ ਆ। ਹਾਂ, ਬਸ ਇਹ ਗੈਪ ਰੱਖਣਾ ਹੈ ਕਿ ਤੁਸੀਂ ਇਹ ਹੈ ਕਿ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਚ ਉਹ ਚੀਜ਼ ਦਾ ਧਿਆਨ ਰੱਖਣਾ ਵੀ ਤੁਸੀਂ ਹੁਣ ਦਵਾਈ ਖਾਈ ਹੈ ਤੇ ਤੁਹਾਡਾ ਉਹ ਥੋੜਾ ਅੱਧਾ ਘੰਟਾ ਪਹਿਲਾਂ ਬਾਅਦ ਦਾ ਬਸ ਪਰਹੇਜ਼ ਹੈ। ਉਸ ਤੋਂ ਵੈਸੇ ਤੁਸੀਂ ਮਤਲਬ ਖਾ ਸਕਦੇ ਹੋ, ਕੋਈ ਏਦਾਂ ਪਰਹੇਜ਼ ਨਹੀਂ ਹੈਗਾ। ਤੇ ਤੁਹਾਨੂੰ ਲਸਣ ਦਾ ਨਾ ਪਿਆਜ਼ ਦਾ, ਹਾਂ ਨਾ ਕੁਝ ਵੀ ਨਹੀਂ ਹੈਗਾ। ਮਤਲਬ ਉਹ ਜ਼ਿਆਦਾਤਰ ਸੁਣਦੇ ਕੱਚਾ ਪਿਆਜ਼ ਖਾਂਦੇ ਆ, ਉਹਦੀ ਸਮੈਲ ਆਉਂਦੀ ਆ, ਜਾਂ ਹੋਰ ਫ੍ਰੈਗਨੈਂਸ ਦੀਆਂ ਕੋਈ ਚੀਜ਼ਾਂ, ਜਾਂ ਕਿੱਦਾਂ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ। ਬਸ ਅੱਧੇ ਪੌਣੇ ਘੰਟੇ ਤੱਕ ਉਹ ਤਾਂ ਹੀ ਉਹੀ ਹੈ ਵੀ ਜੇ ਤੁਸੀਂ ਉਹਨੂੰ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਬਾਅਦ ਚ ਉਹਦਾ ਗੈਪ ਰੱਖ ਲਓਗੇ ਤਾਂ ਮੈਡੀਸਨ ਤੁਹਾਡੀ ਐਕਟ ਕਰ ਲੇਗੀ। ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਉਹਨੂੰ। ਜਿੱਦਾਂ ਤੁਸੀਂ ਮਤਲਬ ਹੈਰਾਨ ਹੋਗੇ ਕਿ ਹੋਮਿਓਪੈਥੀ ਦੇ ਵਿੱਚ ਜਿੱਦਾਂ ਕਹਿੰਦੇ ਨੇ ਕਾਫੀ ਅਸਰ ਮਤਲਬ ਘੱਟ ਕਰਦੀ ਹੈ, ਪਰ ਹੋਮਿਓਪੈਥੀ ਦੇ ਵਿੱਚ ਕਾਫੀ ਤਾਂ ਵੀ ਦਵਾਈ ਬਣਦੀ ਹੈ। ਕਾਫੀ ਅਕਰੂਡਾ ਇੱਕ ਮੈਡੀਸਨ ਹੈ, ਉਹ ਕਾਫੀ ਤੋਂ ਹੀ ਬਣਦੀ ਹੈ। ਤੇ ਇਸ ਲਈ ਹਾਂਜੀ ਜੀ, ਤੇ ਬਸ ਉਹੀ ਹੈ ਕਿ ਆਪਣਾ ਬਸ ਗੈਪ ਰੱਖਣ ਦੀ ਉਹ ਲੋੜ ਹੈ। ਅਦਰਵਾਈਜ਼ ਪੂਰਾ ਪ੍ਰੋਪਰ ਐਕਟ ਕਰਦੀ ਹੈ। ਅਗਰ ਤੁਹਾਡੀ ਮੈਡੀਸਨ ਸਹੀ ਹੈ ਤਾਂ ਉਹ ਪੂਰੀ ਐਕਟ ਕਰੇ ਔਰ ਪਰਮਾਨੈਂਟ ਤੁਹਾਨੂੰ ਉਹ ਕਿਉਰ ਦੇਗੀ। ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਅੱਜ ਕੱਲ ਜ਼ਿਆਦਾਤਰ ਲੋਕਾਂ ਨੂੰ ਸੁਣਨ ਵਿੱਚ ਆਉਂਦਾ ਹੈ, ਕਿਸੇ ਨਾਲ ਵੀ ਗੱਲ ਕਰ ਲਓ, ਸਾਨੂੰ ਅਲਰਜੀ ਆ, ਅਸੀਂ ਦਵਾਈਆਂ ਖਾਂਦੇ ਰਹਿੰਦੇ ਹਾਂ ਅਲਰਜੀ ਦੀਆਂ। ਜਿੰਨੀਆਂ ਵੀ ਅਸੀਂ ਦਵਾਈਆਂ ਐਲੋਪੈਥੀ ਦੀਆਂ ਖਾਂਦੇ ਹਾਂ ਉਹਨਾਂ 'ਚ ਨਸ਼ਾ ਹੁੰਦਾ ਹੈ। ਅਲਰਜੀ ਦੀ ਮੈਡੀਸਨ ਖਾਓ, ਨੀਂਦ ਆ ਜਾਂਦੀ ਆ, ਔਰ ਫਿਰ ਜੇ ਨਾ ਆਰਾਮ ਆਏ ਉਹ ਇੱਕ ਅਲਰਜੀ ਤੋਂ ਦੂਜੀ ਤੋਂ ਤੀਜੀ ਸ਼ੁਰੂ ਹੋ ਜਾਂਦੀਆਂ ਨੇ। ਜਿੱਦਾਂ ਪਾਣੀ ਤੋਂ ਹੋ ਗਈ, ਰੇਤੇ ਤੋਂ ਹੋ ਗਈ, ਘਾਹ ਤੋਂ ਹੋ ਗਈ। ਇਹ ਥੋੜੀਆਂ ਜਿਹੀਆਂ ਮੈਨੂੰ ਨੇ, ਮੈਂ ਇਸ ਕਰਕੇ ਨਾਂ ਲੈ ਰਹੀ ਹਾਂ ਕਿ ਮੈਂ ਸੁੱਕਾ ਆਟਾ ਨਹੀਂ ਗੁੰਨ ਸਕਦੀ, ਸਰਦੀਆਂ ਦੇ ਵਿੱਚ ਠੰਡੇ ਪਾਣੀ 'ਚ ਮੈਂ ਹੱਥ ਨਹੀਂ ਪਾ ਸਕਦੀ, ਮੈਨੂੰ ਆਪ ਨੂੰ ਪ੍ਰੋਬਲਮ ਆ, ਮੈਂ ਖਾਲੀ ਨੰਗੇ ਪੈਰ ਮੈਂ ਘਾਹ ਤੇ ਨਹੀਂ ਚੱਲ ਸਕਦੀ। ਤਾਂ ਫਿਰ ਉਸ ਤੋਂ ਬਾਅਦ ਡਾਕਟਰਸ ਕਹਿੰਦੇ ਨੇ ਜੀ ਤੁਸੀਂ ਐਲਰਜੀ ਟੈਸਟ ਕਰਵਾਓ। ਉਸ ਤੋਂ ਬਾਅਦ ਉਹਦਾ ਪ੍ਰੋਪਰ ਇਲਾਜ ਕਰਦੇ। ਕੀ ਹੋਮੋਪੈਥੀ ਵਿੱਚ ਵੀ ਇਸੇ ਤਰ੍ਹਾਂ ਹੈਗਾ, ਤੁਸੀਂ ਟੈਸਟ ਕਰਵਾਉਂਦੇ ਹੋ ਜਾਂ ਆਪਣੇ ਤਰੀਕੇ ਨਾਲ ਸਟੱਡੀ ਕਰਦੇ ਹੋ? ਸਾਡੇ ਹੋਮਿਓਪੈਥੀ ਦੇ ਵਿੱਚ ਡਾਇਗਨੋਸਿਸ ਨੂੰ ਮਤਲਬ ਆਪਣੀ ਮਤਲਬ ਅਗਰ ਡਾਇਗਨੋਸਿਸ ਸਾਨੂੰ ਪਿਕਚਰ ਕਲੀਅਰ ਹੋ ਜਾਂਦੀ ਹੈ, ਜਿੱਦਾਂ ਅਗਰ ਉਹਦੇ ਨਾਲ ਪਤਾ ਚੱਲ ਜਾਏਗਾ ਵੀ ਜਿਹੜੇ ਤੁਹਾਡੇ ਸਿੰਪਟਮ ਨੇ ਉਹ ਤੁਹਾਨੂੰ ਬਿਮਾਰੀ ਦੇ ਕਾਰਨ ਹੋ ਰਹੇ ਆ, ਤਾਂ ਅਸੀਂ ਉਹਨੂੰ ਇੱਕ ਕਾਮਨ ਸਿੰਪਟਮ ਗਿਣਦੇ ਆ। ਮਤਲਬ ਸਾਡੀ ਦਵਾਈ ਦੀ ਸਿਲੈਕਸ਼ਨ ਦੇ ਵਿੱਚ ਉਹਨੂੰ ਅਸੀਂ ਮਤਲਬ ਕੰਸੀਡਰ ਨਹੀਂ ਕਰਦੇ। ਤੇ ਸਾਡੇ ਲਈ ਬਸ ਟੈਸਟ ਦੀ ਇੰਨੀ ਵੈਲਿਊ ਹੈ ਕਿ ਇਹ ਪਤਾ ਚੱਲ ਜਾਵੇ ਵੀ ਤੁਹਾਡੀ ਬਿਮਾਰੀ ਦੇ ਕਾਰਨ ਤੁਹਾਨੂੰ ਇਹ ਦਿੱਕਤ ਆਈ ਹੈ, ਤੁਹਾਨੂੰ ਅਲੱਗ ਤੁਹਾਡੀ ਬੋਡੀ ਦੀ ਇਹ ਨਾਰਮਲ ਇੱਕ ਟੈਂਡੈਂਸੀ ਹੈ, ਤੇ ਟੈਸਟ ਅਸੀਂ ਕਰਾਉਂਦੇ ਹਾਂ। ਬਟ ਇਹ ਹੈ ਕਿ ਜਿਹੜੀ ਐਲਰਜੀ ਦੇ ਵਿੱਚ ਬੜੇ ਹੀ ਅੱਛੇ ਰਿਜ਼ਲਟ ਹੈ। ਮੈਂ ਖੁਦ ਵੀ, ਮੈਨੂੰ ਸੀਲੀਅਕ ਹੈ, ਸੀਲੀਅਕ ਯਾਨੀ ਕਿ ਜਿੱਦਾਂ ਮਤਲਬ ਆਮ ਲੋਕ ਕਹਿੰਦੇ ਆ ਕਿ ਵੀਟ ਐਲਰਜੀ, ਤੇ ਮਤਲਬ ਵੀਟ ਦਾ ਕੁਝ ਨਹੀਂ ਖਾ ਸਕਦੇ। ਬਟ ਉਹੀ ਹੈ ਕਿ ਦਵਾਈ ਲੈ ਕੇ ਹੁਣ ਮੈਨੂੰ ਕਾਫੀ ਉਹ ਹੈ, ਮੈਨੂੰ 3 ਸਾਲ ਪਹਿਲਾਂ ਡਾਇਗਨੋਜ਼ ਹੋਇਆ ਸੀਗਾ
ਤੇ ਹੁਣ ਮੈਂ ਉਹ ਥੋੜਾ ਥੋੜਾ ਖਾ ਲੈਂਦੀ ਹਾਂ, ਮਤਲਬ ਇੰਨੀ ਦਿੱਕਤ ਹੁੰਦੀ ਨਹੀਂ ਜਿੱਦਾਂ ਪਹਿਲਾਂ ਹੁੰਦੀ ਸੀ, ਕਿਉਂਕਿ ਹੋਮਿਓਪੈਥੀ ਹੀ ਲੈ ਰਹੀ ਹੈ। ਕਾਫੀ ਅੱਛਾ ਰਿਜ਼ਲਟ ਹੈ ਇਹਦੇ ਹੋਮਿਓਪੈਥੀ ਦੇ, ਐਲਰਜੀਜ਼ ਦੇ ਵਿੱਚ ਵੀ ਕਾਫੀ ਅੱਛਾ ਰਿਜ਼ਲਟ ਹੈ। ਜੀ ਮਤਲਬ ਡਾਕਟਰ ਸਾਹਿਬ, ਹਮ, ਕਿਉਂਕਿ ਮੇਰੇ ਇੱਕ ਕਜ਼ਨ ਸਿਸਟਰ ਹੈਗੇ, ਉਹਨਾਂ ਦੇ ਹਸਬੈਂਡ ਨੂੰ ਵੀ ਵੀਟ ਐਲਰਜੀ ਆ। ਸੋ ਇਸ ਕਰਕੇ ਮੈਂ ਤੁਹਾਡੀ ਗੱਲ ਬੜੇ ਧਿਆਨ ਨਾਲ ਸੁਣ ਰਹੀ ਸੀਗੀ ਕਿ ਅੱਛਾ ਹੋ ਗਿਆ ਤੁਸੀਂ ਵੀਟ ਐਲਰਜੀ ਦੀ ਗੱਲ ਕਰ ਲਿੱਤੀ। ਤੁਹਾਡਾ ਨੰਬਰ ਮੈਂ ਕੋਸ਼ਿਸ਼ ਕਰੂੰਗੀ ਉਹਨਾਂ ਨੂੰ ਦੇਣ ਦੀ ਕਿ ਉਹ ਤੁਹਾਨੂੰ ਕੰਟੈਕਟ ਕਰਨ। ਜੀ ਮਲੇਰਕੋਟਲਾ ਤੋਂ ਹੈਗੇ ਨੇ ਉਹ, ਸੌਰੀ ਉਹ ਵੀ ਲੁਧਿਆਣਾ ਤੋਂ ਹੀ ਹੈਗੇ ਨੇ, ਮਲੇਰਕੋਟਲਾ ਤੋਂ ਫਸਟ ਉਹਨਾਂ ਦੀ ਐਜੂਕੇਸ਼ਨ ਸੀ। ਓਕੇ ਡਾਕਟਰ ਸਾਹਿਬ, ਹੋਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹਨਾ, ਜਿਹੜੀਆਂ ਕਿ ਸ਼ਾਇਦ ਇਸ ਟਾਈਮ ਕੁਝ ਮੇਰੇ ਵੀ ਦਿਮਾਗ ਵਿੱਚ ਨਾ ਆਉਣ, ਜਿੱਦਾਂ ਥਾਇਰਾਇਡ ਇਸ਼ੂਜ਼, ਇਦਾਂ ਗੱਲਾਂ ਤੇ ਆਪਾਂ ਗੱਲ ਕਰ ਚੁੱਕੇ ਹਾਂ, ਲੀਵਰ ਤੇ ਕਰ ਚੁੱਕੇ ਹਾਂ, ਔਰ ਆਪਾਂ ਕਿਡਨੀ ਤੇ ਕਰ ਚੁੱਕੇ ਹਾਂ। ਅੱਜ ਕੱਲ ਡਾਕਟਰ ਸਾਹਿਬ ਕੀ ਆ ਕਿ ਜਿਸ ਨੂੰ ਵੀ ਮਿਲੋ ਉਹਦੇ ਨਾਲ ਗੱਲ ਕਰੋ ਨਾ, ਸਾਨੂੰ ਮਾਈਗ੍ਰੇਨ ਹੈ, ਕੀ ਕਾਰਨ ਹੈ ਡਾਕਟਰ ਸਾਹਿਬ? ਔਰ ਹੋਮੋਪੈਥੀ ਦੇ ਵਿੱਚ ਕਿੱਥੋਂ ਤੱਕ ਇਸ ਦਾ ਇਲਾਜ ਹੈਗਾ ਜਿਹੜਾ ਤੁਸੀਂ ਇਹਨੂੰ ਜੜ ਤੋਂ ਖਤਮ ਕਰ ਸਕਦੇ? ਜੀ ਹੁਣ ਤੁਸੀਂ ਕਹੋਗੇ ਮੈਂ ਡਾਕਟਰ ਤੋਂ ਜ਼ਿਆਦਾ ਮਰੀਜ਼ ਜ਼ਿਆਦਾ ਹੋ ਗਈ ਸੀ। ਐਕਚੁਅਲੀ ਮੈਨੂੰ ਵੀ ਮਾਈਗ੍ਰੇਨ ਦੀ ਹਿਸਟਰੀ ਸੀਗੀ, ਕਾਫੀ ਅਰਾਊਂਡ 7-8 ਸਾਲ ਪਹਿਲਾਂ ਕਾਫੀ ਮਾਈਗ੍ਰੇਨ ਅਟੈਕਸ ਹੁੰਦੇ ਸੀਗੇ ਮੈਨੂੰ। ਬਟ ਇਹ ਹੈ ਕਿ ਉਹੀ ਪ੍ਰੋਪਰ ਪੂਰੀ ਹਿਸਟਰੀ ਲੈ ਕੇ ਜਿਹੜੀ ਇੰਡੀਵਿਜੂਅਲਿਟੀ ਹੁੰਦੀ ਹੈ ਉਹਦੇ ਬੇਸਿਸ ਤੇ ਫਿਰ ਮੈਨੂੰ ਹੁਣ ਕਾਫੀ ਉਹਦੇ ਨਾਲ ਆਰਾਮ ਹੈ। ਇਨਫੈਕਟ ਕਈ ਪੇਸ਼ੈਂਟ ਨੂੰ ਵੀ ਮਤਲਬ ਕਈ ਅੱਛੀ ਮੈਡੀਸਿਨਸ ਹੈ ਹੋਮਿਓਪੈਥੀ ਦੇ ਵਿੱਚ, ਜਿੱਦਾਂ ਮਤਲਬ ਬੈਲਾਡੋਨਾ ਹੋ ਗਈ, ਗਲੋਨਾਈਨ ਹੋ ਗਈ, ਬੜੀਆਂ ਚੰਗੀਆਂ ਮੈਡੀਸਿਨਸ ਹੈ ਜਿਹਦਾ ਇਹਦੇ ਵਿੱਚ ਕਾਫੀ ਅੱਛਾ ਇਫੈਕਟ ਹੈਗਾ ਮਾਈਗ੍ਰੇਨ ਦੇ ਵਿੱਚ। ਹੁਣ ਮਾਈਗ੍ਰੇਨ ਦੇ ਕਾਰਨ ਜਿੱਦਾਂ ਤੁਸੀਂ ਪੁੱਛੇ, ਉਹ ਤਾਂ ਉਹੀ ਜਿਹੜੇ ਸਾਰੀ ਬਿਮਾਰੀਆਂ ਦੇ ਕਾਰਨ, ਉਹੀ ਸਟ੍ਰੈਸ ਹੋਇਆ, ਖਾਣਾ ਪੀਣਾ ਸਹੀ ਤਰੀਕੇ ਨਹੀਂ ਹੋਇਆ। ਕਈ ਵਾਰ ਹੁੰਦਾ ਵੀ ਆਪਾਂ ਇੰਨੇ ਲੰਬਾ ਗੈਪ ਪਾ ਦਿੰਦੇ ਹਾਂ ਖਾਣੇ ਦੇ ਵਿੱਚ ਕਿ ਖਾਇਆ ਹੀ ਨਹੀਂ, ਜਾਂ ਕਦੇ ਕਈਆਂ ਨੂੰ ਹੁੰਦਾ ਵੀ ਹਾਂ ਬ੍ਰੇਕਫਾਸਟ ਸਕਿਪ ਕਰਤਾ। ਤੇ ਉਹ ਇਹ ਵਾਲੀ ਚੀਜ਼ਾਂ, ਜਾਂ ਕਿਸੇ ਨੂੰ ਜਿੱਦਾਂ ਚਾਹ ਦੀ ਬਹੁਤ ਜ਼ਿਆਦਾ ਆਦਤ ਹੈ ਕਿ ਅੱਜ ਹਾਂ ਮੈਂ ਚਾਹ ਨਹੀਂ ਪੀਤੀ ਤਾਂ ਮੈਨੂੰ ਸਿਰ ਦਰਦ ਸ਼ੁਰੂ ਹੋ ਗਿਆ, ਤੇ ਆਹੀ ਸਾਰੀ ਜਿਹੜੀਆਂ ਚੀਜ਼ਾਂ ਬਿਮਾਰੀ ਦੇ ਕਾਰਨ ਤਾਂ ਉਹੀ ਸਾਰੇ ਨੇ, ਮਤਲਬ ਸਟ੍ਰੈਸ ਹੋਇਆ ਜਾਂ ਖਾਣਾ ਪੀਣਾ, ਇਹੀ ਸਭ ਆਪਾਂ ਨੇ ਬਿਮਾਰੀਆਂ ਸਾਰੀਆਂ ਕ੍ਰੀਏਟ ਕਰਦੇ ਨੇ। ਯਾਨੀ ਪੰਜਾਬੀ 'ਚ ਜਿੱਦਾਂ ਕਹਿੰਦੇ ਹੁੰਦੇ ਨਾ, ਸਾਰੇ ਪੌੜਿਆਂ ਦੀ ਜੜ ਹੈ ਜਿਹੜਾ ਉਹ ਸਟ੍ਰੈਸ ਹੀ ਹੈ। ਤੇ ਫਿਰ ਡਾਕਟਰ ਸਾਹਿਬ ਕਿਉਂ ਨਹੀਂ ਤੁਸੀਂ ਆਪਣੀ ਹੋਮੋਪੈਥੀ ਦੇ ਜ਼ਰੀਏ ਸਟ੍ਰੈਸ ਨੂੰ ਖਤਮ ਕਰ ਦਿੰਦੇ? ਜੀ ਕੋਈ ਏਦਾਂ ਦਾ ਇਲਾਜ ਵੀ ਹੈ ਜਿਹੜਾ ਕਿ ਅਸੀਂ ਲੈ ਸਕੀਏ ਤੇ ਸਟ੍ਰੈਸ ਖਤਮ ਹੋ ਜਾਵੇ? ਜੀ ਹੋਮਿਓਪੈਥੀ ਦੇ ਵਿੱਚ ਸਟ੍ਰੈਸ ਦਾ ਵੀ ਕਾਫੀ ਅੱਛਾ ਉਹ ਹੈ ਇਫੈਕਟ, ਇਗਨੇਸ਼ੀਆ ਮੈਡੀਸਿਨ ਹੈ, ਨੈਟਰਮਿਓਰ, ਬੜੇ ਅੱਛੇ ਇਹਦੇ ਤੇ ਇਫੈਕਟ ਹੈ। ਬਿਲਕੁਲ ਕਈ ਪੇਸ਼ੈਂਟ ਆਉਂਦੇ ਆ ਜਿਹੜੇ ਸਟ੍ਰੈਸ ਵੀ ਐਂਜ਼ਾਇਟੀ ਹੁੰਦੀ ਹੈ, ਤੁਸੀਂ ਸੁਣਿਆ ਹੋਣਾ OCD ਹੈ, OCD ਹੁੰਦਾ ਵੀ ਕਈ ਹੱਥ ਹੀ ਧੋਈ ਜਾਣਗੇ ਬਾਰ-ਬਾਰ, ਮਤਲਬ ਬੜੇ ਹੀ ਜ਼ਿਆਦਾ ਉਹ ਕਲੀਨਲੀਨੈਸ ਫਰੀਕ ਹੁੰਦੇ ਆ। ਤੇ ਕਾਫੀ ਅੱਛਾ ਮੈਂਟਲ ਡਿਜ਼ੀਜ਼ ਹੋਮਿਓਪੈਥੀ ਦਾ ਬਹੁਤ ਅੱਛਾ ਹੈ। ਕਈ ਸਾਰੇ ਪੇਸ਼ੈਂਟਸ ਮੇਰੇ ਕੋਲ ਆਉਂਦੇ ਆ, ਜਾਂ ਜਿੱਦਾਂ ਕਹਿੰਦੇ ਆ ਸ਼ਾਈਜ਼ੋਫਰੀਨੀਆ ਹੋਇਆ, ਜਿੱਦਾਂ ਕਹਿੰਦੇ ਹੁੰਦੇ ਕਿ ਪੇਸ਼ੈਂਟ ਨੂੰ ਅਲੱਗ-ਅਲੱਗ ਗੱਲਾਂ ਆਵਾਜ਼ਾਂ ਸੁਣਨੀਆਂ, ਇਹ ਸਭ ਚੀਜ਼ਾਂ, ਤੇ ਬੜੇ ਅੱਛੇ ਇਫੈਕਟ ਹੈ ਹੋਮਿਓਪੈਥੀ ਦੇ ਇਸ ਚੀਜ਼, ਮੈਂਟਲ ਡਿਜ਼ੀਜ਼ਸ ਦੇ ਵਿੱਚ ਬਹੁਤ ਅੱਛੇ ਹੈ। ਮੇਰੇ ਕੋਲ ਕਈ ਪੇਸ਼ੈਂਟ ਆਉਂਦੇ ਜਿੱਦਾਂ ਉਹ ਕਹਿੰਦੇ ਕਿ ਅਸੀਂ ਇੰਨੇ ਸਾਲ ਡਿਪਰੈਸ਼ਨ ਲਈ ਦਵਾਈਆਂ ਖਾਈਆਂ, ਸਾਡਾ ਮਾਈਂਡ ਬਿਲਕੁਲ ਮਤਲਬ ਸ਼ਟ ਹੋ ਗਿਆ। ਮਤਲਬ ਜਿਹੜੀ ਐਲੋਪੈਥੀ ਦਵਾਈਆਂ ਉਹ ਕੀ ਕਰਦੀਆਂ ਕਿ ਤੁਹਾਡੇ ਮਾਈਂਡ ਨੂੰ ਰਿਐਕਟ ਕਰਨ ਦੀ ਪਾਵਰ ਉਹਦੀ ਹਟਾ ਲੈਂਦੇ। ਤੁਸੀਂ 24 ਘੰਟੇ ਤੁਹਾਡਾ ਮਾਈਂਡ ਬਸ ਡਲ ਹੈ, ਵੀ ਤੁਸੀਂ ਰਿਐਕਟ ਹੀ ਨਹੀਂ ਕਰਦੇ, ਤੇ ਉਹ ਲੌਂਗ ਟਰਮ ਦੇ ਵਿੱਚ ਉਹ ਬੋਡੀ ਲਈ ਬਹੁਤ ਹੀ ਜ਼ਿਆਦਾ ਹਾਰਮਫੁਲ ਹੈ। ਬਟ ਹੋਮਿਓਪੈਥੀ ਦੇ ਵਿੱਚ ਏਦਾਂ ਨਹੀਂ ਹੈਗਾ। ਹੋਮਿਓਪੈਥੀ 'ਚ ਪ੍ਰੋਪਰ ਕੇਸ ਟੇਕਿੰਗ ਲੈ ਕੇ, ਡਿਟੇਲਡ ਕੇਸ ਟੇਕਿੰਗ ਲੈ ਕੇ ਜਿਹੜੀ ਤੁਸੀਂ ਦਵਾਈ ਦਿੰਦੇ ਹੋ, ਉਹਦੇ ਨਾਲ ਫਿਰ ਪੇਸ਼ੈਂਟ ਨੂੰ ਮਤਲਬ ਇਹ ਨਹੀਂ ਹੈ ਕਿ ਹਾਂ ਉਹਨੇ ਹੋਮਿਓਪੈਥੀ ਦੀ ਉਹਨੂੰ ਕੋਈ ਐਡਿਕਸ਼ਨ ਨਹੀਂ ਹੈ, ਦਵਾਈ ਖਾਈ ਤੇ ਆਪਣਾ ਉਹ ਠੀਕ ਹੋਇਆ। ਬਿਲਕੁਲ ਡਾਕਟਰ ਸਾਹਿਬ, ਇੱਕ ਮੈਂ ਹੋਰ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ, ਉਹ ਵੀ ਮੇਰੇ ਨੋਨ ਫੈਮਿਲੀ ਦੇ ਵਿੱਚ ਉਹਨਾਂ ਦੀ ਡਾਟਰ ਇਨ ਲਾ ਨੂੰ ਪ੍ਰੋਬਲਮ ਹੈਗੀ ਹੈ ਕਨਸਟੀਪੇਸ਼ਨ ਦੀ, ਹਨਾ। ਉਹ ਇੰਨੀ ਜ਼ਬਰਦਸਤ ਪ੍ਰੋਬਲਮ ਹੈ ਇਹ ਕਿ ਉਹ ਸਾਰੇ ਟੈਸਟ ਵੀ ਕਰਵਾ ਲਏ, ਐਲੋਪੈਥੀ ਟ੍ਰੀਟਮੈਂਟ ਵੀ ਚੱਲ ਰਿਹਾ ਹੈ, ਸਭ ਕੁਝ ਚੱਲ ਰਿਹਾ ਹੈ, ਤੇ ਉਹ ਇੰਨੀ ਕੁ ਜ਼ਿਆਦਾ ਸੀਰੀਅਸ ਕੰਡੀਸ਼ਨ ਬਣੀ ਹੋਈ ਹੈ ਨਾ ਕਿ ਉਹਦੇ ਨਾਲ ਹੋਰ ਬੜੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। ਕੀ ਉਹ ਵੀ ਹੋਮੋਪੈਥੀ ਦੇ ਜ਼ਰੀਏ ਠੀਕ ਹੋ ਸਕਦੀ ਹੈ? ਜੀ, ਕਨਸਟੀਪੇਸ਼ਨ ਦਾ ਜਿੱਦਾਂ ਬੇਸਿਕਲੀ ਅੰਦਰ ਜਿੱਦਾਂ ਕਨਸਟੀਪੇਸ਼ਨ ਕੀ ਹੈ ਵੀ ਤੁਸੀਂ ਜਿਹੜਾ ਤੁਹਾਡਾ ਅੰਦਰ ਜਿਹੜਾ ਵੇਸਟ ਪ੍ਰੋਡਕਟ ਹੈ ਉਹ ਨਿਕਲ ਨਹੀਂ ਰਿਹਾ ਬਾਹਰ, ਜੇ ਉਹ ਤੁਹਾਡੇ ਲੰਬੇ ਟਾਈਮ ਤੱਕ ਅੰਦਰ ਹੀ ਰਹੇਗਾ, ਤੁਹਾਡੇ ਵੇਸਟ ਜਿਹੜਾ ਪ੍ਰੋਡਕਟ ਹੈ, ਉਹਦੇ ਨਾਲ ਕਈ ਮਤਲਬ ਬਿਮਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਅੰਦਰ।
ਜਦੋਂ ਤੁਹਾਡਾ ਬਾਹਰ ਨਿਕਲੇ ਹੀ ਨਹੀਂ ਤਾਂ ਉਹ ਤਾਂ ਅੰਦਰ ਸਾਰਾ ਇਫੈਕਟ ਬੋਡੀ ਤੇ ਹੀ ਹੋਏਗਾ। ਤੇ ਹੋਮਿਓਪੈਥੀ ਦੇ ਵਿੱਚ ਕਈ ਮੈਡੀਸਿਨਸ ਹੈਗੀਆਂ, ਬਹੁਤ ਸਾਰੀਆਂ। ਇਨਫੈਕਟ ਤੁਸੀਂ ਦੇਖੋਗੇ ਕਿ 500 ਤੋਂ ਵੀ ਜ਼ਿਆਦਾ ਹੈ ਕਨਸਟੀਪੇਸ਼ਨ ਲਈ ਦਵਾਈਆਂ, ਬਹੁਤ ਸਾਰੀਆਂ। ਬਟ ਇਹ ਕਿ ਉਹ ਡਿਪੈਂਡ ਕਰਦਾ ਵੀ ਹੁਣ ਤੁਹਾਨੂੰ ਕਿੱਦਾਂ ਦੀ ਕਨਸਟੀਪੇਸ਼ਨ। ਕਈਆਂ ਨੂੰ ਕਨਸਟੀਪੇਸ਼ਨ ਹੁੰਦੀ ਹੈ ਵੀ 3 ਦਿਨ ਉਹਨਾਂ ਨੇ ਸਟੂਲ ਹੀ ਨਹੀਂ ਪਾਸ ਕੀਤਾ। ਕਈਆਂ ਨੂੰ ਹੁੰਦੀ ਹੈ ਵੀ ਜਿੱਦਾਂ ਇੱਕ ਵਾਰ ਸਵੇਰੇ ਗਏ ਪਰ ਐਂ ਲੱਗਿਆ ਵੀ ਹਾਂ ਪੇਟ ਸਾਫ਼ ਨਹੀਂ ਹੋਇਆ, ਉਹ ਦਿਨ ਦੇ ਵਿੱਚ 3-4 ਵਾਰ ਜਾਂਦੇ ਆ, ਤੇ ਉਹਨੂੰ ਵੀ ਆਪਾਂ ਕਨਸਟੀਪੇਸ਼ਨ ਹੀ ਕਹਿੰਦੇ ਆ। ਤੇ ਇਸ ਲਈ ਕਨਸਟੀਪੇਸ਼ਨ ਦੇ ਅਲੱਗ-ਅਲੱਗ ਉਹ ਹੈ, ਤਾਂ ਤੁਸੀਂ ਕਹੋਗੇ ਕਿ ਕੈਰੈਕਟਰਿਸਟਿਕਸ ਜਿਹੜੇ ਨੇ ਉਹ ਅਲੱਗ-ਅਲੱਗ ਨੇ। ਕਿਸੇ ਨੂੰ ਕਨਸਟੀਪੇਸ਼ਨ ਤੋਂ ਬਾਅਦ ਫਿਰ ਉਹ ਜਿੱਦਾਂ ਪਾਈਲਸ ਦੀ ਪ੍ਰੋਬਲਮ ਬੜੀ ਕਾਮਨ ਹੈ, ਜਦੋਂ ਕਨਸਟੀਪੇਸ਼ਨ ਲੰਬੇ ਸਾਲ ਰਹੀ ਉਹਨੂੰ ਫਿਰ ਪਾਈਲਸ ਦੀ ਦਿੱਕਤ ਵੀ ਹੋ ਜਾਂਦੀ ਹੈ। ਤੇ ਉਹ ਸਿੰਪਟਮ ਸਪੈਸੀਫਿਕ ਦੇ ਉੱਪਰ ਫਿਰ ਜਦੋਂ ਤੁਸੀਂ ਦਵਾਈ ਦਿੰਦੇ ਹੋ ਤਾਂ ਫਿਰ ਉਹ ਠੀਕ ਹੋ ਜਾਂਦਾ। ਕਨਸਟੀਪੇਸ਼ਨ ਵੀ ਪਾਈਲਸ ਵੀ ਕਾਫੀ ਅੱਛੇ ਰਿਜ਼ਲਟ ਨੇ ਡਾਕਟਰ ਸਾਹਿਬ। ਪਾਈਲਸ ਤੋਂ ਮੈਨੂੰ ਯਾਦ ਆ ਗਿਆ ਵੀ 2-3 ਤਰ੍ਹਾਂ ਦੇ ਹੁੰਦੇ ਆ, ਕਿ ਇਹਨਾਂ ਦਾ ਵੀ ਪਰਮਾਨੈਂਟ ਇਲਾਜ ਹੈ ਤੁਹਾਡੀ ਹੋਮਿਓਪੈਥੀ ਦੇ ਵਿੱਚ? ਜੀ ਬਹੁਤ ਅੱਛੀ ਮੈਡੀਸਿਨਸ ਹੈ। ਜਿੱਦਾਂ ਬਲੀਡਿੰਗ ਪਾਈਲਸ ਹੋਈਆਂ, ਕਿਸੇ ਨੂੰ ਨਾਨ ਬਲੀਡਿੰਗ ਪਾਈਲਸ ਹੋਈਆਂ, ਤੇ ਉਹਦੇ ਵਿੱਚ ਅਲੱਗ-ਅਲੱਗ ਦਵਾਈਆਂ, ਜਿੱਦਾਂ ਬਲੀਡਿੰਗ ਪਾਈਲਸ ਲਈ ਅਲੱਗ ਹੋਣਗੀਆਂ, ਨਾਨ ਬਲੀਡਿੰਗ ਪਾਈਲਸ ਲਈ ਅਲੱਗ ਹੋਣਗੀਆਂ। तो काफी अच्छे, ਉਹਦੇ ਵਿੱਚ ਵੀ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀ ਕਾਫੀ ਅੱਛੇ ਰਿਜ਼ਲਟ ਦਿੰਦੀ ਜੀ। ਡਾਕਟਰ ਸਾਹਿਬ, ਵੈਸੇ ਤਾਂ ਅੱਜਕੱਲ ਹਰ ਬਿਮਾਰੀ ਹੋਈ ਇਸ ਤਰ੍ਹਾਂ ਹੋਈ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਆਪਾਂ ਨੂੰ ਇਹ ਕਵੇ ਕਿ ਮੈਂ ਪ੍ਰੋਪਰਲੀ ਫਿਟ ਆ, ਕੋਈ ਮੈਡੀਸਨ ਨਹੀਂ ਲੈ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਸੁਣਨ ਦੇ ਵਿੱਚ ਆਉਂਦਾ ਹੈ ਸਾਨੂੰ ਗੈਸਟ੍ਰਿਕ ਦੀ ਪ੍ਰੋਬਲਮ ਆ, ਜਾਂ ਫਿਰ ਲੋਕਾਂ ਦੇ ਸਾਡੇ ਤੇਜ਼ਾਬ ਬਣਦਾ ਹੈ ਹਨਾ। ਇਹ ਜਿਹੜੀਆਂ ਚੀਜ਼ਾਂ ਨੇ, ਦੇਖੋ ਹੈ ਤਾਂ ਨੋ ਡਾਊਟ ਖਾਣ ਪੀਣ ਦਾ ਤਾਂ ਪਤਾ ਹੀ ਆ ਆਪਾਂ ਨੂੰ, ਲੇਕਿਨ ਇਹਨਾਂ ਦੇ ਜਿਹੜੇ ਪਰਮਾਨੈਂਟ ਟ੍ਰੀਟਮੈਂਟ ਨੇ, ਕਿਉਂਕਿ ਮੈਨੂੰ ਲੱਗਦਾ ਐਲੋਪੈਥੀ ਵਿੱਚ ਤਾਂ ਸ਼ਾਇਦ ਇਹਦਾ ਹੈ ਨਹੀਂ ਕੋਈ ਪਰਮਾਨੈਂਟ, ਮੈਨੂੰ ਲੱਗਦਾ, ਬਾਕੀ ਹੋਵੇ ਤਾਂ ਮੈਨੂੰ ਨਹੀਂ ਪਤਾ। ਹੋਮੋਪੈਥੀ ਦੇ ਵਿੱਚ ਤੁਸੀਂ ਇਸ ਨੂੰ ਕਹਿੰਦੇ ਆ ਨਾ ਜੜਾਂ ਤੋਂ ਉਖਾੜ ਦਿੰਦੇ ਹੋ ਇਹਨਾਂ ਬਿਮਾਰੀਆਂ ਨੂੰ ਜਿਹੜੀਆਂ ਹੈ? ਜੀ ਹੁਣ ਜਿੱਦਾਂ ਐਲੋਪੈਥੀ ਦੇ ਵਿੱਚ ਤਾਂ ਅਗਰ ਤੁਹਾਨੂੰ ਤੇਜ਼ਾਬ ਦੀ ਜਾਂ ਗੈਸ ਦੀ ਪ੍ਰੋਬਲਮ ਹੋਈ ਤਾਂ ਤੁਸੀਂ ਉਹ ਰੋਜ਼ ਸਵੇਰੇ ਉੱਠ ਕੇ ਤੁਸੀਂ ਪੈਂਡੀ ਜਾਂ ਉਸੇ 20 ਉਹ ਖਾ ਲਓ, ਤੇ ਜਿੱਦਣ ਤੁਸੀਂ ਨਹੀਂ ਖਾਈ ਤਾਂ ਫਿਰ ਤੁਹਾਨੂੰ ਉਦੋਂ ਫਿਰ ਦਿੱਕਤ ਹੀ ਹੈ ਪੂਰੀ। ਪਰ ਹੋਮਿਓਪੈਥੀ ਦੇ ਵਿੱਚ ਤੁਹਾਨੂੰ ਜਿੱਦਾਂ ਤੁਹਾਡੇ ਸਿੰਪਟਮ ਹੈਗੇ ਆ ਉਹਦੇ ਹਿਸਾਬ ਨਾਲ ਜਿਹੜੀ ਦਵਾਈ ਦਿੱਤੀ ਜਾਏਗੀ, ਉਹਦੇ ਨਾਲ ਤੁਹਾਨੂੰ ਬੜੀ ਜਲਦੀ ਆਰਾਮ ਮਿਲੇਗਾ। ਇਹਦੇ ਵਿੱਚ ਤਾਂ ਕਾਫੀ ਅੱਛੇ ਰਿਜ਼ਲਟ ਮੈਂ ਖੁਦ ਹੀ ਦੇਖਿਆ, ਬਹੁਤ ਅੱਛੇ ਰਿਜ਼ਲਟ ਹੈ। ਐਸਿਡਿਟੀ ਇਹ ਉਹੀ ਹੈ ਖਾਣ ਪੀਣ ਕਾਰਨ, ਜਾਂ ਜਿੱਦਾਂ ਕਈ ਕਹਿੰਦੇ ਹੁੰਦੇ ਆ ਵੀ ਆਪਾਂ ਖਾਣਾ ਖਾ ਕੇ ਨਾਲ ਹੀ ਸੋ ਗਏ, ਉਹਦੇ ਨਾਲ ਐਸਿਡ ਰਿਫਲਕਸ ਹੋ ਗਿਆ, ਤੇ ਉਹਦੇ ਕਾਰਨ ਇਹ ਜ਼ਿਆਦਾ ਉਹ ਪ੍ਰੋਬਲਮ ਹੁੰਦੀ ਹੈ। ਤੇ ਬਾਕੀ ਉਹੀ ਹੈ, ਆਹੀ ਸਾਰੇ ਪੈਸਟੀਸਾਈਡ ਯੂਜ਼ ਕਰਨ, ਖਾਣਾ ਪਿਓਰ ਤਾਂ ਹੈ ਹੀ ਨਹੀਂ, ਚਾਹੇ ਤੁਸੀਂ ਕਹਿ ਲਓ ਆਰਗੈਨਿਕਲੀ ਗਰੋਨ ਹੈ, ਚਾਹੇ ਜਿੱਦਾਂ ਵੀ ਹੈ, ਬਟ ਉਹ ਹੈ ਕਿ ਖਾਣਾ ਪਿਓਰ ਨਹੀਂ ਹੈ, ਤੇ ਨਾ ਹੀ ਆਪਣੀ ਆਦਤਾਂ ਖਾਣ ਦੀਆਂ ਪਿਓਰ ਨੇ। ਹਾਂ, ਇੱਕ ਨਿਯਮ ਨਾਲ ਜਿੱਦਾਂ ਵੀ ਟਾਈਮ ਨਾਲ ਖਾਓ ਖਾਣਾ ਆਪਣਾ, ਜਿੰਨਾ ਪੇਟ ਨੂੰ ਜਿੱਦਾਂ ਹੁੰਦਾ ਵੀ ਜਿੰਨੀ ਭੁੱਖ ਹੋਵੇ ਉਸ ਤੋਂ ਥੋੜਾ ਘਟਾ ਕੇ ਖਾਓ। ਪਰ ਆਪਾਂ ਨੂੰ ਇਹ ਹੁੰਦਾ ਵੀ ਜ਼ਿਆਦਾ ਜਿੱਦਾਂ ਖਾ ਲਓ ਪੂਰਾ, ਆਪਾਂ ਨੂੰ ਹਿਸਾਬ ਨਹੀਂ ਲਗਾ ਕੇ ਖਾਂਦੇ, ਉਹਦੇ ਕਾਰਨ ਇਹ ਦਿੱਕਤ ਜ਼ਿਆਦਾ ਹੁੰਦੀ ਹੈ। ਡਾਕਟਰ ਸਾਹਿਬ, ਮੇਰਾ ਖਿਆਲ ਹੈ ਖਾਲੀ ਪੇਟ ਜ਼ਿਆਦਾ ਦੇਰ ਰਹਿਣ ਨਾਲ ਵੀ ਇਹ ਪ੍ਰੋਬਲਮ ਆਉਂਦੀ ਹੈ? ਜੀ ਅਗਰ ਜਿੱਦਾਂ ਤੁਸੀਂ ਅਗਰ ਖਾਣੇ ਦੇ ਵਿੱਚ ਅਗਰ ਤੁਸੀਂ ਗੈਪ ਜ਼ਿਆਦਾ ਰੱਖੋ ਤਾਂ ਵੀ ਉਹ ਹੈ ਕਿ ਖਾਲੀ ਪੇਟ ਫਿਰ ਉਹ ਗੈਸ ਹੀ ਬਣਨੀ ਹੈ, ਤਾਂ ਫਿਰ ਉਹਦੇ ਨਾਲ ਤੁਹਾਨੂੰ ਜ਼ਿਆਦਾ ਦਿੱਕਤ ਆਏਗੀ। ਤਾਂ ਹੀ ਕਹਿੰਦੇ ਹੁੰਦੇ ਵੀ ਆਪਣਾ ਇੱਕ ਨਿਯਮ ਨਾਲ, ਇੱਕ ਬੋਡੀ ਕਲੌਕ ਨੂੰ ਫੋਲੋ ਕਰਕੇ ਆਪਣਾ ਤੁਹਾਡਾ ਖਾਣਾ ਪੀਣਾ ਵੀ ਉਸ ਹਿਸਾਬ ਦਾ ਹੋਣਾ ਚਾਹੀਦਾ ਹੈ। ਤੁਹਾਡਾ ਜਿਹੜਾ ਸਲੀਪ ਪੈਟਰਨ ਹੈ ਉਹ ਵੀ ਬੋਡੀ ਕਲੌਕ ਤੁਹਾਡੀ ਇੱਕ ਮੇਨਟੇਨ ਹੋਣੀ ਚਾਹੀਦੀ ਹੈ, ਵੀ ਹਾਂ ਇੱਕ ਟਾਈਮ ਤੇ ਤੁਸੀਂ ਸੋ ਰਹੇ ਹੋ ਰੈਗੂਲਰ, ਇੱਕ ਟਾਈਮ ਤੇ ਉੱਠ ਰਹੇ ਹੋ, ਤਾਂ ਇੱਕ ਹੈਲਦੀ ਲਾਈਫ ਸਟਾਈਲ ਹੋਣਾ ਚਾਹੀਦਾ ਤੁਹਾਡਾ। ਤੇ ਅੱਜ ਕੱਲ੍ਹ ਉਹੀ ਹੈ, ਸੈਡੈਂਟਰੀ ਲਾਈਫ ਸਟਾਈਲ ਬਹੁਤ ਜ਼ਿਆਦਾ ਹੈ, ਜਿੱਦਾਂ ਆਪਾਂ ਬੈਠੇ ਕੁਛ ਨਹੀਂ, ਬਾਹਰ ਕਿਤੇ ਘੁੰਮਣਾ ਨਹੀਂ, ਫੋਨ ਸਾਰੇ, ਉਹਦੇ ਕਾਰਨ ਇਹ ਦਿੱਕਤਾਂ ਥੋੜੀਆਂ ਹੋਰ ਜ਼ਿਆਦਾ ਆ ਜਾਂਦੀਆਂ ਨੇ। ਇਹ ਵੀ ਚੰਗਾ ਰੋਗ ਲੱਗ ਗਿਆ ਨਾ, ਕਹਿੰਦੇ ਅੱਗੇ ਤਾਂ ਕਹਿੰਦੇ ਇੱਕ ਰੋਗ ਤਾਂ ਸੀਗਾ ਕਿ ਖਾ ਗਿਆ ਯਹੀ ਰੋਗ ਕਿਆ ਕहेंगे ਲੋਗ, ਪਰ ਮੈਨੂੰ ਲੱਗਦਾ ਕਿ ਜਿਹੜਾ ਇੰਟਰਨੈਟ ਦੀ ਬਿਮਾਰੀ ਹੈ ਇਹਦਾ ਤਾਂ ਕੋਈ ਇਲਾਜ ਤੁਹਾਡੀ ਹੋਮੋਪੈਥੀ ਵਿੱਚ ਵੀ ਨਹੀਂ ਹੈ। ਅੱਛਾ, ਇਹ ਜਿਹੜੀ ਗੈਸ ਦੀ ਗੱਲ ਕੀਤੀ ਡਾਕਟਰ ਸਾਹਿਬ ਮੈਂ ਕੀਤੀ ਕਿਉਂਕਿ ਆਪਾਂ ਬੜਾ ਮਾਈਨਰ ਜਿਹਾ ਲੈ ਲੈਂਦੇ ਆ ਕਿ ਚਲੋ ਉਹ ਗੈਸ ਬਣੀ ਹੈ, ਕੋਈ ਅਜਵੈਨ ਖਾ ਲਓ, ਫੱਕੀ ਲੈ ਲਓ, ਇਹ ਲੈ ਲਓ, ਉਹ ਲੈ ਲਓ, ਕੋਈ ਮੈਡੀਸਨ ਲੈ ਲਓ। ਬੈਡ ਲੱਕ ਕਿ 3 ਸਾਲ ਪਹਿਲਾਂ ਮੇਰੇ ਬੜੇ ਕਲੋਜ਼ ਫਰੈਂਡ ਨੇ, ਉਹਨਾਂ ਦੇ ਹਸਬੈਂਡ ਦੀ ਡੈਥ ਦਾ ਜਿਹੜਾ ਕਾਰਨ ਸੀ ਐਕਚੁਅਲੀ ਉਹ ਇਹ ਸੀਗੀ, ਉਹਨਾਂ ਨੇ ਖਾਣਾ ਖਾਧਾ, ਉਸ ਖਾਣਾ ਖਾਣ ਤੋਂ ਬਾਅਦ ਉਹਨਾਂ ਨੂੰ ਗੈਸ ਬਣੀ ਤੇ ਬੀਪੀ ਲੋ ਹੋ ਗਿਆ, ਔਰ ਆਈਵੀ ਹਸਪੀਟਲ ਤੱਕ ਜਾਂਦੇ ਜਾਂਦੇ ਉਹ ਖਤਮ ਹੋ ਗਏ। ਉਹਦੇ ਵਿੱਚ ਮੈਂ ਇੰਨਾ ਕੁ ਪੁੱਛਣਾ ਚਾਹੂੰਗੀ ਕਿ ਜਿਸ ਤਰ੍ਹਾਂ ਉਹਨਾਂ ਨੇ ਖਾਣਾ
ਖਾਣਾ ਖਾਣ ਤੋਂ ਬਾਅਦ ਉਹਨਾਂ ਨੂੰ ਦਿੱਕਤ ਆਈ, ਇਨੋ ਵਗੈਰਾ ਹੋਰ ਇਹੋ ਜਿਹਾ ਕੁਝ ਉਹਨਾਂ ਨੇ ਜੋ ਘਰ ਦਾ ਉਪਚਾਰ ਸੀਗੇ ਉਹ ਕਰੇ ਉਹਨਾਂ ਨੇ। ਤੇ ਉਸ ਤੋਂ ਬਾਅਦ ਕੀ ਬੀਪੀ ਲੋ ਹੋਣ ਦਾ ਰੀਜ਼ਨ ਇਹ ਗੈਸ ਸੀ, ਇਹੀ ਪ੍ਰੋਬਲਮ ਸੀਗੀ, ਉਹਦੇ ਨਾਲ ਬੀਪੀ ਲੋ ਹੋਇਆ, ਔਰ ਕੀ ਡੈਥ ਬੀਪੀ ਲੋ ਹੋਣ ਨਾਲ ਹੋਈ ਜਾਂ ਕੋਈ ਹੋਰ ਰੀਜ਼ਨ ਵੀ ਹੋ ਸਕਦਾ? ਜੀ ਇਹ ਤਾਂ ਜਿੱਦਾਂ ਤੁਸੀਂ ਐਸਿਡਿਟੀ ਜਾਂ ਗੈਸ ਦਾ, ਜਿੱਦਾਂ ਕਈ ਵਾਰ ਇਹਨੂੰ ਜਦੋਂ ਪੜ੍ਹਾਈ ਕੀਤੀ ਸੀ ਉਹਦੇ ਕਹਿੰਦੇ ਸੀਗੇ ਕਿ ਇਹਦਾ ਡਿਫਰੈਂਸ਼ੀਅਲ ਡਾਇਗਨੋਸਿਸ ਹੁੰਦਾ ਹੈ ਕਿ ਕਈ ਵਾਰ ਦਿੱਕਤ ਏਦਾਂ ਹੁੰਦੀ ਹੈ ਵੀ ਤੁਹਾਨੂੰ ਹੁੰਦੀ ਹਾਰਟ ਦੀ ਹੈ, ਪਰ ਤੁਹਾਨੂੰ ਇਹ ਲੱਗਦਾ ਹੈ ਕਿ ਮੈਨੂੰ ਸ਼ਾਇਦ ਗੈਸ ਹੈ, ਔਰ ਕਈ ਵਾਰ ਉਲਟਾ ਵੀ ਹੁੰਦਾ ਹੈ ਵੀ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਗੈਸ ਦੀ, ਪਰ ਤੁਸੀਂ ਇੱਕਦਮ ਘਬਰਾ ਕੇ ਚਲੇ ਜਾਂਦੇ ਹੋ ਕਿ ਨਹੀਂ ਹਾਰਟ ਅਟੈਕ। ਤਾਂ ਕਿਉਂਕਿ ਇਹ ਦੋਨਾਂ ਦੇ ਜਿਹੜੇ ਸਿੰਪਟਮ ਨੇ ਉਹ ਆਲਮੋਸਟ ਸੇਮ ਹੀ ਹੈ, ਤੁਹਾਨੂੰ ਦਿੱਕਤ ਸੇਮ ਹੀ ਆਊਗੀ ਕਿ ਹਾਂ ਮਤਲਬ ਚੈਸਟ 'ਚ ਭਾਰੀਪਨ ਹੋ ਗਿਆ, ਥੋੜਾ ਸਾਹ ਆਉਣ 'ਚ ਜਿੱਦਾਂ ਜੇ ਗੈਸ ਵੀ ਹੋਊਗੀ ਹਾਰਟ ਨੂੰ ਪ੍ਰੈਸ ਕਰੇਗੀ ਤਾਂ ਤੁਹਾਨੂੰ ਉਦੋਂ ਵੀ ਥੋੜੀ ਘਬਰਾਹਟ ਜੀ ਹੋਏਗੀ। ਤੇ ਇਹਨਾਂ ਦੋਨਾਂ ਦੇ ਸਿੰਪਟਮ ਇੰਨੇ ਸੇਮ ਹੁੰਦੇ ਆ ਕਿ ਮਤਲਬ ਐਗਜ਼ੈਕਟਲੀ ਤੁਸੀਂ ਕਹਿ ਨਹੀਂ ਸਕਦੇ ਵੀ ਹਾਂ ਤੁਸੀਂ ਹੁਣ ਤੁਹਾਨੂੰ ਗੈਸ ਦੇ ਕਾਰਨ ਹੋਇਆ ਜਾਂ ਤੁਹਾਨੂੰ ਹਾਰਟ ਦੇ ਕਾਰਨ ਹੋਇਆ। ਤੇ ਉਹ ਬੇਸਿਕਲੀ ਹੈ ਕਿ ਅਗਰ ਮਤਲਬ ਉਹਨਾਂ ਨੂੰ ਜਿੱਦਾਂ ਇੰਨੀ ਜ਼ਿਆਦਾ ਦਿੱਕਤ ਹੋਈ ਤਾਂ ਕਿਤੇ ਨਾ ਕਿਤੇ ਉਹ ਹਾਰਟ ਦੀ ਵੀ ਉਹਨਾਂ ਨੂੰ ਕੋਈ ਦਿੱਕਤ ਹੋਏਗੀ। ਮਤਲਬ ਕਈ ਵਾਰ ਜਾਂ ਸਡਨਲੀ ਵੀ ਆ ਸਕਦਾ ਹੈ। ਹਾਂਜੀ ਜੇ ਵੀ ਗੈਸ ਜ਼ਿਆਦਾ, ਉਹਨਾਂ ਨੂੰ ਐਸਿਡਿਟੀ ਇੰਨੀ ਹੋ ਗਈ ਹੋਵੇ ਤੇ ਇੱਕਦਮ ਅਟੈਕ ਆ ਗਿਆ ਹੋਵੇ, ਇਹ ਵੀ ਹੋ ਸਕਦਾ। ਹਾਂ, ਕਿਉਂਕਿ ਗੈਸ ਨੂੰ ਵੀ ਅਗਰ ਤੁਸੀਂ ਇੱਕਦਮ ਹਲਕੇ ਲਾਓ ਤਾਂ ਉਹ ਵੀ ਮਤਲਬ ਸਹੀ ਨਹੀਂ ਹੈ, ਕਿਉਂਕਿ ਉਹ ਗੈਸ ਅੰਦਰ ਪੇਟ 'ਚ ਹੋਣਾ ਵੀ ਮਤਲਬ ਇੱਕ ਬਹੁਤ ਜ਼ਿਆਦਾ ਪੂਰੇ ਸਿਸਟਮ ਨੂੰ ਅਫੈਕਟ ਕਰਦੀ ਹੈ, ਕਿਉਂਕਿ ਜਿਹੜਾ ਆਪਣਾ ਮੇਨ ਡਾਈਜੈਸਟਿਵ ਸਿਸਟਮ ਹੈ ਉਹ ਇੱਕ ਬਹੁਤ ਮੇਨ ਸਿਸਟਮ ਹੈ ਆਪਣੀ ਬੋਡੀ ਦਾ। ਅਗਰ ਆਪਾਂ ਉਹਨਾਂ ਨੂੰ ਮਤਲਬ ਨਾ ਸਹੀ ਤਰੀਕੇ ਨਾਲ ਧਿਆਨ ਰੱਖੀਏ ਤਾਂ ਦੂਜੇ ਸਿਸਟਮ ਤੇ ਵੀ ਪੂਰਾ ਇਫੈਕਟ ਪਾਉਂਦੀ ਹੈ, ਚਾਹੇ ਤੁਸੀਂ ਨਰਵਸ ਸਿਸਟਮ ਲੈ ਲਓ, ਦਿਮਾਗ ਤੇ ਵੀ, ਜਿੱਦਾਂ ਕਈ ਕਹਿੰਦੇ ਹੁੰਦੇ ਮੇਰੇ ਦਿਮਾਗ ਤੇ ਗੈਸ ਚੜ ਗਈ, ਜਾਂ ਜਿੱਦਾਂ ਉਹ ਕਿ ਮੇਰੇ ਹਾਰਟ ਤੇ ਹੈ। ਇਸ ਲਈ ਗੈਸ ਨੂੰ ਇੱਕ ਮਤਲਬ ਆਪਾਂ ਨੂੰ ਏਦਾਂ ਉਹਨੂੰ ਇੱਕ ਛੋਟੀ ਚੀਜ਼ ਸਮਝ ਕੇ ਉੱਤੇ ਅਲਗੈਜੀ ਨਹੀਂ ਕਰਨੀ ਚਾਹੀਦੀ ਵੀ ਇਹ ਨਹੀਂ ਏਦਾਂ ਚਲੋ ਕੁਛ ਨਹੀਂ ਹੁੰਦਾ ਗੈਸ ਹੀ ਹੈ, ਏਦਾਂ ਨਹੀਂ। ਕਿਉਂਕਿ ਕਈ ਵਾਰ ਹੁੰਦਾ ਗੈਸ ਅਗਰ ਜਿੱਦਾਂ ਮਾਈਨਰ ਲੈ ਲੈਂਦੇ ਆਪਾਂ ਕਿ ਚਲੋ ਕੋਈ ਪ੍ਰੋਬਲਮ ਨਹੀਂ, ਹਾਂ ਵੀ ਚਲ ਗੈਸ ਹੀ ਹੈ, ਬਟ ਇਹ ਹੈ ਕਿ ਉਹਦੇ 'ਚ ਅਲਗੈਜੀ ਕਰਨੀ ਨਹੀਂ ਚਾਹੀਦੀ, ਕਿਉਂਕਿ ਕਈ ਵਾਰ ਲੰਬੇ ਟਾਈਮ ਅਗਰ ਤੁਸੀਂ ਉਹ ਦਿੱਕਤ ਕਰਦੇ ਹੋ, ਕਈ ਵਾਰ ਕੈਂਸਰ ਦੇ ਰੂਪ ਜਾਂ ਅੰਦਰ ਉਹ ਆਂਤੜਾਂ ਨੂੰ ਅਗਰ ਬਾਰ-ਬਾਰ ਉਹ ਕਰੇਗੀ, ਇਰੀਟੇਟ ਕਰੇਗੀ, ਤਾਂ ਇਹ ਮਤਲਬ ਵੱਡੀ ਦਿੱਕਤ 'ਚ ਵੀ ਵੱਧ ਸਕਦੀ ਹੈ। ਜੀ ਇੱਕ ਚੀਜ਼ ਡਾਕਟਰ ਸਾਹਿਬ ਮੇਰੇ ਹੋਰ ਦਿਮਾਗ ਵਿੱਚ ਆਈ ਆ, ਅੱਜ ਕੱਲ ਕਾਫੀ ਮੈਨੂੰ ਦੇਖਣ ਨੂੰ ਮਿਲਦਾ ਹੈ ਨਾ, ਜਾਂ ਇਹ ਕਹਿ ਲਓ ਕੁਝ ਐਸੀ ਹੀ ਫੈਮਲੀਜ਼ ਨਾਲ ਮੇਰਾ ਵਾਹ ਪਿਆ, ਜਿਹੜੇ ਬੱਚੇ ਬਾਏ ਬਰਥ ਡਿਸੇਬਲ ਹੁੰਦੇ ਨੇ ਹਨਾ, ਉਹਦੇ ਕੀ ਰੀਜ਼ਨ ਨੇ ਡਾਕਟਰ ਸਾਹਿਬ, ਜਾਂ ਉਹਨਾਂ ਦਾ ਕੋਈ ਹੋਮੋਪੈਥੀ ਦੇ ਵਿੱਚ ਟ੍ਰੀਟਮੈਂਟ ਹੈਗਾ? ਕਈ ਬੱਚੇ ਹੁੰਦੇ ਨੇ ਉਹਨਾਂ ਦੀ ਨਿਗਾਹ ਠੀਕ ਹੁੰਦੀ ਆ, ਬਾਕੀ ਜਿਹੜੇ ਬੋਡੀ ਪਾਰਟਸ ਆ ਉਹਨਾਂ ਦੇ ਉਹ ਜਿਹੜੇ ਹੈਗੇ ਆ ਚੱਲਦੇ ਆ ਫਿਰਦੇ ਆ, ਬਟ ਉਹ ਆਪਣਾ ਕੰਮ ਆਪ ਨਹੀਂ ਕਰਦੇ। ਇੱਕ ਹੁੰਦੇ ਆ ਜਿਹੜੇ ਥੋੜਾ ਬਹੁਤ ਕੰਮ ਕਰ ਸਕਦੇ ਆ, ਪਰ ਆਪਣੀ ਏਜ ਨਾਲੋਂ ਅਗਰ 10 ਸਾਲ ਦੀ ਉਮਰ ਹੈਗੀ ਆ ਤੇ 5 ਸਾਲ ਦੇ ਬੱਚੇ ਜਿੰਨਾ ਬ੍ਰੇਨ ਕੰਮ ਕਰਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਕੀ ਇਹਨਾਂ ਦਾ ਵੀ ਟ੍ਰੀਟਮੈਂਟ ਤੁਹਾਡੀ ਹੋਮੋਪੈਥੀ ਦੇ ਵਿੱਚ ਕੋਈ ਹੈ ਪਰਮਾਨੈਂਟ? ਇਹ ਵਾਲੇ ਕੇਸ ਦੇ ਵਿੱਚ ਜਿੱਦਾਂ ਕਈ ਏਦਾਂ ਦੇ ਤੁਸੀਂ ਦੇਖਿਆ ਹੁੰਦੇ ਆ ਵੀ ਕਈ ਬੱਚੇ ਜਿੱਦਾਂ ਡਿਲੇਡ ਮਾਈਲਸਟੋਨ ਹੁੰਦੇ ਉਹਨਾਂ ਦੇ, ਵੀ ਕਈ ਬੱਚੇ ਜਿੱਦਾਂ ਦੇਰ ਨਾਲ ਬੋਲਣ ਲੱਗਦੇ ਆ ਜਾਂ ਕਈ ਦੇਰ ਨਾਲ ਚੱਲਣ ਲੱਗਦੇ ਆ, ਕਿਸੇ ਦੇ ਦੇਰ ਨਾਲ ਦੰਦ ਆਉਂਦੇ ਆ, ਉਹ ਵਾਲੇ ਕੇਸਿਸ ਦੇ ਵਿੱਚ ਹੋਮਿਓਪੈਥੀ ਦਾ ਕਾਫੀ ਅੱਛਾ ਇਫੈਕਟ ਹੈ। ਬਟ ਜਿੱਦਾਂ ਤੁਸੀਂ ਕਿਹਾ ਕਿ ਕਈ ਏਦਾਂ ਹੁੰਦੇ ਆ ਜਿਹਦੇ ਵਿੱਚ ਕ੍ਰੋਮੋਸੋਮਲ ਐਬਨੋਰਮੈਲਿਟੀ ਹੋਵੇ, ਜਿੱਦਾਂ ਕਈਆਂ ਡਾਊਨ ਸਿੰਡਰੋਮ ਹੋਇਆ, ਉਹਦੇ ਵਿੱਚ ਥੋੜਾ ਜੈਨੇਟਿਕ ਉਹ ਮਤਲਬ ਇਫੈਕਟ ਹੈ, ਜੈਨੇਟਿਕ ਪ੍ਰੋਬਲਮ ਹੈ। ਉਹਦੇ ਵਿੱਚ ਇਹ ਹੈ ਕਿ ਪਰਮਾਨੈਂਟ ਇਲਾਜ ਥੋੜਾ ਹੋਮਿਓਪੈਥੀ ਦੇ ਵਿੱਚ ਮੁਸ਼ਕਿਲ ਹੈ, ਬਟ ਇਹ ਹੈ ਕਿ ਤੁਸੀਂ ਉਹਨੂੰ ਸਿੰਪਟੋਮੈਟਿਕਲੀ ਪੇਸ਼ੈਂਟ ਨੂੰ ਉਹ ਮਤਲਬ ਹੈਲਪ ਕਰ ਸਕਦੇ ਹੋ, ਹੋਮਿਓਪੈਥੀ ਦਾ ਉਹ ਹੈ ਉਹਦੇ 'ਚ। ਬਟ ਕ੍ਰੋਮੋਸੋਮਲ ਐਬਨੋਰਮੈਲਿਟੀ 'ਚ ਥੋੜਾ ਹੀ ਹੈ ਕਿ ਹਲੇ ਇੰਨੀ ਐਡਵਾਂਸਮੈਂਟ ਹੋਈ ਨਹੀਂ, ਐਲੋਪੈਥੀ ਦੇ ਵਿੱਚ ਵੀ ਹਜੇ ਇੰਨਾ ਖਾਸ ਉਹ ਨਹੀਂ ਹੈਗਾ, ਤੇ ਹੋਮਿਓਪੈਥੀ ਦੇ ਵਿੱਚ ਵੀ ਹਜੇ ਮਤਲਬ ਕ੍ਰੋਮੋਸੋਮਲ ਐਬਨੋਰਮੈਲਿਟੀ 'ਚ ਥੋੜੀ ਇਹ ਲਿਮਿਟੇਸ਼ਨ ਹੈਗੀ ਹੈ ਹੋਮਿਓਪੈਥੀ, ਕਿ ਉਹਦੇ 'ਚ ਇਹ ਨਹੀਂ ਕਿ ਤੁਸੀਂ ਐਕਸਪੈਕਟ ਕਰੋ ਕਿ ਹਾਂ ਬਿਲਕੁਲ ਉਹ ਠੀਕ ਹੋ ਜਾਏਗਾ, ਉਹ ਥੋੜਾ ਮੁਸ਼ਕਿਲ ਹੈ ਕ੍ਰੋਮੋਸੋਮਲ ਐਬਨੋਰਮੈਲਿਟੀਜ਼ 'ਚ ਸਪੈਸੀਫਿਕਲੀ। ਬਟ ਅਦਰਵਾਈਜ਼ ਜਿੱਦਾਂ ਡਿਲੇਡ ਮਾਈਲਸਟੋਨ ਦੇ ਵਿੱਚ ਕਾਫੀ ਅੱਛੇ ਰਿਜ਼ਲਟ ਹੈ। ਐਲਕੇਰੀਆ ਕਾਬ ਵਗੈਰਾ ਸਾਡੀ ਕਾਫੀ ਅੱਛੀ ਮੈਡੀਸਨ ਹੈ, ਪੈਰਾਈਟਾ ਕਾਬ ਹੋਈ, ਜਾਂ ਜਿੱਦਾਂ ਕਈ ਬੱਚੇ ਮਤਲਬ ਕਹਿੰਦੇ ਹੁੰਦੇ ਵੀ ਹਾਂ ਉਹਨਾਂ ਦਾ ਦਿਮਾਗ ਥੋੜਾ ਘੱਟ ਹੈ ਜਾਂ ਜਿੱਦਾਂ ਜਲਦੀ ਯਾਦ ਨਹੀਂ ਕਰ ਸਕਦੇ, ਮੈਮਰੀ ਨਹੀਂ ਹੈਗੀ, ਉਹਦੇ ਵਿੱਚ ਬਹੁਤ ਅੱਛੇ ਇਫੈਕਟ ਹੈ ਹੋਮਿਓਪੈਥੀ। ਡਾਕਟਰ ਸਾਹਿਬ ਇਹ ਵੀ ਕੀ ਰੀਜ਼ਨ ਹੁੰਦਾ ਹੈ ਕਿ ਬੱਚਾ ਵੈਸੇ ਬਹੁਤ ਇੰਟੈਲੀਜੈਂਟ ਹੈ ਔਰ
ਅਵੇਅਰ ਵੀ ਹੈ, ਇੰਟੈਲੀਜੈਂਟ ਵੀ ਹੈ, ਜੀਕੇ ਵੀ ਅੱਛੀ ਹੈ, ਉਹਦੀ ਜਨਰਲ ਨੌਲੇਜ ਵੀ ਅੱਛੀ ਹੈ, ਸਾਰਾ ਕੁਝ ਅੱਛਾ ਹੈਗਾ, ਪਰ ਜਦੋਂ ਉਹ ਐਗਜ਼ਾਮੀਨੇਸ਼ਨ ਹਾਲ 'ਚ ਜਾਂਦਾ ਹੈ ਉਸ ਟਾਈਮ ਉਹ ਬਿਲਕੁਲ ਜ਼ੀਰੋ ਹੋ ਜਾਂਦਾ, ਡਲ ਹੋ ਜਾਂਦਾ। ਇਹਦਾ ਵੀ ਕੀ ਰੀਜ਼ਨ ਹੈ ਔਰ ਇਹਦਾ ਵੀ ਕੋਈ ਟ੍ਰੀਟਮੈਂਟ ਤੁਹਾਡੀ ਹੋਮੋਪੈਥੀ ਵਿੱਚ? ਜੀ ਜੀ, ਇਹਦਾ ਕੀ ਹੈ, ਐਕਚੁਅਲੀ ਕਈ ਵਾਰ ਹੁੰਦਾ ਕਿ ਜਿਹੜਾ ਬੱਚਾ ਹੈ ਉਹ ਨਰਵਸ ਹੋ ਜਾਂਦਾ ਹੈ, ਉਹਨੂੰ ਇਹ ਐਂਟੀਸਿਪੇਟਰੀ ਐਂਜ਼ਾਇਟੀ ਇਹਨੂੰ ਕਹਿੰਦੇ ਆ ਵੀ ਹਾਂ ਪਹਿਲਾਂ ਜਦੋਂ ਉਹਨੇ ਸਾਰਾ ਯਾਦ ਤਾਂ ਸਭ ਕੁਝ ਕਰ ਲਿਆ, ਪਰ ਜਿੱਦਾਂ ਹੀ ਕੁਐਸਚਨ ਪੇਪਰ ਦੇਖਿਆ ਤਾਂ ਸਭ ਕੁਝ ਭੁੱਲ ਗਿਆ। ਉਹ ਐਂਜ਼ਾਇਟੀ ਦਾ ਇੱਕ ਫਾਰਮ ਹੈ ਜਿਹਨੂੰ ਕਹਿੰਦੇ ਆ ਐਂਟੀਸਿਪੇਟਰੀ ਐਂਜ਼ਾਇਟੀ। ਇਹਦਾ ਹੋਮਿਓਪੈਥੀ ਦੇ ਵਿੱਚ ਕਾਫੀ ਅੱਛਾ ਰਿਜ਼ਲਟ ਹੈ, ਬਹੁਤ ਅੱਛੀ ਸਾਡੀ ਮੈਡੀਸਨ है, आर्जेंटम नाइट्रिकम है और कालीफॉस वगैरह है, काफी अच्छे हैं, मतलब बड़े अच्छे रिजल्ट है इस चीज के ਵਿੱਚ बहुत अच्छा है ਜੀ। ਡਾਕਟਰ ਸਾਹਿਬ, ਮੇਰਾ ਖਿਆਲ ਹੈ ਅਸੀਂ ਹਰ ਸਬਜੈਕਟ ਤੇ ਗੱਲ ਕਰ ਲਿੱਤੀ ਹੈ ਤੇ ਹੁਣ ਆਪਾਂ ਸਕਿਨ ਔਰ ਹੇਅਰ ਤੇ ਵੀ ਆ ਜਾਈਏ। ਜਿਸ ਤਰ੍ਹਾਂ ਸਕਿਨ ਪ੍ਰੋਬਲਮਸ ਅੱਜ ਕੱਲ੍ਹ ਲੋਕਾਂ ਨੂੰ ਬੜੀਆਂ ਵੱਧ ਰਹੀਆਂ ਨੇ, ਹਨਾ, ਬਹੁਤ ਜ਼ਿਆਦਾ ਵੱਧ ਰਹੀ ਆ, ਔਰ ਹੇਅਰ ਫਾਲਿੰਗ ਬੜੀ ਵੱਧ ਰਹੀ ਆ, ਔਰ ਸਿਰ ਦੇ ਵਿੱਚ ਸਿੱਕਰੀ, ਇਹ ਉਹ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਲੋਕਾਂ ਨੂੰ ਵੱਧ ਰਹੀਆਂ ਨੇ, ਪੈਚਿਸ ਬਣ ਕੇ ਵਾਲਾਂ ਦਾ ਨਿਕਲਣਾ, ਹਨਾ, ਕਈ ਲੋਕਾਂ ਦੇ ਆਪਾਂ ਦੇਖਦੇ ਪੈਚ ਬਣ ਜਾਂਦੇ ਨੇ ਛੋਟੇ ਛੋਟੇ ਗੋਲ ਗੋਲ, ਉਹਨੇ ਏਰੀਏ ਚੋਂ ਵਾਲ ਉਤਰ ਜਾਂਦੇ। ਇਹਦੇ ਉੱਤੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਔਰ ਕੀ ਟ੍ਰੀਟਮੈਂਟ ਹੈ ਤੁਹਾਡੇ ਹੋਮੋਪੈਥੀ? ਜੀ, ਬਾਲਨੈਸ ਜਿੱਦਾਂ ਹੇਅਰ ਫਾਲ ਤੇ ਜਿਹੜਾ ਤੁਸੀਂ ਮੈਂਸ਼ਨ ਕੀਤਾ ਬਾਲਨੈਸ, ਉਹ ਦੋਨੋਂ ਇੱਕ ਮਤਲਬ ਦੋਨੋਂ ਡਿਫਰੈਂਟ ਨੇ। ਜਿੱਦਾਂ ਜਿਹੜਾ ਤੁਸੀਂ ਕਹਿੰਦੇ ਵਾਲ ਝੜਨਾ, ਉਹ ਤਾਂ ਹੁੰਦਾ ਵੀ ਕਈ ਵਾਰ ਹੁੰਦਾ ਕਿ ਵੈਸੇ ਹੀ ਆਪਣੇ ਡਰਾਈਨੈਸ ਕਾਰਨ ਹੋਇਆ, ਜਾਂ ਕੋਈ ਆਪਾਂ ਨੂੰ ਜਿੱਦਾਂ ਐਕਿਊਟ ਦਿੱਕਤ ਹੋਈ ਹੋਵੇ, ਜਿੱਦਾਂ ਟਾਈਫਾਈਡ ਵਗੈਰਾ ਜਾਂ ਕਰੋਨਾ ਹੋਇਆ ਉਸ ਤੋਂ ਬਾਅਦ ਹੇਅਰ ਫਾਲ ਹੋਇਆ, ਜਾਂ ਹਾਰਮੋਨਲ ਇਸ਼ੂਜ਼ ਹੁੰਦੇ ਆ, ਜਿੱਦਾਂ ਆਪਾਂ ਕਹਿੰਦੇ ਨੇ ਕਿ ਜਿੱਦਾਂ ਕਈ ਜਿੱਦਾਂ ਮੇਲਸ ਦੇ ਵਿੱਚ ਇੱਥੋਂ ਪਿੱਛੋਂ ਦੀ ਗੰਜ ਪੈ ਜਾਂਦੀ ਹੈ, ਜਾਂ ਔਰਤਾਂ ਦੇ ਇੱਥੋਂ ਦੀ ਘਟ ਜਾਂਦੇ ਆ ਵਾਲ, ਉਹ ਸਾਰੇ ਹਾਰਮੋਨਲ ਇਸ਼ੂਜ਼ ਹੈ ਤੇ ਉਹਦੀ ਅਲੱਗ ਟ੍ਰੀਟਮੈਂਟ ਹੈ, ਜਿੱਦਾਂ ਉਹਦੇ ਵਿੱਚ ਅਸੀਂ ਅਲੱਗ ਦਵਾਈ ਦਿੰਦੇ ਹਾਂ। ਤੇ ਜਿਹੜਾ ਤੁਸੀਂ ਦੱਸਿਆ ਕਿ ਜਿਹੜਾ ਗੰਜ ਪੈ ਜਾਂਦੀ ਹੈ, ਉਹਨੂੰ ਕਹਿੰਦੇ ਆ ਐਲੋਪੇਸ਼ੀਆ ਏਰੀਆਟਾ। ਉਹ ਜਿਹੜਾ ਹੈਗਾ ਉਹ ਆਟੋ ਇਮਿਊਨ ਦਿੱਕਤ ਹੈ। ਉਹਦੇ ਵਿੱਚ ਕੀ ਹੁੰਦਾ ਵੀ ਜਿਹੜੀ ਆਪਣੇ ਬਾਡੀ ਦੀ ਇਮਿਊਨ ਸਿਸਟਮ ਹੈ, ਉਹ ਆਪਣੀ ਮਤਲਬ ਆਪਣੀ ਬਾਡੀ ਦੇ ਜਿਹੜੇ ਸੈੱਲ ਨੇ, ਉਹ ਜਿਹੜੇ ਸਿਰਾਂ ਦੇ ਜਿਹੜੇ ਸੈੱਲ ਨੇ, ਹੇਅਰ ਫੋਲੀਕਲ ਨੇ, ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ, ਤੇ ਉਹ ਆਟੋ ਇਮਿਊਨ ਕੰਡੀਸ਼ਨ ਹੈ। ਉਹਦੇ ਵਿੱਚ ਜਿਹੜੀ ਲਾਈਨ ਆਫ ਟ੍ਰੀਟਮੈਂਟ ਹੈ ਉਹ ਮਤਲਬ ਦੂਸਰੇ ਟਾਈਪ ਦੀ ਹੈ, ਪਰ ਇਹ ਕਿ ਇਫੈਕਟ ਦੋਨਾਂ ਦੇ ਵਿੱਚ ਹੀ ਕਾਫੀ ਅੱਛੇ ਹੈ। ਹੋਮਿਓਪੈਥੀ ਦੇ ਵਿੱਚ ਸਕਿਨ ਤੇ ਹੇਅਰ ਦੇ ਵੀ ਕਾਫੀ ਅੱਛੇ ਇਫੈਕਟਸ ਨੇ, ਬਹੁਤ ਤੁਹਾਨੂੰ ਥੋੜੇ ਟਾਈਮ ਤੁਸੀਂ ਖਾਓ ਤੇ ਫਿਰ ਉਹ ਤੁਹਾਡੇ ਬੜੀ ਜਲਦੀ ਉਹਨੂੰ ਆਰਾਮ ਲੱਗਦਾ ਉਹਦੇ ਵਿੱਚ। ਨਹੀਂ ਕਿ ਬਹੁਤ ਲੌਂਗ ਟਾਈਮ ਤੱਕ ਤੁਸੀਂ ਟ੍ਰੀਟਮੈਂਟ? ਹਾਂ, ਲੌਂਗ ਟਾਈਮ ਤੱਕ ਤਾਂ ਨਹੀਂ, ਇਹ ਕਿ ਤੁਹਾਨੂੰ ਨੋਟਿਸ ਬਹੁਤ ਜਲਦੀ ਕਰੋਗੇ ਤੁਸੀਂ ਵੀ, ਇਫੈਕਟ ਬੜੀ ਜਲਦੀ ਹੁੰਦਾ ਹੈ ਤੁਹਾਡੀ ਡੈਂਸਿਟੀ ਤੇ, ਹੇਅਰ ਡੈਂਸਿਟੀ ਤੇ ਐਂਡ ਸੌਫਟਨੈਸ ਤੇ ਬੜੇ ਅੱਛੇ ਇਫੈਕਟ ਹੈ ਇਹਦੇ। ਡਾਕਟਰ ਸਾਹਿਬ, ਜਿੱਦਾਂ ਫੇਸ ਦੇ ਉੱਤੇ ਬਹੁਤ ਛਾਈਆਂ ਪੈ ਜਾਂਦੀਆਂ ਨੇ, ਹਨਾ, ਬੜਾ ਸੋਹਣਾ ਜਿਹਾ ਚੰਨ ਵਰਗਾ ਮੁਖੜਾ ਹੁੰਦਾ, ਲੇਕਿਨ ਸਾਈਡਾਂ ਤੇ, ਹਨਾ, ਕਿਸੇ ਵੀ ਵੀਕਨੈਸ ਕਰਕੇ, ਉਹ ਤੁਹਾਨੂੰ ਪਤਾ, ਤੁਸੀਂ ਐਕਸਪਲੇਨ ਕਰੋਗੇ, ਛਾਈਆਂ ਪੈ ਜਾਂਦੀਆਂ ਨੇ, ਉਹ ਕਿਹੜੇ ਕਿਹੜੇ ਕਾਰਨ ਹੈ ਤੇ ਉਹਨਾਂ ਦਾ ਵੀ ਕੀ ਪਰਮਾਨੈਂਟ ਟ੍ਰੀਟਮੈਂਟ ਹੋਮੋਪੈਥੀ ਦੇ ਵਿੱਚ? ਜੀ, ਜਿਹੜੀ ਛਾਈਆਂ ਜਿਹੜੀਆਂ ਹੁੰਦੀਆਂ ਬੇਸਿਕਲੀ, ਉਹ ਤੁਸੀਂ ਦੇਖਿਆ ਹੋਣਾ ਕਿ ਜ਼ਿਆਦਾਤਰ ਉਹਦੇ ਦੋ ਕਾਰਨ ਹੈ। ਇੱਕ ਤਾਂ ਜਿੱਦਾਂ ਔਰਤਾਂ ਦੇ ਵਿੱਚ ਪ੍ਰੈਗਨੈਂਸੀ ਤੋਂ ਬਾਅਦ ਮਤਲਬ ਇਹ ਤੁਸੀਂ ਦੇਖਿਆ ਹੋਣਾ ਦਿੱਕਤ ਕੀ ਕਾਫੀ ਜ਼ਿਆਦਾ ਆ ਜਾਂਦੀ ਹੈ, ਉਹਦੇ ਪਿੱਛੇ ਰੀਜ਼ਨ ਹੈ ਕਿ ਹਾਰਮੋਨਲ ਇਸ਼ੂਜ਼ ਹੋ ਜਾਂਦੇ ਆ, ਕਿ ਪ੍ਰੈਗਨੈਂਸੀ ਦੇ ਵਿੱਚ ਹਾਰਮੋਨਸ ਦਾ ਬੜਾ ਉਤਾਰ ਚੜਾਅ ਹੁੰਦਾ, ਕੋਈ ਹਾਰਮੋਨ ਕੋਈ ਘਟ ਗਿਆ, ਉਹਦੇ ਨਾਲ ਫਿਰ ਉਹ ਮੈਲੈਨਿਨ ਪਿਗਮੈਂਟ ਤੇ ਇਫੈਕਟ ਪੈਂਦਾ, ਜਿਹਦੇ ਕਾਰਨ ਆਪਣੇ ਮਤਲਬ ਫੇਸ ਸਾਰਾ ਉਹ ਬਲੈਮਿਸ਼ਸ ਨਾਲ ਕਵਰ ਹੋ ਜਾਂਦਾ ਹੈ। ਤੇ ਦੂਜਾ ਇਫੈਕਟ ਜਿਹੜਾ ਹੈਗਾ, ਉਹ ਜਿਹੜਾ ਕਾਰਨ ਹੈ ਉਹ ਹੈ ਕਿ ਧੁੱਪ ਦੇ ਵਿੱਚ ਜਾਣਾ, ਜਦੋਂ ਧੁੱਪ 'ਚ ਤੁਸੀਂ ਜ਼ਿਆਦਾ ਜਾਓਗੇ ਤਾਂ ਫਿਰ ਉਹਦੇ ਨਾਲ ਤੁਹਾਡੇ ਉਹ ਬਲੈਮਿਸ਼ਸ ਜਿਹੜੀਆਂ ਉਹ ਜ਼ਿਆਦਾ ਹੋ ਜਾਣਗੀਆਂ। ਤੇ ਇਹਨਾਂ ਦਾ ਹੋਮਿਓਪੈਥੀ ਦੇ ਵਿੱਚ ਕਾਫੀ ਅੱਛਾ ਹੈਗਾ ਰਿਜ਼ਲਟ, ਬਹੁਤ ਅੱਛੀਆਂ ਦਵਾਈਆਂ ਨੇ ਇਹਦੇ ਵਿੱਚ ਜਿਹੜੀਆਂ ਇਹਨੂੰ ਠੀਕ ਕਰਦੀਆਂ। ਉਹੀ ਪਰ ਮਤਲਬ ਪ੍ਰੋਪਰ ਹਿਸਟਰੀ ਤੋਂ ਬਾਅਦ ਹੀ ਉਹ ਆਪਾਂ ਜਾਣ ਸਕਦੇ ਹਾਂ ਵੀ ਹਾਂ ਕਿਹੜੀ ਦਵਾਈ ਹੈ, ਕਿ ਹਰ ਇਨਸਾਨ ਅਗਰ ਦੋ ਔਰਤਾਂ ਮਿਲ ਦੋਨਾਂ ਨੂੰ ਵੀ ਛਾਈਆਂ ਦੀ ਅਗਰ ਦਿੱਕਤ ਹੈ, ਦੋਨਾਂ ਦੀ ਮੈਡੀਸਨ ਅਲੱਗ ਹੋਏਗੀ। ਇਹ ਨਹੀਂ ਵੀ ਹਾਂ ਇੱਕ ਨੇ ਦਵਾਈ ਲਿੱਤੀ ਤਾਂ ਦੂਜੇ ਨੇ ਵੀ ਕਿਹਾ ਕਿ ਹਾਂ ਚਲੇ ਮੈਨੂੰ ਮੈਂ ਵੀ ਖਾ ਲੈਂਦੀ ਹਾਂ, ਮੈਨੂੰ ਵੀ ਅਸਰ ਕਰੇਗੀ, ਉੱਦਾਂ ਨਹੀਂ। ਉਹਨਾਂ ਦੀ ਅਲੱਗ-ਅਲੱਗ ਦਵਾਈ ਹੋਏਗੀ ਡਿਪੈਂਡਿੰਗ ਅਪਨ ਕਿ ਉਹਨਾਂ ਦੀ ਕੀ ਇੰਡੀਵਿਜੂਅਲਿਟੀ ਹੈ, ਕੀ ਪੈਕਿਊਲੀਅਰ ਚੀਜ਼ਾਂ ਉਹਨਾਂ ਦੀ, ਕਿਹੜੀ ਪਰਸਨੈਲਿਟੀ ਹੈ ਉਹਨਾਂ ਦੀ, ਉਸ ਦੇ ਹਿਸਾਬ ਨਾਲ। ਜੀ ਡਾਕਟਰ ਸਾਹਿਬ, ਜਿੱਦਾਂ ਆਪਾਂ ਹਾਰਮੋਨਸ ਦੀ ਗੱਲ ਵਾਰ-ਵਾਰ ਕਰ ਰਹੇ ਹਾਂ, ਅਕਸਰ ਮੀਨੋਪੌਜ਼ ਤੋਂ ਬਾਅਦ ਹਾਰਮੋਨਸ ਦੇ ਵਿੱਚ ਬਹੁਤ ਵੱਡਾ ਚੇਂਜ ਆਉਂਦਾ, ਜਿਹਦੇ ਕਰਕੇ ਹੌਟ ਫਲੈਸ਼ਿਸ ਆਉਂਦੇ ਨੇ, ਘਬਰਾਹਟ ਹੁੰਦੀ ਹੈ, ਨੇਚਰ ਦੇ ਵਿੱਚ ਚੇਂਜ ਆ ਜਾਂਦਾ ਹੈ, ਆਈ ਸਾਈਟ ਦੇ ਵਿੱਚ ਚੇਂਜ ਆ ਜਾਂਦਾ ਹੈ, ਹਨਾ, ਤੁਹਾਡੇ ਵਾਲਾਂ ਤੇ ਵੀ ਇਫੈਕਟ ਹੁੰਦਾ ਇਸ ਚੀਜ਼ ਦਾ।
ਤੇ ਕੀ ਆਰਟੀਫੀਸ਼ੀਅਲ ਹਾਰਮੋਨਸ ਲੈਣੇ ਚਾਹੀਦੇ ਨੇ ਜਾਂ ਫਿਰ ਉਹਨਾਂ ਨੂੰ ਮੇਨਟੇਨ ਰੱਖਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਉਹਦੇ ਬਾਰੇ ਤੁਸੀਂ ਦੱਸੋ, ਤੇ ਉਹਦਾ ਕੋਈ ਟ੍ਰੀਟਮੈਂਟ ਤੁਹਾਡੀ ਹੋਮੋਪੈਥੀ ਦੇ ਵਿੱਚ ਕੋਈ ਹੈ? ਜੀ ਹੋਮਿਓਪੈਥੀ ਦੇ ਵਿੱਚ ਉਹੀ ਹੈ, ਮਤਲਬ ਆਰਟੀਫਿਸ਼ੀਅਲ ਹਾਰਮੋਨਸ ਲੈਣਾ ਤਾਂ ਮੈਂ ਨਹੀਂ ਉਹ ਕਹੂੰਗੀ, ਕਿਉਂਕਿ ਮਤਲਬ ਉਹ ਕਿੰਨੇ ਟਾਈਮ ਤੁਸੀਂ ਉਹ ਚੀਜ਼ ਕਰੋਗੇ, ਐਂਡ ਆਰਟੀਫਿਸ਼ੀਅਲ ਹਾਰਮੋਨਸ ਦੇ ਆਪਣੇ ਸਾਈਡ ਇਫੈਕਟ ਹੈ, ਉਹ ਤੁਸੀਂ ਇਹ ਲਓਗੇ ਤਾਂ ਅਲਟੀਮੇਟਲੀ ਉਹ ਵੀ ਜਿੱਦਾਂ ਹਾਰਮੋਨਸ ਤੁਸੀਂ ਉਹ ਕੰਟਰਾਸੈਪਟਿਵ ਪਿਲ ਵੀ ਸੁਣੇ, ਉਹਨਾਂ ਦੇ ਹਾਰਟ ਦੇ ਉੱਪਰ ਬੜੇ ਇਫੈਕਟ ਹੁੰਦੇ ਆ ਜਾਂ weight ਵਧਾ ਦਿੰਦੇ ਆ ਬਹੁਤ ਜ਼ਿਆਦਾ। ਤੇ ਹੋਮਿਓਪੈਥੀ ਦੇ ਵਿੱਚ ਕਾਫੀ ਅੱਛੀ ਮੈਡੀਸਨ ਹੈਗੀ ਹੈ ਸਾਡੇ, ਮਤਲਬ ਸਲਫਰ ਵਗੈਰਾ ਹੋਈ, ਪਲਸੈਟਿਲਾ ਹੋਈ, ਜਿਨ੍ਹਾਂ ਦੇ ਜਿੱਦਾਂ ਤੁਸੀਂ ਅਗਰ ਪੇਸ਼ੈਂਟ ਨੂੰ ਦਿਓ ਤਾਂ ਉਹਨਾਂ ਦੀ ਸਾਰੀਆਂ ਇਹ ਜਿਹੜੀ ਦਿੱਕਤਾਂ ਨੇ ਉਹ ਸਾਰੀਆਂ ਠੀਕ ਹੋ ਜਾਂਦੀਆਂ, ਚਾਹੇ ਉਹ ਮਤਲਬ ਬੋਨ ਡੈਂਸਿਟੀ ਘਟ ਗਈ ਜਾਂ ਉਹਨਾਂ ਨੂੰ ਇਹ ਜਿੱਦਾਂ ਤੁਸੀਂ ਦੱਸਿਆ ਹੌਟ ਫਲੈਸ਼ਸ ਹੋ ਗਏ ਜਾਂ ਇਰੀਟੇਬਿਲਿਟੀ ਹੋ ਗਈ, ਹੋਰ ਜਿਹੜੇ ਸਾਰੇ ਮਤਲਬ ਉਹਨਾਂ ਦੀ ਦਿੱਕਤਾਂ ਨੇ ਉਹ ਸਾਰੀ ਹੋਮਿਓਪੈਥੀ ਦੇ ਵਿੱਚ ਉਹਦੇ ਬੜੇ ਅੱਛੇ ਰਿਜ਼ਲਟ ਨੇ। ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਬਹੁਤ ਅੱਛਾ ਲੱਗਿਆ ਤੁਹਾਡੇ ਕੋਲੋਂ ਇੰਨੀ ਡਿਟੇਲ ਦੇ ਵਿੱਚ ਜਾਣ ਕੇ ਸਾਰਾ ਕੁਝ। ਔਰ ਮੈਂ ਚਾਹੂੰਗੀ ਕਿ ਤੁਸੀਂ ਕਿਉਂਕਿ ਸਾਡਾ ਜਿਹੜੀ ਵਕਤ ਦੀ ਸੂਈ ਆ ਉਹ ਬੜੀ ਸਪੀਡ ਨਾਲ ਚੱਲ ਰਹੀ ਆ, ਦਿਲ ਤਾਂ ਨਹੀਂ ਕਰਦਾ, ਦਿਲ ਕਰਦਾ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਤੁਹਾਡੇ ਕੋਲੋਂ ਲਿੱਤੀ ਜਾਵੇ ਔਰ ਸਾਡੇ ਸਰੋਤਿਆਂ ਦਾ ਫਾਇਦਾ ਹੋ ਸਕੇ। ਲੇਕਿਨ ਤੁਸੀਂ ਇਸ ਤੋਂ ਪਹਿਲਾਂ ਕਿ ਕੋਈ ਮੈਸੇਜ ਦੇ ਕੇ ਜਾਓ ਜਾਂਦੇ ਜਾਂਦੇ ਕਿ ਸਾਨੂੰ ਕਿਸ ਤਰ੍ਹਾਂ ਆਪਣੀ ਹੈਲਥ ਦਾ ਖਿਆਲ ਰੱਖਣਾ ਚਾਹੀਦਾ ਹੈ, ਉਸ ਤੋਂ ਪਹਿਲਾਂ ਮੈਂ ਚਾਹੂੰਗੀ ਆਪਣੇ ਸਰੋਤਿਆਂ ਦੇ ਰੂਬਰੂ ਹੋਣਾ। ਸ਼ਾਇਦ ਕਿਸੇ ਦਾ ਕੋਈ ਐਸਾ ਸਵਾਲ ਨਾ ਹੋਵੇ ਜੋ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਦੇ ਜੀ। ਸੋ ਮਿਲਦੇ ਹਾਂ ਜੀ ਆਪਾਂ ਆਪਣੇ ਸਰੋਤਿਆਂ ਨੂੰ। ਹਾਂਜੀ, ਪਹਿਲਾਂ ਸਾਡੇ ਰੰਗ ਐਫਐਮ ਦੀ ਟੀਮ ਤੁਹਾਡਾ ਗ੍ਰੇਸ਼ੀਅਸ ਵੈਲਕਮ ਡਾਕਟਰ ਪੂਜਾ ਭਾਰਗਵ। ਥੈਂਕ ਯੂ। ਅੱਗੇ ਸਾਡੇ ਰੰਗ ਐਫਐਮ ਦੇ ਸਟਾਰ ਮੁਨੱਜ਼ਾ ਖਾਨ ਜੀ ਆਏ ਨੇ। ਇਹ ਸਾਡੇ ਦੋ ਸਟਾਰ ਨੇ ਜੀ, ਸ਼ਹਿਬਾਜ਼ ਜੀ ਔਰ ਮੁਨੱਜ਼ਾ ਜੀ, ਹਸਬੈਂਡ ਵਾਈਫ ਨੇ। ਸੋ ਕਹਿੰਦੇ ਹੈਲੋ ਪੂਜਾ ਜੀ ਤੇ ਗਰੇਵਾਲ ਭੈਣ ਜੀ, ਹੈਲੋ ਰਾਜੇ, ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ, ਜੀ ਆਇਆਂ ਨੂੰ। ਤੇ ਅੱਗੇ ਸਾਡਾ ਬੜਾ ਹੀ ਪਿਆਰਾ ਜਿਹਾ ਬੱਚਾ ਹੈ, ਇਹ ਸਾਡਾ ਵੀਰ ਹੈ, ਛੋਟਾ ਜਿਹਾ ਨਿੱਕਾ ਜਿਹਾ, ਜਗਦੀਪ ਸਿੱਧੂ। ਉਹ ਮੁਨੱਜ਼ਾ ਜੀ ਨੂੰ ਕਹਿ ਰਹੇ ਨੇ ਲਾਡੋ ਭੈਣ ਸਤਿ ਸ਼੍ਰੀ ਅਕਾਲ, ਦਿਲੋਂ ਸਲਾਮ। ਤੇ ਅੱਗੇ ਗੁਰਵਿੰਦਰ ਜੀ ਆਏ ਨੇ, ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ। ਸਪਨਾ ਕਪੂਰ ਜੀ, ਵੈਰੀ ਨਾਈਸ ਡਾਕਟਰ ਪੂਜਾ, ਥੈਂਕ ਯੂ ਸਪਨਾ ਕਪੂਰ ਜੀ। ਗੁਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਉਣ ਲਈ। ਰਾਘਵ ਚੌਹਾਨ ਜੀ ਕਹਿੰਦੇ ਵੈਰੀ ਗੁੱਡ ਡਾਕਟਰ ਪੂਜਾ, ਬੜਾ ਐਪਰੀਸ਼ੀਏਟ ਕਰ ਰਹੇ ਨੇ ਜੀ, ਇਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਅਸੀਂ, ਸਾਡਾ ਪ੍ਰੋਗਰਾਮ ਦੇਖਣ ਲਈ ਇਹਨਾਂ ਨੇ ਵਕਤ ਕੱਢਿਆ ਤੇ ਥੈਂਕਸ ਰਾਘਵ ਜੀ, ਸਾਨੂੰ ਤੁਹਾਡਾ ਕਰਨਾ ਚਾਹੀਦਾ ਜੀ। ਅੱਗੇ ਸਾਡਾ ਨਿੱਕਾ ਵੀਰ ਕਹਿ ਰਿਹਾ ਜਗਦੀਪ ਸਿੱਧੂ, ਸਾਰੇ ਸੋਹਣੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਪੂਜਾ ਭੈਣ ਜੀ ਦੇ YouTube ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਬਹੁਤ ਸੋਹਣੀ ਜਾਣਕਾਰੀ ਦਿੰਦੇ ਨੇ, ਸਿਹਤ ਪ੍ਰਤੀ ਜਾਗਰੂਕ ਕਰਦੇ ਨੇ। ਵਾਹ ਜੀ ਵਾਹ, ਅੱਛਾ ਤੁਹਾਡਾ YouTube ਚੈਨਲ ਵੀ ਹੈ ਜੀ, ਬਾਅਦ ਵਿੱਚ ਦੱਸ ਕੇ ਜਾਇਓ ਕਿਸ ਨਾਮ ਤੋਂ ਹੈਗਾ ਜੀ। ਬਿਲਕੁਲ ਰਾਜੇ, ਥੈਂਕ ਯੂ, ਤੁਹਾਡੀ ਗੱਲ ਤੇ ਗੌਰ ਕਰਿਆ ਜਾਏਗਾ ਬੱਚੇ। ਅੱਗੇ ਸਾਡੇ ਜਗਸੀਰ ਜੀ ਆਏ ਨੇ, ਗੁਰਦੀਪ ਸਿੰਘ ਚੱਕ ਬਖਤੂ, ਜ਼ਿਲ੍ਹਾ ਬਠਿੰਡਾ ਤੋਂ, 12ਵੀਂ ਦੀ ਪੜ੍ਹਾਈ ਕਰਦਾ ਹਾਂ ਜੀ, ਵੈਰੀ ਗੁੱਡ। ਦੇਖੋ ਜੀ ਸਾਡੇ ਸਟੂਡੈਂਟ ਵੀ, ਜਿਨ੍ਹਾਂ ਬੱਚਿਆਂ ਕੋਲੇ ਟਾਈਮ ਨਹੀਂ ਹੁੰਦਾ ਇਹਨਾਂ ਗੱਲਾਂ ਲਈ, ਉਹ ਬੱਚੇ ਵੀ ਟਾਈਮ ਕੱਢ ਕੇ ਰੰਗ ਐਫਐਮ ਤੇ ਆਉਂਦੇ ਨੇ। ਵਾਕਈ ਰਾਜੇ ਗੋਡ ਬਲੈਸ ਯੂ, ਤੁਸੀਂ ਦਿਲੋਂ ਅਸੀਂ ਤੁਹਾਡਾ ਸਵਾਗਤ ਕਰਦੇ ਆ। ਮੋਹਿਤ ਮੈਮੀ ਜੀ ਆਏ ਨੇ, ਕਹਿੰਦੇ ਬਹੁਤ ਅੱਛੀ ਇਨਫੋਰਮੇਸ਼ਨ, ਥੈਂਕ ਯੂ ਰਾਜੇ। ਔਰ ਇਸ ਤੋਂ ਅੱਗੇ ਸਾਡੇ ਹੈਗੇ ਨੇ ਜੀ ਜਗਸੀਰ ਜੀ, ਫੇਰ ਕਹਿ ਰਹੇ ਨੇ ਚੱਕ ਬਖਤੂ, ਜ਼ਿਲ੍ਹਾ ਬਠਿੰਡਾ ਤੋਂ ਹੈਗੇ ਨੇ। ਔਰ ਜਗਸੀਰ ਵੀਰ ਜੀ ਤੁਹਾਡਾ ਹਾਰਦਿਕ ਸਵਾਗਤ। ਸਾਡਾ ਅੱਧਾ ਕੰਮ ਤਾਂ ਜੀ ਸਾਡਾ ਨਿੱਕਾ ਵੀਰ ਜਗਦੀਪ ਸਿੱਧੂ ਕਰ ਦਿੰਦੇ ਨੇ, ਇਸ ਕਰਕੇ ਅਸੀਂ ਬੇਫਿਕਰ ਰਹਿੰਦੇ ਹਾਂ, ਹਨਾ। ਸੋ ਸਾਰੇ ਭੈਣ ਭਰਾ ਜਲਦੀ ਜਲਦੀ ਆ ਜਾਓ। ਅਤੇ ਪੂਜਾ ਭੈਣ ਆਏ ਨੇ, ਲੋਕਾਂ ਲਈ ਹੋਣਗੇ ਡਾਕਟਰ, ਪਰ ਆਪਣੇ ਰੰਗ ਐਫਐਮ ਪਰਿਵਾਰ ਲਈ ਤਾਂ ਪਿਆਰੇ ਜਿਹੇ ਭੈਣ ਜੀ। ਦੇਖੋ ਕਿੰਨੀ ਪਿਆਰੀ ਰੂਹ ਹੈ ਨਾ ਇਹ ਬੱਚਾ। ਮੈਂ ਡਾਕਟਰ ਸਾਹਿਬ ਅੱਜ ਇਹਨੂੰ ਕਹਿ ਰਹੀ ਸੀ ਜਗਦੀਪ ਨੂੰ, ਮੈਂ ਕਿਹਾ ਤੂੰ ਇੱਕ ਚੁੰਬਕ ਹੈ, ਬਿਲਕੁਲ ਜਿਸ ਤਰ੍ਹਾਂ ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ ਨਾ, ਇਹ ਬੱਚਾ ਵੀ ਇੱਕ ਚੁੰਬਕ ਹੈ, ਐਸੀ ਰੂਹ ਹੈ ਇਹ ਕਿ ਜ਼ਬਰਦਸਤੀ ਮਤਲਬ ਇਹਨੂੰ ਪਿਆਰ ਕਰਨ ਨੂੰ ਜੀ ਕਰਦਾ, ਜ਼ਬਰਦਸਤੀ ਅਸੀਂ ਇਹਦੇ ਵੱਲ ਖਿੱਚੇ ਚਲੇ ਜਾਂਦੇ ਹਾਂ ਇਸ ਬੱਚੇ ਵੱਲ। ਪਰਮਾਤਮਾ ਦੀ ਲੰਬੀ ਉਮਰ ਕਰੇ। ਅੱਗੇ ਸਾਡੇ ਲੰਬਰਦਾਰ ਛਿੰਦਾ ਬੁਰਜਵਾਲਾ ਜੀ ਆਏ ਨੇ, ਕਹਿੰਦੇ ਜਗਦੀਪ ਸਿੱਧੂ ਬਹੁਤ ਖੂਬ। ਉਹ ਦੋਨੋਂ ਆਪਸ ਵਿੱਚ ਹੈਲੋ ਹਾਈ ਕਰ ਰਹੇ ਨੇ ਜੀ। ਸਾਡੇ ਸੁਭਾਸ਼ ਪਾਰਸ ਬਹੁਤ ਪਿਆਰੇ ਵੀਰ ਨੇ ਸਾਡੇ, ਔਰ ਬਹੁਤ ਕਾਬਲ ਰਾਈਟਰ ਨੇ, ਗਜ਼ਲਗੋ ਨੇ, ਬਹੁਤ ਇਹਨਾਂ ਦੀਆਂ ਤਾਂ ਕੀ ਤਾਰੀਫ ਕਰੀਏ ਅਸੀਂ। ਜੀ ਆਇਆਂ ਨੂੰ ਵੀਰ। ਜਗਦੀਪ ਸਿੱਧੂ ਕਹਿ ਰਹੇ ਨੇ ਮੇਰੀਆਂ ਦੋਨੋਂ ਸਕਰੀਨ ਉੱਤੇ ਬੈਠੀਆਂ ਰੱਬੀ ਰੂਹਾਂ ਭੈਣਾਂ ਨੂੰ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੁਗ ਜੁਗ ਜੀਓ ਰਾਜੇ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ। ਲੰਬਰਦਾਰ ਵੀਰ ਕਹਿ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ।
ਅੱਗੇ ਸਾਡੇ ਆਏ ਨੇ ਜੀ ਅਮਨ ਪੰਗੂ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਰਾਜੇ। ਪੂਨਮ ਅਰੋੜਾ ਜੀ ਆਏ ਨੇ, ਨਮਸਕਾਰ ਜੀ। ਅੱਗੇ ਸਾਡੇ ਜਗਦੀਪ ਵੀਰ ਕਹਿ ਰਹੇ ਨੇ ਸਾਡੇ ਪਿਆਰੇ ਪੂਜਾ ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦੇ ਰਹੇ ਹੋ, ਜੁਗ ਜੁਗ ਜੀ। ਵਾਕਿਆ ਹੀ ਕੋਈ ਸ਼ੱਕ ਨਹੀਂ ਜੀ। ਤੇ ਅੱਗੇ ਸਾਡੇ ਕਨਿਸ਼ਕਾ ਵਰਨ ਆਏ ਨੇ ਜੀ, ਸੌਰੀ ਰਾਜੇ ਤੁਹਾਡਾ ਅਗਲਾ ਨਾਮ ਕੀ ਹੈਗਾ? ਕਨਿਸ਼ਕਾ ਵਰਨ ਸ਼ਰੋਤਰੀ ਜੀ, ਬਹੁਤ ਸਾਰਾ ਪਿਆਰ ਭੇਜ ਰਹੇ ਨੇ ਜੀ, ਪੂਰਾ ਆਪਣਾ ਦਿਲ ਕੱਢ ਕੇ ਤੁਹਾਨੂੰ ਫੜਾ ਰਹੇ ਨੇ। ਥੈਂਕ ਯੂ ਰਾਜੇ, ਥੈਂਕ ਯੂ, ਤੁਸੀਂ ਆਏ। ਜਗਦੀਪ ਸਿੱਧੂ ਕਹਿ ਰਹੇ ਨੇ ਜਾਨੋ ਪਿਆਰੇ ਭੈਣ ਦੀਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈਲੀ ਹੋਣੀ ਹੈ ਰਾਜੇ, ਉਹਨਾਂ ਨੇ ਸੁਭਾਸ਼ ਪਾਰਸ ਜੀ ਫਿਰ ਬਹੁਤ ਸਾਰਾ ਪਿਆਰ ਭੇਜ ਰਹੇ ਨੇ, ਨਮਸਕਾਰ ਵੀ ਕਰ ਰਹੇ ਨੇ ਔਰ ਥੈਂਕਸ ਵੀ ਕਰ ਰਹੇ ਨੇ। ਥੈਂਕ ਯੂ ਰਾਜੇ, ਗੋਡ ਬਲੈਸ ਯੂ, ਜਿਉਂਦੇ ਵਸਦੇ ਰਹੋ, ਪਰਮਾਤਮਾ ਤੁਹਾਡੀ ਲੰਬੀ ਉਮਰ ਕਰਨ। ਡਾਕਟਰ ਸਾਹਿਬ ਮੈਨੂੰ ਇੱਥੇ ਧਿਆਨ ਆ ਗਿਆ, ਮੈਂ ਵਿੱਚ ਦੀ ਤੁਹਾਨੂੰ ਜ਼ਿਕਰ ਕਰ ਦਿੰਨੀ ਆ। ਸੁਭਾਸ਼ ਪਾਰਸ ਜੀ ਨੂੰ ਵੀ ਆਪਾਂ ਤੁਹਾਡਾ ਨੰਬਰ ਦਵਾਂਗੇ, ਇਹ ਡਿਸਕਸ ਕਰਾਂਗੇ। ਤੇ ਮੈਂ ਚਾਹੂੰਗੀ ਪਰਮਾਤਮਾ ਕੋਈ ਐਸਾ ਚਮਤਕਾਰ ਕਰਨ ਕਿ ਸਾਡਾ ਇਹ ਬੱਚਾ ਠੀਕ ਹੋ ਜਾਵੇ, ਕਿਉਂਕਿ ਜਦੋਂ ਕਹਿੰਦੇ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ ਨਾ ਤੇ ਸਵਾਦ ਵੀ ਬਹੁਤ ਕੰਮ ਕਰ ਜਾਂਦਾ। ਬਿਲਕੁਲ ਬਿਲਕੁਲ। ਸੋ ਇਹ ਬੱਚੇ ਦੇ ਵਿੱਚ ਇੰਨੇ ਗੁਣ ਨੇ ਸਾਡੇ ਵੀਰ ਦੇ ਵਿੱਚ ਕਿ ਅਸੀਂ ਸ਼ਾਇਦ ਐਕਸਪਲੇਨ ਨਹੀਂ ਕਰ ਸਕਦੇ, ਪਰ ਸਾਨੂੰ ਦੁੱਖ ਲੱਗਦਾ ਜਦੋਂ ਅਸੀਂ ਇਹਦੇ ਬਾਰੇ ਸੋਚਦੇ ਹਾਂ, ਇਹਦੀ ਪ੍ਰੋਬਲਮ ਬਾਰੇ ਸੋਚਦੇ। ਸੋ ਉਹ ਜਗਦੀਪ ਤੁਹਾਨੂੰ ਡਿਟੇਲ ਚ ਦੱਸ ਦੇਣਗੇ ਜਾਂ ਸੁਭਾਸ਼ ਆਪ ਗੱਲ ਕਰ ਲੈਣਗੇ ਜੀ ਜੀ। ਅੱਗੇ ਸਾਡੇ ਰਾਘਵ ਜੀ ਕਹਿ ਰਹੇ ਨੇ ਵੈਰੀ ਨਾਈਸ ਡਾਕਟਰ। ਸੰਦੀਪ ਕੌਰ ਮੋਗਾ ਜੀ ਸਾਡੇ ਇੰਸਟੈਂਟ ਰਾਈਟਰ, ਮੈਡਮ ਮੋਗਾ ਤੋਂ ਹੈਗੇ ਨੇ, ਉਹ ਵੀ ਜੀ ਤੁਹਾਡੇ ਪੂਰਾ ਠੱਪਾ ਲਾ ਰਹੇ ਨੇ ਜੀ। ਅੱਗੇ ਮੋਹਿਤ ਮੈਨੀ ਜੀ ਵੀ ਲਾ ਰਹੇ ਨੇ। ਰਾਘਵ ਚौहान जी कहते ने कृपया हाई बीपी के बारे में बताएं जी। डॉक्टर साहब नोट कर लो, इस तो बाद आप तुसी थोड़ा जिहा जरूर दस्सिओ। ਅੱਗੇ ਸਾਡੇ ਰਾਘਵ ਜੀ ਕਹਿ ਰਹੇ ਨੇ ਬਹੁਤ बढ़िया डॉक्टर साहब। ਸਮਰਾ ਸਿੰਘ ਸਮਰਾ ਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਘਵ ਜੀ फिर कह रहे हैं बहुत सही बात डॉक्टर पूजा। डॉक्टर जी कृपया हाई बीपी के बारे में फिर वो दस कह रहे ने, नमस्कार भी कर रहे हैं जी। डॉक्टर साहब आप प्रैक्टिस कहाँ करते हैं, ये भी तुसी एक बारी फिर दस दिओ। और डॉक्टर साहब तुसी अपना नंबर भी इत्थे छड्ड के जाना प्लीज, बोल के जाना तुसी बाद विच ते फिर असी कमेंटां दे राही सेंड कर देंगे। अगे शुक्रिया कर रहे ने जी। अगे हाँ जी, अगे साडे सारे राघव जी दे ही हैगे ने मैसेज, बहुत एप्रीशिएट कर रहे ने, वो बहुत ज्यादा प्यार एप्रीशिएट और भेज रहे ने। जगसीर ਵੀਰਪਾਲ ਕੌਰ ਚੱਕ ਬਖਤੂ ਜ਼ਿਲ੍ਹਾ ਬਠਿੰਡਾ ਵੀ ਐਪਰੀਸ਼ੀਏਟ ਕਰ ਰਹੇ ਨੇ। ਸੋ ਮੈਨੂੰ ਇੰਨੇ ਹੀ ਮੈਸੇਜ ਮੇਰੇ ਕੋਲੇ ਹਜੇ ਸ਼ੋ ਹੋਏ ਨੇ। ਅਗਰ ਨਹੀਂ ਬੋਲ ਕੇ ਦੇਖੀਏ, ਮੈਸੇਜ ਤਾਂ ਬਹੁਤ ਆਏ ਹੋਏ ਨੇ ਪਰ ਮੇਰੀ ਪ੍ਰੋਬਲਮ ਅਗਰ ਮੇਰੀ ਆਵਾਜ਼ ਸਟੂਡੀਓ ਦੇ ਵਿੱਚ ਸੁਣਦੀ ਹੈ, ਕੋਈ ਜ਼ਰੂਰੀ ਮੈਸੇਜ ਹੈ ਤਾਂ ਪਲੀਜ਼ ਉਹ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰਿਓ ਜੀ, ਕਿਉਂਕਿ ਮੇਰੇ ਕੋਲੇ ਸ਼ੋ ਨਹੀਂ ਹੋ ਰਹੇ, ਉਹ ਓਪਨ ਨਹੀਂ ਹੋ ਰਹੇ। तो स्टूडियो चो पढ़ दिओ, अगर नहीं भी होएगा तो असं रिटर्न दे विच उन्हां दा जवाब जरूर देवांगे। दोस्तों माइंड नहीं करना प्लीज, कोई भी मैसेज अगर पढ़न तो रह गया होवे, क्योंकि तुसी रंग FM दा एक हिस्सा है, एक परिवार हो रंग FM दा। सो इस करके बिल्कुल इस चीज़ का प्लीज बुरा ना मन्निओ। मैं पहले ही माफी मंग लैनी हां तुहाडे सारिआं दे कोलों। ते हुण डॉक्टर पूजा जांदे जांदे जिहड़ियां साडे ਸਰੋਤਿਆਂ ने BP बारे पुछिआ, ਤੇ ਜੋ ਵੀ ਇਹ ਗੱਲਾਂ ਨੇ ਤੁਹਾਨੂੰ ਜਾਂਦੇ ਜਾਂਦੇ ਮੈਸੇਜ ਦੇ ਕੇ ਜਾ ਰਹੇ ਨੇ, ਔਰ ਇਹਨਾਂ ਦਾ ਫੋਨ ਨੰਬਰ ਨੋਟ ਕਰਨਾ ਨਾ ਭੁੱਲਿਓ ਪਲੀਜ਼। ਹਾਂਜੀ ਡਾਕਟਰ ਸਾਹਿਬ ਜੀ ਜੀ। ਹੋਮਿਓਪੈਥੀ ਦੇ ਵਿੱਚ ਹਾਈ ਬੀਪੀ ਦੇ ਵੀ ਕਾਫੀ ਅੱਛੇ ਉਹ ਹੈਗੇ ਆ, ਮਤਲਬ ਮਦਰ ਟਿੰਚਰ ਨੇ, ਦੋ ਮਦਰ ਟਿੰਚਰ ਦੇ ਕਾਫੀ ਅੱਛੇ ਰਿਜ਼ਲਟ ਹੈ। ਇੱਕ ਹੈ ਰੋਵੋਲਫੀਆ ਸਰਪੈਂਟਿਨਾ ਐਂਡ ਦੂਜੀ ਹੈਗੀ ਕ੍ਰੈਟੇਗਸ ਮਦਰ ਟਿੰਚਰ। ਇਹ ਦੋਨਾਂ ਦਾ ਬੀਪੀ ਦੇ ਵਿੱਚ ਕਾਫੀ ਅੱਛਾ ਰਿਜ਼ਲਟ ਹੈਗਾ। ਮਤਲਬ ਜਿਹੜਾ ਕ੍ਰੈਟੇਗਸ ਹੈ ਉਹ ਵੇਜ਼ੋ ਡਾਇਲੇਸ਼ਨ ਦਾ ਕੰਮ ਕਰਦਾ, ਜਿਹੜਾ ਐਲੋਪੈਥੀ ਦੇ ਵਿੱਚ ਤੁਸੀਂ ਲੈਂਦੇ ਹੋ ਜਿੱਦਾਂ ਸਾਲਟ, ਉਹ ਸੇਮ ਹੀ ਇਫੈਕਟ ਜਿਹੜਾ ਹੈ ਕ੍ਰੈਟੇਗਸ ਕਰਦਾ ਹੈ। ਐਂਡ ਪਲੱਸ ਕ੍ਰੈਟੇਗਸ ਨਾਲ ਦੀ ਨਾਲ ਹਾਰਟ ਟੋਨਿਕ ਵੀ ਹੈ, ਤੁਹਾਡੇ ਹਾਰਟ ਲਈ ਵੀ ਉਹ ਬਹੁਤ ਅੱਛਾ, ਉਹ ਇੱਕ ਉਹਨੂੰ ਟੋਨਿਕ ਦੇ ਰੂਪ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ। ਤੇ ਕਾਫੀ ਅੱਛਾ ਹੈਗਾ ਰਿਜ਼ਲਟ ਉਹਨਾਂ ਦਾ। ਜੀ ਜੀ ਡਾਕਟਰ ਸਾਹਿਬ। ਡਾਕਟਰ ਸਾਹਿਬ ਇਹਦੇ ਨਾਲ ਜਿਹੜਾ ਹੈਗਾ ਪਰਹੇਜ਼ ਥੋੜੇ ਜਿਹੇ ਦੱਸ ਦਿਓ, ਕਿਉਂਕਿ ਟਾਈਮ ਬਹੁਤ 7 ਮਿੰਟ ਉੱਪਰ ਚਲੇ ਗਏ ਨੇ। ਅਗਲਾ ਪ੍ਰੋਗਰਾਮ ਵੀ ਸਾਡਾ ਹੀ ਹੈ, ਕੋਈ ਗੱਲ ਨਹੀਂ, ਬਟ ਇਹਦੇ ਵਿੱਚ ਜੀ ਤੁਸੀਂ ਇੰਨਾ ਸ਼ਾਰਟ ਤੋਂ ਸ਼ਾਰਟ ਟਾਈਮ ਦੇ ਵਿੱਚ ਦੱਸ ਸਕਦੇ ਹੋ ਪਰਹੇਜ਼ ਤੇ ਕੀ ਕੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇਹ ਮੈਸੇਜ ਦੇ ਕੇ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਮੈਂ ਉਹਨਾਂ ਨੂੰ ਇਹ ਚੀਜ਼ ਦੱਸੂਗੀ ਕਿ ਜਿੱਦਾਂ ਆਪਾਂ ਕਹਿੰਦੇ ਹੁੰਦੇ ਹਾਂ ਨਿਯਮਿਤ ਆਹਾਰ, ਉੱਚ ਵਿਚਾਰ,
ਕਿ ਤੁਹਾਡਾ ਖਾਣਾ ਪੀਣਾ ਅਗਰ ਤੁਸੀਂ ਉਹਦਾ ਬਿਲਕੁਲ ਧਿਆਨ ਰੱਖਦੇ ਹੋ ਕਿ ਇੱਕ ਬੈਲੈਂਸ ਡਾਈਟ ਲੈਂਦੇ ਹੋ, ਨਾਲ ਦੇ ਨਾਲ ਰੈਗੂਲਰ ਐਕਸਰਸਾਈਜ਼ ਤੇ ਸਲੀਪ ਦਾ ਖਾਸ ਧਿਆਨ ਕਿ ਹਾਂ ਤੁਸੀਂ ਰੈਗੂਲਰ ਆਪਣੀ ਸਲੀਪ ਲੈਂਦੇ ਹੋ, ਤਾਂ ਤੁਸੀਂ ਬਹੁਤ ਹੱਦ ਤੱਕ ਇੱਕ ਹੈਲਦੀ ਜੀਵਨ ਜੀ ਸਕਦੇ ਹੋ। ਤੇ ਇਸ ਦੇ ਵਿੱਚ ਜਿਹੜੇ ਵਿਚਾਰ ਨੇ ਉਹ ਕਾਫੀ ਜ਼ਿਆਦਾ ਇੰਪੋਰਟੈਂਸ ਹੈ ਲਾਈਫ ਦੇ, ਕਿਉਂਕਿ ਤੁਸੀਂ ਦੇਖੋਗੇ ਜਿਹੜੀ ਵੀ ਬਿਮਾਰੀ ਹੁੰਦੀ ਹੈ ਉਹ ਪਹਿਲਾਂ ਥਾਟ ਲੈਵਲ ਤੇ ਆਉਂਦੀ ਹੈ। ਅਗਰ ਤੁਸੀਂ ਜੀ। ਉਦੋਂ ਹੀ ਆਪਣੇ ਜਿਹੜੇ ਥਾਟ ਹੋ ਉਹਨੂੰ ਅਗਰ ਤੁਸੀਂ ਮੋਡੀਫਾਈ ਕਰ ਲਓ ਤਾਂ ਤੁਸੀਂ ਉਹ ਬਿਮਾਰੀ ਤੋਂ ਬਚ ਸਕਦੇ ਹੋ। ਤੇ ਇਸ ਲਈ ਹਮੇਸ਼ਾ ਤੋਂ ਤੁਸੀਂ ਬਸ ਉਹੀ ਪੋਜ਼ਿਟਿਵ ਥਾਟਸ ਦੇ ਉੱਪਰ ਆਪਣੇ ਧਿਆਨ ਦੇਣਾ ਹੈ ਕਿ ਅੱਛੀ ਅੱਛੀ ਚੀਜ਼ਾਂ ਵੱਲ ਸੋਚੋ, ਜਿਹੜਾ ਤੁਹਾਡਾ ਪੈਸ਼ਨ ਹੈ, ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਉਹਦੇ ਲਈ ਅੱਧਾ ਘੰਟਾ ਆਪਣੇ ਪੂਰੇ 24 ਘੰਟੇ ਦੇ ਅੱਧਾ ਘੰਟਾ ਜ਼ਰੂਰ ਦਿਓ। ਉਹ ਤੁਹਾਡਾ ਇੱਕ ਆਪਣਾ ਜਿੱਦਾਂ ਕਹਿੰਦੇ ਹੁੰਦਾ ਮੀ ਟਾਈਮ ਹੈ ਕਿ ਉਹ ਚੀਜ਼ ਆਪਣੀ ਜ਼ਰੂਰ ਫੋਲੋ ਕਰੋ। ਤੇ ਵਾਹ। ਮਤਲਬ ਇਹ ਚੀਜ਼ ਅਗਰ ਤੁਸੀਂ ਧਿਆਨ ਰੱਖੋਗੇ ਤਾਂ ਤੁਹਾਡਾ ਹੈਲਥ ਬਹੁਤ ਇੱਕਦਮ ਪਰਫੈਕਟ ਹੋ ਜਾਏਗੀ ਔਰ ਬਿਮਾਰੀਆਂ ਤੁਹਾਡੇ ਤੋਂ ਕੋਸੋਂ ਦੂਰ ਰਹਿਣਗੀਆਂ। ਵਾਹ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਰੰਗ FM ਦੇ ਉੱਤੇ ਆਏ। ਹਾਰਦਿਕ ਸਵਾਗਤ ਹੈ ਤੁਹਾਡਾ, ਔਰ ਕਰਦੇ ਰਹਾਂਗੇ, ਔਰ ਅਸੀਂ ਤੁਹਾਨੂੰ ਬਾਰ-ਬਾਰ ਬੁਲਾਉਂਦੇ ਰਹਾਂਗੇ। ਔਰ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਸਰੋਤੇ ਅੱਜ ਤੁਹਾਨੂੰ ਸੁਣ ਰਹੇ ਸੀ ਉਹ ਵੈਸੇ ਤਾਂ ਜ਼ਰੂਰਤ ਨਾ ਪਵੇ ਕਿਸੇ ਵੀ ਤਰ੍ਹਾਂ ਦੀ ਮੈਡੀਸਨ ਦੀ, ਪਰ ਜੇ ਜ਼ਰੂਰਤ ਪਵੇ ਤਾਂ ਉਹ ਹੋਮੋਪੈਥੀ ਦਾ ਪੂਰਾ ਫਾਇਦਾ ਲੈ ਸਕਣ, ਪੂਰਾ ਲਾਭ ਉਠਾ ਸਕਣ। ਤੇ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਔਰ ਉਹ ਤੁਹਾਡੇ ਨਾਲ ਹੀ ਕੰਟੈਕਟ ਕਰ ਸਕਣ। ਹਾਂਜੀ, ਮੇਰਾ ਨੰਬਰ ਹੈ 9810529845 और नाल मेरा YouTube चैनल है डॉक्टर पूजा भार्गव। ਉਹਦੇ ਤੇ ਮੈਂ ਰੈਗੂਲਰ ਹੋਮਿਓਪੈਥੀ ਦੇ ਅਲੱਗ-ਅਲੱਗ ਟੌਪਿਕਸ ਦੇ ਉੱਪਰ ਵੀਡੀਓ ਡਾਲਦੀ ਰਹਿੰਦੀ ਹੈ। ਤੁਸੀਂ ਉਹ ਦੇਖ ਕੇ ਤੁਹਾਨੂੰ ਹੋਰ ਵੀ ਹੋਮਿਓਪੈਥੀ ਦੇ ਰਿਗਾਰਡਿੰਗ ਨੌਲੇਜ ਮਿਲੇਗੀ। ਜੀ ਵਾਹ, ਵੈਰੀ ਗੁੱਡ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। थैंक यू। रंग 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 FM चुप नू भी हुण बोल मिले ने, सत्ते बूहे खोल मिले ने, हर चानण दा जाया ओ जिंदगी संग बोलूगा, हुण रंग बोलूगा बोलूगा रंग बोलूगा, हुण रंग बोलूगा ओ रंग बोलूगा। रंग FM